ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮੂਲਾ ਸੂਜਾ ਧਾਵਣੇ ਚੰਦੂ ਚੌਝੜ ਆਸ। ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ। ਮੂਲਾ ਸੂਜਾ ਧਾਵਣੇ ਚੰਦੂ ਚੌਝੜ ਆਸ। ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਗੁਰੂ ਗਰੀਬ ਨਵਾਜ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਨੇਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਗਰੀਬ ਨਵਾਜ ਸਤਿਗੁਰਾਂ ਦੀ ਅਪਾਰ ਕਿਰਪਾ ਦਇਆ ਮਿਹਰਾਮਤ ਸਦਕਾ ਆਪਾਂ ਨਿਤਾ ਪ੍ਰਤੀ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਭਗਤ ਵਛਲ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੇ ਪ੍ਰਸੰਗ ਕੌਤਕ ਸਰਵਣ ਕਰ ਰਹੇ ਹਾਂ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਜਥਾ ਪ੍ਰਸੰਗ ਆਪਾਂ ਪਿਛਲੇ ਦੀ ਬਾਣ ਵਿੱਚ ਵਿਚਾਰਿਆ, ਪੜ੍ਹਿਆ, ਸੁਣਿਆ ਇਸ ਪ੍ਰਕਾਰ ਕਿ ਸੁਖ ਕਉ ਲੋੜੈ ਸੁਖ ਕਉ ਮੰਗੈ, ਸਭ ਕੋ ਦੁੱਖ ਨ ਮੰਗੈ ਕੋਇ। ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਨਾ ਬੰਧੂ ਪਾਤਸ਼ਾਹ ਜੀਆਂ ਦੇ ਪਾਸ ਬੇਅੰਤ ਸਿੱਖ ਸੰਗਤਾਂ ਸੁਖ ਦੀ ਇੱਛਾ ਕਾਮਨਾ ਰੱਖ ਰੱਖ ਕੇ ਆ ਰਹੀਆਂ। ਤੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਿਹੋ ਜੀ ਕਿਸੇ ਦੀ ਇੱਛਾ ਹੁੰਦੀ ਹੈ ਮਹਾਰਾਜ ਉਹੋ ਜੀ ਦਇਆ ਕਰਦੇ ਹੈ। ਪਦਾਰਥ ਮੰਗਣ ਵਾਲਿਆਂ ਨੂੰ ਪਦਾਰਥ ਮਿਲਦੇ ਹੈ, ਕਿਰਪਾ ਮੰਗਣ ਵਾਲਿਆਂ ਨੂੰ ਕਿਰਪਾ, ਤੇ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਵਾਲਿਆਂ ਨੂੰ ਅਭੇਦਤਾ ਪ੍ਰਾਪਤ ਹੋ ਰਹੀ ਹੈ। ਤੋ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਕੱਲ ਜਿਵੇਂ ਸੁਣਿਆ ਆਪਾਂ ਕਿ ਭਾਈ ਡੱਲਾ, ਭਾਈ ਭਗੀਰਥ, ਭਾਈ ਜਾਪੂ, ਭਾਈ ਨਿਵਲਾ ਨਾਮ ਦੇ ਸਿੱਖ ਪਹੁੰਚੇ, ਦਰਸ਼ਨ ਦੀਦਾਰ ਕੀਤੇ। ਫਿਰ ਜਿਵੇਂ ਕੋ ਮਨ ਵਿੱਚ ਕੋਈ ਸ਼ੰਕੇ ਹੁੰਦੇ ਹੈ, ਬੇਨਤੀ ਰੂਪ ਵਿੱਚ ਜ਼ਾਹਰ ਕੀਤੇ ਕਿ ਮਹਾਰਾਜ ਸਭ ਜਾਣਦੇ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਪਰਮੇਸ਼ਰ ਅਕਾਲ ਪੁਰਖ ਦਾ ਅਵਤਾਰ ਹਨਗੇ। ਉਹਨਾਂ ਮਹਾਰਾਜ ਕਿਹੜੀ ਉਪਾਸਨਾ ਨੂੰ ਮੁੱਖ ਦੱਸਿਆ, ਕਿਉਂਕਿ ਉਪਾਸਨਾ ਨਿਰਗੁਣ ਦੀ ਹੈ, ਸਰਗੁਣ ਦੀ ਵੀ ਹੈ। ਜਿਹੜੀ ਮੋਹਰੀ ਉਹਨਾਂ ਨੇ ਸ਼੍ਰੇਸ਼ਟ ਦੱਸੀ ਦੋਹਾਂ ਚੋਂ ਅਸੀਂ ਉਹਦੇ ਨਾਲ ਜੁੜਨਾ ਚਾਹੁੰਦੇ ਹਾਂ। ਪਾਤਸ਼ਾਹ ਜੀ ਆਖਿਆ ਕਿ ਭਾਈ ਦੋ ਤਾਂ ਆਖਿਆ ਜਾਂਦਾ ਜੇ ਕੋਈ ਦੋ ਹੋਵੇ ਤਾਂ, ਜਦੋਂ ਹੈ ਹੀ ਇੱਕ ਹੈ ਫਿਰ ਤਾਂ ਨਿਸ਼ਫਲ ਆਸ ਸੰਸੈ ਉਠਾਈ। ਫਿਰ ਮਹਾਰਾਜ ਸਤਿਗੁਰਾਂ ਦੱਸਿਆ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਦੋਵਾਂ ਸਿਰਿਆਂ ਦਾ ਆਪ ਹੀ ਖਸਮ ਹੈ। ਸੰਸਾਰ ਪੈਦਾ ਕਰਨ ਵਾਸਤੇ ਉਹ ਸਿਰੇ ਦਾ ਵੀ ਸੁਆਮੀ ਖਸਮ ਆਪ ਹੈ, ਸੰਸਾਰ ਪੈਦਾ ਹੋ ਗਿਆ ਨੂੰ ਪਾਲਣ ਵਿੱਚ ਵੀ ਆਪ ਹੈ, ਇਹਦੀ ਲੈਤਾ ਸੰਘਾਰ ਕਰਨ ਵਿੱਚ ਵੀ ਆਪ ਹੈ। ਜਾਂ ਕਹੋ ਵੀ
ਆਪ ਹੀ ਜੀਵ ਬਣਾ ਦਿੱਤੇ ਹੈ, ਤੇ ਜੀਵਾਂ ਦੇ ਵਿੱਚ ਚੇਤਨ ਸੱਤਾ ਰੂਪ ਹੋ ਕਰਕੇ ਆਪ ਹੀ ਉਹ ਪਰਮੇਸ਼ਰ ਜਿਹੜਾ ਹੈ ਉਹ ਆਪਦਾ ਹੀ ਨਾਮ ਜਪੀ ਜਾਂਦਾ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਸ ਤਰ੍ਹਾਂ ਹਜ਼ੂਰ ਨੇ ਸਮਝਾਉਣਾ ਕੀਤਾ, ਫਿਰ ਦੱਸਿਆ ਕਿ ਸਰਗੁਣ ਤੇ ਨਿਰਗੁਣ ਦੋਹਾਂ ਦੀ ਉਪਾਸਨਾ ਤੋਂ ਇੱਕ ਹੋਰ ਵੀ ਵੱਡੀ ਉਪਾਸਨਾ ਹੈ। ਕਹਿੰਦੇ ਮਹਾਰਾਜ ਉਹ ਕਿਹੜੀ ਹੈ? ਹਜ਼ੂਰ ਕਹਿੰਦੇ ਭਾਈ ਉਹ ਸਿਮਰਨ ਹੈ ਪਰਮੇਸ਼ਰ ਦਾ। ਫਿਰ ਪ੍ਰਮਾਣ ਦੇ ਕੇ ਦੱਸਿਆ ਵੀ ਨਿਰਗੁਣ ਤੋਂ ਪਰਮੇਸ਼ਰ ਦਾ ਨਾਮ ਵੱਡਾ ਕਿਵੇਂ ਆ? ਵੀ ਜਿਵੇਂ ਨਿਰਗੁਣ ਉਹ ਜੀਵਾਂ ਵਿੱਚ ਚੇਤਨ ਸੱਤਾ ਰੂਪ ਹੋ ਕਰਕੇ ਵਿਚਰ ਰਿਹਾ ਪਰਮੇਸ਼ਰ, ਤੇ ਫਿਰ ਵੀ ਜਿੱਡਾ ਮਰਜ਼ੀ, ਕਿਉਂਕਿ ਮਨੁੱਖ ਜਾਂ ਜਿੰਨੇ ਜੀਵ ਹੈ ਇਹਨਾਂ ਵਿੱਚ ਚੇਤਨ ਸੱਤਾ ਤਾਂ ਉਹ ਨਿਰਗੁਣ ਦੀ ਹੈ ਨਾ, ਤੇ ਨਾਮ ਨਾ ਜਪਣ ਤੇ ਫਿਰ ਵੀ ਵੇਖੋ ਨਰਕਾਂ ਨੂੰ ਜਾਂਦੇ ਹੈ, ਭਾਵੇਂ ਕਿ ਜੀਵ ਪਰਮੇਸ਼ਰ ਬ੍ਰਹਮ ਦੀ ਅੰਸ਼ ਹੈ। ਤੇ ਫਿਰ ਨਿਰਗੁਣ ਤੋਂ ਵੱਡਾ ਨਾਮ ਹੋਇਆ। ਫਿਰ ਸਰਗੁਣ ਤੋਂ ਵੱਡਾ ਨਾਮ ਕਿਵੇਂ? ਮਹਾਰਾਜ ਕਹਿੰਦੇ ਜਿਵੇਂ ਰਾਮਚੰਦਰ ਉਹ ਅਵਤਾਰ ਹੋਏ, ਅਵਤਾਰੀ ਪੁਰਸ਼ ਹੋਏ ਹੈ, 14 ਕਲਾਂ ਸਮਰੱਥ ਸਨ, ਸਮੁੰਦਰ ਲੰਘ ਕੇ ਜਾ ਸਕਦੇ ਸੀ ਆਪ ਲੰਕਾ ਨੂੰ ਜਦੋਂ ਸੀਤਾ ਛਡਾਉਣ ਗਏ ਹੈ, ਪਰ ਉਹ ਜਾਣਦੇ ਸੀ ਵੀ ਸਾਡੇ ਨਾਲ ਜਿਹੜੇ ਉਹ ਹੀ ਲੰਘ ਸਕਣਗੇ, ਦੂਜੇ ਨਹੀਂ ਲੰਘਣਗੇ। ਫਿਰ ਰਾਮ ਸੇਤੂ ਬਣਾਇਆ, ਪੱਥਰਾਂ ਦੇ ਉੱਪਰ ਉਸ ਰਮੇ ਹੋਏ ਪਰਮੇਸ਼ਰ ਦਾ ਨਾਮ ਲਿਖ ਕੇ ਇਹ ਜਣਾਇਆ ਵੀ ਇਹ ਤਾਂ ਸਾਥੋਂ ਵੀ ਵੱਡਾ ਹੈ, ਸਮੇਂ ਦੇ ਅਵਤਾਰ ਤੋਂ ਵੀ ਉਹ ਅਕਾਲ ਪੁਰਖ ਵੱਡਾ ਹੈ, ਸਰਗੁਣ ਸਰੂਪ ਤੋਂ ਵੀ ਉਹਦਾ ਨਾਮ ਵੱਡਾ ਭਾਈ। ਤੋ ਇਸ ਕਰਕੇ ਫਿਰ ਮਹਾਰਾਜ ਨੂੰ ਸਾਰੀ ਦੱਸਿਆ ਕਿ ਨਿਰਗੁਣ ਸਰਗੁਣ ਦੋਹਾਂ ਤੋਂ ਪਰਮੇਸ਼ਰ ਦਾ ਨਾਮ ਭਾਈ ਵੱਡਾ ਹੈ। ਨਿਰਗੁਣ ਸਰੂਪ ਦੀ ਉਪਾਸਨਾ ਤੋਂ, ਸਰਗੁਣ ਸਰੂਪ ਦੀ ਤੋਂ, ਚਾਹੇ ਦੋਵੇਂ ਪਰਮੇਸ਼ਰ ਦੇ ਰੂਪ ਹੈ, ਪਰ ਨਾਮ ਇਹਨਾਂ ਸਾਰਿਆਂ ਤੋਂ ਵੱਡਾ ਹੈ। ਉਹ ਹਨੂਮਾਨ ਦੇ ਵੀਰ ਦੇ ਵਿੱਚ ਨਾਮ ਸੀ, ਤਾਂ ਹੀ ਉਹ ਸਮੁੰਦਰ ਲੰਘਿਆ। ਵੀ ਇਹ ਸ਼ੰਕਾ ਨਹੀਂ ਕੋਈ ਕਰ ਸਕਦਾ ਵੀ ਉਹ ਪੁਲ 'ਤੇ ਨਹੀਂ ਗਿਆ ਜੀ, ਉਹਨੇ ਰਾਮ ਦੇ ਨਾਮ ਦੇ ਬੱਝੇ ਪੁਲ ਦਾ ਆਸਰਾ ਨਹੀਂ ਤੱਕਿਆ, ਉਹ ਕਿਵੇਂ ਲੰਘ ਗਿਆ? ਕਹਿੰਦੇ ਅੰਧੇਰੇ ਦੇ ਵਿੱਚ ਰਾਮ ਸੀ, ਬਾਅਦ ਵਿੱਚ ਚੀਰ ਕੇ ਵੀ ਵਿਖਾਇਆ ਸੀ। ਇਸ ਤਰ੍ਹਾਂ ਮਹਾਰਾਜ ਨੇ ਬੜੀ ਦਇਆ ਕਰਕੇ ਇਹਨਾਂ ਦੇ ਸਾਰੇ ਸੰਕੇ ਨਿਵਰਤ ਕਰ ਦਿੱਤੇ। ਗਰੀਬ ਨਵਾਜ ਮਹਾਰਾਜ ਦੇ ਚਰਨਾਂ ਦਾ ਸਿੱਖ ਬਣੇ, ਤੇ ਹਜ਼ੂਰ ਦੇ ਪਾਸ ਬੜਾ ਸਮਾਂ ਰਹਿ ਕਰਕੇ ਇਹਨਾਂ ਨੇ ਸੰਗਤਾਂ ਕੀਤੀਆਂ, ਸੇਵਾਵਾਂ ਕੀਤੀਆਂ। ਕਵੀ ਜੀ ਕਹਿੰਦੇ ਕਿ ਪਾਤਸ਼ਾਹ ਦੀ ਸੇਵਾ ਤਾਂ ਬੜੇ ਸੁੱਖ ਦੇਣ ਵਾਲੀ ਹੈ, ਪਰ ਮਿਲਦੀ ਵੱਡੇ ਭਾਗਾਂ ਵਾਲੇ ਨੂੰ ਹੈ, ਸਾਰਿਆਂ ਨੂੰ ਨਹੀਂ। ਭਾਵੇਂ ਸੁੱਖ ਦੇਣ ਵਾਲੀ ਹੈ ਸੇਵਾ, ਪਰ ਕਰਦਾ ਕੋਈ ਕੋਈ ਹੈ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਹੈ। ਅੱਗੇ ਜਿਵੇਂ ਹੋਰ ਗੁਰਸਿੱਖ ਮਹਾਰਾਜ ਦੇ ਪਾਸ ਆ ਰਹੇ ਹੈ, ਤੇ ਜਿਵੇਂ ਜਿਵੇਂ ਮਹਾਰਾਜ ਦੇ ਪਾਸ ਆਪਦੇ ਮਨ ਦੇ ਸੰਸ਼ੇ ਕੋਈ ਵਲਵਲੇ ਉਠਾਉਂਦੇ ਹੈ, ਤੇ ਮਹਾਰਾਜ ਅਧਿਕਾਰੀ ਵੇਖ ਵੇਖ ਕੇ ਉਸ ਦਾ ਉੱਤਰ ਦੇਈ ਜਾਂਦੇ ਹੈ। ਅਗਲਾ ਪ੍ਰਸੰਗ ਸ਼ਰਵਣ ਕਰੀਏ ਜੀ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੂੰ ਹਿਰਦੇ ਵਸਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਲਾ ਸੂਜਾ ਤਾਵਣੇ। ਅਗਲੇ ਪ੍ਰਸੰਗ ਵਿੱਚ ਕਵੀ ਲਿਖਦੇ ਹੈ, ਭਾਈ ਮੂਲਾ ਜੀ, ਇੱਕ ਭਾਈ ਸੂਜਾ ਜੀ, ਇਹ ਧਾਵਣੇ ਗੋਤ ਦੇ ਦੋਵੇਂ। ਚੰਦੂ ਚੌਝੜ ਆਸ। ਤੇ ਆਸ ਰੱਖ ਕੇ ਇੱਕ ਭਾਈ ਚੰਦੂ ਜੀ ਚੌਝੜ ਗੋਤ ਦਾ ਤੀਜਾ ਹੈ। ਰਾਮਦਾਸ ਭੰਡਾਰੀਆ। ਇੱਕ ਭੰਡਾਰੀਆ ਗੋਤ ਦਾ ਭਾਈ ਰਾਮਦਾਸ ਹੈ। ਬਾਲਾ ਸਾਈਂ ਦਾਸ। ਭਾਈ ਬਾਲਾ ਜੀ ਤੇ ਭਾਈ ਸਾਈਂ ਦਾਸ ਜੀ, ਇਹ ਸਾਰੇ ਮਿਲ ਕਰਕੇ ਚੌਪਈ
ਖਸ਼ਟ ਮਿਲੇ ਸ਼੍ਰੀ ਅਰਜਨ ਪਾਸ। ਇਹ 6 ਜਣੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਹਨ। ਪਗ ਬੰਧਨ ਕੀਨੀ ਅਰਦਾਸ। ਗਰੀਬ ਨਵਾਜ ਮਹਾਰਾਜ ਦੇ ਚਰਨਾਂ ਤੇ ਬੰਦਨਾ ਕੀਤੀਆਂ, ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਜੇ ਪ੍ਰਾਨੀ। ਤੇ ਸਵਾਲ ਕੀਤਾ ਇਹਨਾਂ ਵੀ ਧੰਨ ਗੁਰੂ ਅਰਜਨ ਦੇਵ ਗਰੀਬਾਂ ਨੂੰ ਨਿਵਾਜਣ ਵਾਲੇ ਪਾਤਸ਼ਾਹ ਮਹਾਰਾਜ, ਜਿਹੜੇ ਕੋਈ ਪ੍ਰਾਣੀ ਹਨ, ਪ੍ਰਾਣਾ ਧਾਰੀ ਜੀਵ ਹਨ, ਕਰਮ ਕਰਤ ਦਵੈ ਬਿਦ ਸਭ ਜਾਨੀ। ਸਾਰੇ ਜਾਣਦੇ ਆ ਵੀ ਦੋ ਤਰ੍ਹਾਂ ਦੇ ਜਿਹੜੇ ਵਾ ਉਹ ਕਰਮ ਕਰਦੇ ਆ ਪ੍ਰਾਣੀ, ਵੀ ਦੋ ਕਰਮ ਹੈ, ਵੀ ਜਾਂ ਤਾਂ ਚੰਗੇ ਹੈ ਪੁੰਨ ਤੇ ਜਾਂ ਪਾਪ ਹੈ। ਸੰਸਾਰ ਵਿੱਚ ਪ੍ਰਾਣਾ ਧਾਰੀ ਜੀਵ ਦੋ ਤਰ੍ਹਾਂ ਦੇ ਕਰਮ ਕਰਦੇ, ਜਾਂ ਪਾਪ ਕਰਦੇ ਜਾਂ ਪੁੰਨ ਕਰਦੇ ਹੈ। ਇਹ ਗੱਲ ਸਭ ਸੰਸਾਰ ਜਾਣਦਾ ਹੈ। ਧਰਮ ਰਾਏ ਕੇ ਢਿਗ ਸਭ ਕੋਏ। ਤੇ ਸੁਣਿਆ ਵੀ ਸਾਰੇ ਜਿਹੜੇ ਪਾਪ ਤੇ ਪੁੰਨ ਕਰਨ ਵਾਲੇ ਪ੍ਰਾਣੀ ਹੈ ਨਾ, ਚਾਹੇ ਕੋਈ ਪਾਪ ਕਰਦਾ ਹੈ ਚਾਹੇ ਪੁੰਨ ਕਰਦਾ ਹੈ, ਸਾਰੇ ਹੀ ਧਰਮ ਰਾਜੇ ਦੇ ਪਾਸ ਜਾਂਦੇ ਆ। ਪਾਪ ਪੁੰਨ ਕੋ ਲੇਖਾ ਹੋਏ। ਤੇ ਉੱਥੇ ਹੀ ਪਾਪ ਤੇ ਪੁੰਨ ਦਾ ਲੇਖਾ ਹੁੰਦਾ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਹੀ। ਉਸ ਧਰਮ ਰਾਏ ਕੋਲ ਪਾਪਾਂ ਪੁੰਨਾਂ ਦਾ ਜਦੋਂ ਲੇਖਾ ਹੁੰਦਾ ਹੈ। ਫਲ ਦੁਨ ਹਨ ਕੇ ਨਿਆਰੇ ਨਿਆਰੇ। ਤੇ ਸਾਡਾ ਇਹ ਸਵਾਲ ਹੈ ਮਹਾਰਾਜ ਵੀ ਪਾਪ ਤੇ ਪੁੰਨ ਜਿਹੜੇ ਪ੍ਰਾਣੀ ਕਰਦਾ ਹੈ, ਇਹਦਾ ਜਿਹੜਾ ਫਲ ਮਿਲਦਾ ਉਹ ਕੀ ਪ੍ਰਾਣੀ ਨੂੰ ਵੱਖਰਾ ਵੱਖਰਾ ਕਰਕੇ ਮਿਲਦਾ, ਵੀ ਪਾਪਾਂ ਦਾ ਅੱਡ ਮਿਲਦਾ ਤੇ ਪੁੰਨਾਂ ਦਾ ਅੱਡ ਮਿਲਦਾ ਹੈ। ਕਿਦਹਾਂ ਸ਼ੇਖ ਰਹਿੰਦੇ ਫਲ ਬਿਆਰੇ। ਤੇ ਜਾਂ ਧਰਮ ਰਾਇਆ ਜਿਹੜਾ ਉਹ ਜਦੋਂ ਪਾਪ ਤੇ ਪੁੰਨ ਨੂੰ ਮਿਲਾ ਲੈਂਦਾ ਹੈ, ਜੇ ਪੁੰਨ ਵੱਧ ਗਏ ਹੈ ਤੇ ਉਹਦੇ ਵਿੱਚੋਂ ਪਾਪ ਕੀਤੇ ਕੱਟ ਕੇ ਬਚੇ ਪੁੰਨਾਂ ਦਾ ਫਲ ਦਿੰਦਾ। ਜੇ ਕਿਸੇ ਨੇ ਪਾਪ ਵੱਧ ਕੀਤੇ ਹੈ ਤੇ ਪੁੰਨ ਥੋੜ੍ਹੇ ਆ, ਜਿੰਨੇ ਕੁ ਪੁੰਨ ਕੀਤੇ ਉਹਨੇ ਪਾਪ ਘਟਾ ਕੇ ਤੇ ਵਧੇ ਪਾਪਾਂ ਦਾ ਫਲ ਦਿੰਦਾ। ਵੀ ਇਹ ਸਵਾਲ ਹੈ ਮਹਾਰਾਜ ਸਾਡਾ ਵੀ ਜਿਹੜਾ ਧਰਮ ਰਾਇਆ ਉਹ ਪਾਪਾਂ ਦਾ ਫਲ ਦੇਈ ਜਾਂਦਾ ਹੈ, ਫਿਰ ਪੁੰਨਾਂ ਦਾ ਦੋਹਾਂ ਦਾ ਫਲ ਇਸ ਤਰ੍ਹਾਂ ਦਿੰਦਾ ਵੱਖਰਾ ਵੱਖਰਾ। ਜਿਹੜਾ ਸੰਸਾਰ ਤੇ ਕੋਈ ਸੁੱਖ ਦੁੱਖ ਮਿਲਦਾ ਹੈ ਪਿਛਲੇ ਕੀਤੇ ਕਰਮਾਂ ਦਾ, ਉਹ ਧਰਮ ਰਾਇਆ ਪਾਪਾਂ ਦਾ ਅੱਡ ਦਿੰਦਾ ਹੈ ਤੇ ਪੁੰਨਾਂ ਦਾ ਅੱਡ ਦਿੰਦਾ ਹੈ। ਜਾਂ ਫਿਰ ਮਹਾਰਾਜ ਜਿਹੜੇ ਪਾਪ ਪੁੰਨ ਉਹਨਾਂ ਦਾ ਵਿੱਚੋਂ ਕਟੌਤੀ ਕਰਕੇ ਦਿੱਤਾ ਜਾਂਦਾ, ਵੀ ਜੇ ਪਾਪ ਵੱਧਦਾ ਹੈ ਤੇ ਜਿੰਨੇ ਪੁੰਨ ਉਹ ਕੱਟ ਕੇ ਵਧੇ ਪਾਪਾਂ ਦਾ ਫਲ ਦੇ ਦਿੰਦਾ। ਕਟੌਤੀ ਕਰਕੇ ਮਿਲਦਾ ਹੈ ਕਿ ਵੱਖਰਾ ਵੱਖਰਾ ਮਿਲਦਾ। ਇਹ ਦੋ ਸਾਡੇ ਮਨ ਵਿੱਚ ਭਰਮ ਹਨ। ਸ਼੍ਰੀ ਅਰਜਨ ਸੁਣ ਬਾਕ ਬਖਾਨੇ। ਉਹ ਗਰੀਬ ਨਵਾਜ ਮਹਾਰਾਜ ਜੀ ਆਏ ਪਾਵਨ ਪਵਿੱਤਰ ਜਿਹੜਾ ਉਪਦੇਸ਼ ਮੁਖੋਂ ਆਖਿਆ, ਇਹਨਾਂ ਦਾ ਸੰਸਾ ਸੁਣ ਕਰਕੇ ਚਾਰ ਪ੍ਰਕਾਰਨ ਕੇ ਸਿੱਖ ਜਾਣੇ। ਮਹਾਰਾਜ ਕਹਿੰਦੇ ਜਾਣੋ ਭਾਈ ਵੀ ਚਾਰ ਪ੍ਰਕਾਰ ਦੇ ਸਿੱਖ ਜਿਹੜੇ ਆ ਨਾ ਸੰਸਾਰ ਤੇ ਮੰਨੀ ਦੇ ਆ। ਇੱਕ ਸਹਿ ਕਾਮ ਕਰਤ ਕੇ ਕਰਮ ਕੇ ਕਰਤਾ। ਇੱਕ ਤਾਂ ਸਹਿ ਕਾਮ, ਵੀ ਜਿੰਨੇ ਕਰਮ ਕਰਦੇ ਆ, ਜਿਵੇਂ ਕੋਈ ਪੁੰਨ ਵੀ ਕਰੇ ਪਾਪ ਕਰੇ, ਉਹ ਕਾਮਨਾ ਰੱਖ ਕੇ ਕੋਈ ਕਰਮ ਕਰਦੇ ਆ। ਬੇਅ ਨਿਸ਼ਕਾਮ ਕਰਮ ਕੋ ਧਰਤਾ। ਤੇ ਬੀਏ ਕਹੀਏ ਦੂਜੇ ਜਿਹੜੇ ਆ ਦਰਜੇ ਦੇ ਉਹ ਸਿੱਖ ਹੈ ਜਿਹੜੇ ਨਿਸ਼ਕਾਮ ਕਰਮ ਕਰਦੇ ਆ, ਵੀ ਕੋਈ ਵੀ ਕਰਮ ਕਰਦੇ ਉਹਦੀ ਕਾਮਨਾ ਇੱਛਾ ਨਹੀਂ ਰੱਖਦੇ ਵੀ ਮੈਨੂੰ ਆਹ ਮਿਲ ਜਾਵੇ, ਇਸ ਤੋਂ ਮੈਨੂੰ ਆਹ ਪ੍ਰਾਪਤੀ ਹੋਵੇ। ਇਹ ਦੂਸਰੇ ਦਰਜੇ ਦੇ ਇੱਕ ਸਿੱਖ ਹੈ, ਵੀ ਇੱਕ ਤਾਂ ਕਾਮਨਾ ਰੱਖ ਕੇ ਕੁਝ ਕਰਦੇ ਆ, ਸੇਵਾ ਕਰਨ ਚਾਹੇ ਪੁੰਨ ਤੇ ਚਾਹੇ ਪਾਪ, ਪਰ ਇੱਛਾ ਰੱਖ ਕੇ ਕਰਦੇ। ਕਈ ਜਿਹੜੇ ਵਾ ਕੋਈ ਕਰਮ ਕਰਦੇ ਉਹਦੇ ਪਿੱਛੇ ਕੋਈ ਇੱਛਾ ਨਹੀਂ ਰੱਖਦੇ ਹਨ। ਕਰ ਉਪਾਸਨਾ ਤ੍ਰਿਤੀ ਪਛਾਨੋ। ਤੇ ਤੀਜੇ ਪਛਾਨੋ ਵੀ ਜਿਹੜੇ ਪਰਮੇਸ਼ਰ ਦੀ ਸਦਾ ਉਪਾਸਨਾ ਪ੍ਰੇਮਾ ਭਗਤੀ ਕਰਦੇ ਰਹਿੰਦੇ ਆ। ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ। ਤੇ ਚੌਥੇ ਉੱਤਮ ਜਿਹੜੇ ਸਿੱਖ ਉਹ ਬ੍ਰਹਮ ਗਿਆਨੀ ਹੈ, ਜਿਹੜੇ ਕੋ ਬ੍ਰਹਮ ਬੇਤੇ ਬ੍ਰਹਮ ਗਿਆਨੀ ਸਿੱਖ। ਇਹ ਚਾਰ ਤਰ੍ਹਾਂ ਦੇ ਜਾਣਨੇ ਕਰੋ ਜੀ। ਤੁਮ ਚਾਰਣ ਮੈਂ ਬੂਝਾ ਕਾਨ। ਤੇ ਹੁਣ ਤੁਸੀਂ ਦੱਸੋ ਵੀ ਤੁਸੀਂ ਇਹ ਚਾਰ ਤਰ੍ਹਾਂ ਦੇ ਸਿੱਖ ਹੈ ਤੇ ਇਹ ਜਿਵੇਂ ਕਰਮ ਕਰਦੇ, ਇਹਨਾਂ ਚੋਂ ਕਿਸ ਸਿੱਖ ਦੇ ਕਰਮਾਂ ਦੇ ਬਾਬਤ ਤੁਸੀਂ ਸਵਾਲ ਕੀਤਾ ਹੈ? ਕਰ ਹੈ ਸੁਨਾਵਣ ਜਸ ਗਤ ਤਾਨ। ਵੀ ਜਿਹੋ ਜਿਹਾ ਹੁਣ ਤੁਸੀਂ ਚਾਹੁੰਦਾ ਪੁੱਛੋ, ਵੀ ਕਰਮ ਤਾਂ ਠੀਕ ਹੈ ਪਰ ਮਾਰੇ ਕਹਿੰਦੇ ਇਸ ਤਰ੍ਹਾਂ ਚਾਰ ਤਰ੍ਹਾਂ ਦੇ ਸਿੱਖ ਜਿਹੜੇ ਕਰਮ ਕਰਦੇ ਆ। ਚਾਰ ਤਰ੍ਹਾਂ ਦੇ ਸਿੱਖ ਹੁੰਦੇ, ਉਹਨਾਂ ਦੇ ਕਰਮ ਕਰਨ ਦਾ ਤਰੀਕਾ ਵੱਖੋ ਵੱਖਰਾ। ਇੱਕ ਤਾਂ ਨਿਸ਼ਕਾਮੀ, ਇੱਕ ਸਕਾਮੀ, ਇੱਕ ਉਪਾਸਨਾ ਕਰਦੇ ਆ ਪਰਮੇਸ਼ਰ ਦੀ। ਉਪਾਸਨਾ ਵੀ ਇੱਕ ਕਰਮ ਹੈ ਨਾ, ਬ੍ਰਹਮ ਦਾ ਗਿਆਨ ਵੀ ਕਰਮ ਹੈ। ਤੋ ਇਹ ਦੱਸੋ ਵੀ ਤੁਹਾਨੂੰ ਕਿਵੇਂ, ਵੀ ਕਿਸ ਬਾਬਤ ਤੁਸੀਂ ਸ਼ੰਕਾ ਕੀਤਾ, ਕਿਹਦੀ ਹਾਲਤ ਤੁਹਾਨੂੰ ਦੱਸੀਏ?
ਸਕਾਮੀ ਦੀ ਦਸੀਏ, ਨਿਸ਼ਕਾਮੀ ਦੀ, ਉਪਾਸ਼ਨਾ ਵਾਲੇ ਦੀ ਕਿ ਬ੍ਰਹਮ ਗਿਆਨੀ ਦੀ? ਪੁੱਛੋ ਮਹਾਰਾਜ ਕਹਿੰਦੇ ਜਿਵੇਂ ਹੁਣ ਪੁੱਛੋਗੇ ਨਾ ਚੌਂ ਬਾਰੇ, ਜਿਹਦੇ ਬਾਰੇ ਅਸੀਂ ਦੱਸਣਾ ਕਰਾਂਗੇ। ਸੁਣ ਸਿੱਖਣ ਭਾਖਿਓ ਜੇ ਚਾਰਹਾਂ। ਇਹ ਜਿਹੜੇ ਸਿੱਖ ਸੀ ਇਹਨਾਂ ਨੇ ਸੁਣਿਆ ਮਹਾਰਾਜ ਤੋਂ ਤੇ ਫਿਰ ਕਹਿਣ ਲੱਗੇ ਪਾਤਸ਼ਾਹ ਜਿਹੜੇ ਇਹ ਤੁਸੀਂ 4 ਸਿੱਖ ਦੱਸੇ ਹਨ, ਜਿਮ ਬਿਰਤਾਂਤ ਹੋਏ ਤਥਾ ਉਚਾਰਹ। ਮਹਾਰਾਜ ਚੌਂ ਬਾਰੇ ਹੀ ਦੱਸੋ। ਜਿਵੇਂ ਵੀ ਵਰਤਾਂਤ ਹੁੰਦਾ ਸਾਰਾ ਕਰਮਾਂ ਦਾ ਉਹ ਆਪ ਜੀ ਸੁਣਾਉਣਾ ਕਰੋ ਜੀ। ਗੁਰੂ ਕਹਿਣ ਲਾਗੇ ਤਿਸ ਕਾਲ। ਤੋ ਫਿਰ ਸੱਚੇ ਪਾਤਸ਼ਾਹ ਹਜ਼ੂਰ ਇਹਨਾਂ ਨੂੰ ਕਹਿਣ ਲੱਗੇ ਆ। ਜਿਮ ਇੱਕ ਹੋਤ ਮਹਾ ਮਹਿਪਾਲ। ਮਹਾਰਾਜ ਕਹਿੰਦੇ ਸੁਣੋ ਭਾਈ, ਜਿਵੇਂ ਕੋਈ ਇੱਕ ਬੜਾ ਭਾਰੀ ਮਹਾਰਾਜਾ ਬਾਦਸ਼ਾਹ ਪਾਤਸ਼ਾਹ ਹੁੰਦਾ ਹੈ, 4 ਪ੍ਰਕਾਰ ਪ੍ਰਜਾ ਤਿਸ ਕੇਰੀ। ਉਹਦੇ ਥੱਲੇ ਨਾ 4 ਪ੍ਰਕਾਰ ਦੀ ਮਹਾਰਾਜ ਕਹਿੰਦੇ ਪ੍ਰਜਾ ਜਿਹੜੀ 4 ਤਰ੍ਹਾਂ ਦੇ ਲੋਕ ਵਸਦੇ ਹੁੰਦੇ ਆ। ਇੱਕ ਤਾਂ ਖੇਤੀ ਕਰਹਿ ਕਨੇਰੀ। ਇੱਕ ਉਹ ਹੁੰਦੇ ਆ ਜਿਹੜੀ ਬੜੀ ਖੇਤੀਬਾੜੀ ਦਾ ਕਾਰਜ ਕਰਦੇ ਆ, ਤੋ ਫਸਲਾਂ ਉਗਾਉਂਦੇ ਬੀਜਦੇ ਖੇਤੀਬਾੜੀ ਕਰਦੇ ਆ। ਨਰਿਪ ਕੋ ਨਰ ਤਿਨ ਉਪਰ ਰਹੈ। ਖੇਤੀ ਉਹ ਕਰਦੇ ਆ ਪਰ ਰਾਜੇ ਦਾ ਜਿਹੜਾ ਮਨੁੱਖ ਹੁੰਦਾ ਕੋਈ ਸੈਨਿਕ ਪਹਿਰੇਦਾਰ ਉਹਨਾਂ ਦੇ ਉੱਤੇ ਸਦਾ ਖੜਾ ਰਹਿੰਦਾ ਵੀ ਉਹ ਆਪ ਖੜ ਕੇ ਉਹਨਾਂ ਤੋਂ ਸਭ ਕੁਝ ਕਰਵਾਉਂਦਾ ਹੈ। ਕਰਹਿ ਭਾਵਲੀ ਅਨ ਜੇਲਹਿ। ਤੇ ਜਦੋਂ ਫਸਲ ਪੱਕ ਜਾਂਦੀ ਬੋੜ ਲੱਗ ਜਾਂਦਾ ਹੈ ਨਾ ਤੇ ਅੰਨ ਭਾਵਲੀ ਕਹੀਏ ਵੰਡ ਲੈਂਦਾ ਵੀ ਰਾਜੇ ਦਾ ਜਿੰਨਾ ਅੰਨ ਹੋ ਗਿਆ ਨਾ ਉਹ ਜ਼ਮੀਨਦਾਰ ਜੱਟ ਨੂੰ, ਉਹ ਕਿਸਾਨ ਦੇ ਸਾਰੀ ਫਸਲ ਚੋਂ ਜਿੰਨਾ ਮੁੱਕਿਆ ਹੋਇਆ ਉਹ ਰਾਜੇ ਦਾ ਬੰਦਾ ਉਹਨਾਂ ਵੰਡਾ ਕੇ ਆਪਦਾ ਰਾਜੇ ਵਾਸਤੇ ਅੱਡ ਕੱਢ ਲੈਂਦਾ ਲੱਗੇ ਪੱਕੇ ਬੋਲ ਦੇ ਵਿੱਚੋਂ। ਸਦਾ ਮੁਹਸਿਲ ਬੰਟਹਿ ਦਾਨਾ। ਵੀ ਉਹ ਵੰਡਾਵਾ ਹੀ ਜਿਹੜਾ ਉਹ ਸਾਰਾ ਅੰਨ ਵੰਡ ਲੈਂਦਾ ਵੀ ਜਿੰਨਾ ਕੁ ਮੁੱਕਿਆ ਹੁੰਦਾ ਰਾਜੇ ਨਾਲ, ਜਿਹਨੂੰ ਸਾਧ ਸੰਗਤ ਜੀ ਆਪਾਂ ਹਿੱਸਾ ਕਹਿ ਦਿੰਦੇ ਆ। ਹੁਣ ਵੀ ਬੀਜਦੇ ਨਾ ਹਿੱਸੇ ਤੇ ਜ਼ਮੀਨਾਂ, ਵੀ ਜਿੰਨੀ ਕੁ ਫਸਲ ਹੋ ਗਈ ਉਹਦਾ 5ਵਾਂ ਹਿੱਸਾ ਜਾਂ ਕੋਈ 13ਵਾਂ ਵੀ ਚੱਲਦਾ ਰਿਹਾ, 5ਵਾਂ ਚੌਥਾ ਜਿਵੇਂ ਵੀ ਹੈ, ਵੀ ਉਹ ਚੌਥਾ ਹਿੱਸਾ ਜਿੰਨਾ ਉਹ ਰਾਜੇ ਨੇ ਲੈ ਲੈਣਾ। ਕਈ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਇੱਕ ਤਾਂ ਇਸ ਤਰ੍ਹਾਂ ਦੀ ਪ੍ਰਜਾ ਰਾਜੇ ਦੇ ਹੇਠਾਂ ਹੁੰਦੀ ਹੈ। ਜੇ ਖਿਆਨਤ ਕੋ ਕਰੈ ਅਜਾਨਾ। ਤੇ ਜੇ ਕੋਈ ਅਣਜਾਣ ਫਸਲ ਪੱਕੀ ਤੋਂ ਨਾ ਰਾਜੇ ਨੂੰ ਦੇਵੇ ਉਹਦਾ ਹਿੱਸਾ, ਉਹਦੇ ਵਿੱਚ ਖਿਆਨਤ ਪਾਵੇ, ਵਿਘਨ ਪਾਉਂਦਾ ਹੈ, ਦੰਡ ਦੇਹ ਰਾਖੈ ਚੁਕਸਾਈ। ਤੇ ਉਹਨੂੰ ਦੰਡ ਦਿੱਤਾ ਜਾਂਦਾ, ਉਹਨੂੰ ਕੁੱਟਿਆ ਮਾਰਿਆ ਸਜ਼ਾ ਦਿੱਤੀ ਜਾਂਦੀ ਹੈ। ਜਿਹੜਾ ਕੋਈ ਵੰਡਾਵਾ ਹੁੰਦਾ ਰਾਜੇ ਦਾ ਉਹ ਪੂਰੀ ਚੁਕਸਾਈ ਰੱਖਦਾ ਤੇ ਸਮਾਂ ਆਉਣ 'ਤੇ ਫਸਲ ਪੱਕਣ 'ਤੇ ਨਾ ਲੱਗੇ ਬੋਲ ਦੇ ਵਿੱਚੋਂ ਆਪਦਾ ਹਿੱਸਾ ਰਾਜੇ ਦਾ ਉਹ ਵੰਡਾ ਲੈਂਦਾ ਹੈ। ਹੋਇਓ ਅੰਨ ਸਭ ਲੇਹ ਬੰਟਾਈ। ਪੱਕੀ ਪਕਾਈ ਫਸਲ ਦੇ ਵਿੱਚੋਂ ਆਪਦੇ ਹਿੱਸੇ ਦਾ ਅੰਨ ਵੰਡਾ ਲੈਂਦਾ ਹੈ। ਦੁਤੀਏ ਪਟਾਲ ਖਾਏ ਚੁਕਾਵੇ। ਤੋ ਮਹਾਰਾਜ ਕਹਿੰਦੇ ਇੱਕ ਤਾਂ ਇਹ ਹੈ। ਦੂਜੀ ਪ੍ਰਜਾ ਇਹ ਹੁੰਦੇ, ਦੂਜੇ ਤਰ੍ਹਾਂ ਦੇ ਰਾਜੇ ਹੇਠਾਂ ਲੋਕ ਜਿਹੜੇ ਵਸਦੇ ਆ ਉਹ ਹੁੰਦੇ ਜਿਨ੍ਹਾਂ ਨੇ ਪਟਾ ਲਿਖਾਇਆ ਹੁੰਦਾ, ਪੱਕੀ ਲਿਖਤ ਪੜਤ ਰਾਜੇ ਨਾਲ ਕੀਤੀ ਹੁੰਦੀ ਹੈ। ਖਸ਼ਟ ਮਾਸ ਮਹੰਜੇ ਪੋ ਨਰ ਜਾਵੇ। ਵੀ ਜਿਹਨੂੰ ਸਾਧ ਸੰਗੀ ਆਪਾਂ ਠੇਕਾ ਕਹਿ ਦਿੰਦੇ, ਵੀ ਜ਼ਮੀਨ ਦਾ ਠੇਕਾ ਭਰ ਦਿੱਤਾ ਤੇ ਮੁੜ ਕੇ ਉਹ 6 ਮਹੀਨੇ ਮਾਲਕੀ ਜਿੰਨੀ ਫਸਲ ਹੋ ਗਈ ਉਹਦੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿੰਨਾ ਪਟਾ ਲਿਖਾਇਆ ਹੁੰਦਾ 6 ਮਹੀਨੇ ਬਾਅਦ ਰਾਜੇ ਦਾ ਜਿਹੜਾ ਭੇਜਿਆ ਮਨੁੱਖ ਉੱਥੇ ਜੱਟ ਦੇ ਕੋਲ ਪਹੁੰਚਦਾ ਹੈ। ਕਰਿਓ ਜੋ ਹੋਤ ਦੇਤ ਤਿਸ ਤਾਈ। ਤੇ ਪੱਕੀ ਫਸਲ ਵੇਚ ਕੇ ਜਿੰਨਾ ਕੁ ਠੇਕਾ ਜਾਂ ਪਟਾ ਮੁੱਕਿਆ ਹੁੰਦਾ ਉਹ ਰਾਜੇ ਦੇ ਮਨੁੱਖ ਨੂੰ ਰਾਜੇ ਦੇ ਪਾਸ ਦੇਣ ਵਾਸਤੇ ਭੇਜ ਦਿੰਦਾ, ਜਾਂ ਉਨੀ ਜਿੰਨਾ ਮੁੱਕਿਆ ਠੇਕਾ ਉਹ ਪੈਸੇ ਤਲੀ 'ਤੇ ਰੱਖ ਦਿੰਦਾ ਜਾਂ ਫਸਲ ਰੱਖ ਦਿੰਦਾ ਹੈ। ਤੇ ਹੋਰ ਕਿਸੇ ਤਰ੍ਹਾਂ ਦੀ ਜਿਹੜੀ ਚਿੰਤਾ ਹੈ ਉਹਦੇ ਮਨ ਵਿੱਚ ਨਹੀਂ ਹੁੰਦੀ, ਕਿਉਂਕਿ ਗੱਲ ਮੁੱਕੀ ਹੋਈ ਵੀ ਇੰਨੇ ਹੀ ਪੈਸੇ ਦੇਣੇ ਮੈਂ ਛਮਾਈ ਦੇ, ਤੇ ਜਿੰਨੀ ਫਸਲ ਹੋ ਗਈ ਉਸੇ ਦੀ ਹੈ। ਉੱਕਾ ਪੁੱਕਾ ਉਹ ਜਿਹੜਾ ਮਾਮਲਾ ਦੇ ਦਿੰਦਾ ਹੈ। ਤ੍ਰਿਤੀਏ ਨਰ ਸੌਗਾਤੀ ਜਾਨ। ਤੇ ਤੀਜੇ ਮਨੁੱਖ ਜਿਹੜੇ ਸੁਗਾਤੀ ਹੁੰਦੇ ਆ, ਵੀ ਜਿਹੜੇ ਕੋਈ ਰਾਜੇ ਨੂੰ ਸਗਾਤ ਦੇ ਦਿੱਤੀ, ਕੋਈ ਘੋੜਾ ਦੇ ਤਾ, ਕੋਈ ਹਾਥੀ, ਕੋਈ ਮੱਝ ਦੇ ਦਿੱਤੀ, ਕੋਈ ਬੇਸ਼ਕੀਮਤੀ ਕੱਪੜੇ ਹਾਰ ਦੇ ਕੇ ਰਾਜੇ ਦੀ ਖੁਸ਼ੀ ਲੈਂਦੇ ਆ। ਨਿਰਪ ਕੀ ਹੱਦ ਪਰ ਬਾਸਾ ਥਾਨ। ਤੇ ਰਾਜੇ ਦੀ ਹੱਦ ਤੇ ਫਿਰ ਵਾਸਾ ਕਰ ਲੈਂਦੇ। ਰਾਜਾ ਜਿਹੜਾ ਹੁੰਦਾ ਉਹ ਫਿਰ ਉਹਨਾਂ ਨੂੰ 2 4 5 ਪਿੰਡਾਂ ਦੀ ਚੌਧਰ ਦੇ ਦਿੰਦਾ ਹੈ। ਬਾਜੀ ਬਾਜ ਆਦ ਸੌਗਾਤ। ਉਹ ਸੁਗਾਤਾਂ ਦਿੰਦੇ ਹੀ ਰਹਿੰਦੇ ਆ। ਕੋਈ ਘੋੜਾ ਕਦੇ ਦੇ ਆਏ ਰਾਜੇ ਨੂੰ, ਕਦੇ ਬਾਜ ਦੇ ਆਏ, ਕਦੇ ਹਾਥੀ ਆਦਿਕ,
ਤੇ ਸੋਹਣੇ ਪੁਸ਼ਾਕੇ ਗਹਿਣੇ ਹੀਰੇ ਆਦਿਕ ਸੋਨਾ ਦਿੰਦੇ ਰਹਿੰਦੇ ਐ। ਭੇਜਹਿ ਨਿਰਪਟਿਗ ਨਿਤ ਹਰ ਖਾਤ। ਤੇ ਬੜੇ ਖੁਸ਼ੀ ਭੇਜਦੇ ਐ ਤੇ ਰਾਜਾ ਉਹਨਾਂ ਤੇ ਬੜਾ ਪ੍ਰਸੰਨ ਖੁਸ਼ ਰਹਿੰਦਾ ਹੈ। ਬਾਹ ਗ੍ਰਾਮਣ ਕੇ ਰਾਜ ਕਰਨ ਤੇ ਕਾਫੀ 5 10 15 ਪਿੰਡਾਂ ਤੇ ਉਹ ਲੋਕ ਰਾਜ ਕਰਦੇ ਹਨ। ਦਰਬ ਲੇਹ ਸਭ ਸੁਖ ਭੋਗੰਤੇ। ਤੇ ਉਹਨਾਂ 10 12 ਪਿੰਡਾਂ ਤੋਂ ਆਪ ਪੈਸਾ ਲੈਂਦੇ ਰਾਜੇ। ਕਿੱਥੇ ਰਾਜੇ ਨੇ ਲੈਣਾ ਸੀ, ਰਾਜੇ ਨੂੰ ਕੁਛ ਸੁਗਾਤਾਂ ਦੇ ਦੇ ਕੇ ਖੁਸ਼ ਕਰ ਲੈਂਦੇ ਆ। ਤੇ 10 15 20 ਜਿੰਨੇ ਕੁ ਪਿੰਡ ਰਾਜਾ ਦੇ ਦਿੰਦਾ ਉਹਦਾ ਸਾਰਾ ਮਾਮਲਾ ਆਪ ਉਗਰਾਉਂਦੇ ਆ, ਪੈਸੇ ਲੈ ਲੈਂਦੇ ਆ। ਚੌਥੇ ਮਾਫੀ ਕੇਤਕ ਹੋਏ। ਤੇ ਮਹਾਰਾਜ ਕਹਿੰਦੇ ਕਿ ਚੌਥੇ ਹੁੰਦੇ ਆ ਮਨੁੱਖ ਰਾਜੇ ਦੀ ਪ੍ਰਜਾ ਜਿਨ੍ਹਾਂ ਨੂੰ ਸਭ ਕੁਝ ਮਾਫ ਕੀਤਾ ਹੁੰਦਾ, ਵੀ ਕੁਝ ਮਾਫੀਆਂ ਦਿੱਤੀਆਂ ਹੁੰਦੀਆਂ ਰਾਜੇ ਵੱਲੋਂ। ਆਪਣੋ ਰਾਜ ਕਰਤ ਹੈ ਸੋਏ। ਤੇ ਉਹ ਆਪ ਹੀ ਰਾਜ ਕਰਦੇ ਹੁੰਦੇ, ਉਹਨਾਂ ਨੂੰ ਕੋਈ ਨਾ ਕੋਈ ਵੱਡਾ ਖਿੱਤਾ ਜਿਹੜਾ ਕੋਈ ਜਗੀਰ ਭਾਰੀ ਦਿੱਤੀ ਹੁੰਦੀ ਰਾਜੇ ਨੇ। ਰਿਪ ਕੇ ਸੰਗ ਚੜ੍ਹੈ ਜਹ ਜਾਏ। ਤੇ ਉਹਨਾਂ ਥੋੜੀ ਬਹੁਤੀ ਫੌਜ ਵੀ ਰੱਖੀ ਹੁੰਦੀ ਹੈ। ਤੇ ਜਦੋਂ ਰਾਜਾ ਜੰਗ ਤੇ ਚੜ੍ਹਦਾ ਫਿਰ ਇਹਨਾਂ ਨੂੰ ਨਾਲ ਜਾਣਾ ਪੈਂਦਾ। ਜੰਗ ਤੇ ਚੜ੍ਹੇ ਹੋਏ ਰਾਜੇ ਦੇ ਨਾਲ ਵੀ ਜਾਂਦੇ ਹਨ। ਸਭ ਪਰ ਆਪਣੋ ਹੁਕਮ ਚਲਾਏ। ਤੇ ਸਾਰਿਆਂ ਦੇ ਉੱਪਰ ਆਪਦਾ ਹੁਕਮ ਚਲਾਉਂਦੇ ਆ। ਲਾਗੇ ਲਾਗੇ ਪਿੰਡਾਂ ਵਿੱਚ ਬੜੀ ਚੌਧਰ ਹੁੰਦੀ ਹੈ। ਖਾਣਾ ਅਰਦਾਣਾ ਹੋਏ ਜੋਏ। ਤੇ ਜਿਹੜਾ ਖਾਣ ਵਾਸਤੇ ਅੰਨ ਆਉਂਦਾ ਉਹਨਾਂ ਦੇ ਘਰਾਂ ਦਾ, ਤੇ ਜਿਹੜਾ ਪਹਿਨਣ ਵਾਸਤੇ ਕੱਪੜਾ ਜਾਂ ਘੋੜਿਆਂ ਦਾ ਜੋ ਵੀ ਦਾਣਾ ਬਸਤਰ ਹੁੰਦਾ ਹੈ, ਲੇਤੇ ਮਹਿ ਪਾਲਕ ਤੇ ਸੋਏ। ਉਹ ਸਾਰਾ ਕੁਝ ਰਾਜੇ ਤੋਂ ਹੀ ਲਿਆਉਂਦੇ। ਰਾਜੇ ਦੇ ਖਜ਼ਾਨੇ ਚੋਂ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾਂਦਾ ਹੈ। ਲਖਹਾ ਪ੍ਰਜਾ ਪ੍ਰਭ ਕੀ ਇਮਚਾਰ। ਤੋ ਮਹਾਰਾਜ ਕਹਿੰਦੇ ਭਾਈ ਇਸ ਜਿਵੇਂ ਰਾਜੇ ਸੰਸਾਰੀ ਰਾਜੇ ਦੀਆਂ 4 ਤਰ੍ਹਾਂ ਦੀਆਂ ਪ੍ਰਜਾ ਹੁੰਦੀਆਂ ਨੇ, ਇਸ ਤਰ੍ਹਾਂ ਜਾਣੋ ਉਸ ਅਕਾਲ ਪੁਰਖ ਪਾਤਸ਼ਾਹ ਦੀ ਵੀ 4 ਤਰ੍ਹਾਂ ਦੀ ਪ੍ਰਜਾ ਹੈ। ਇਕ ਤਾਂ ਸਹਿਕਾਮੀ ਬ੍ਰਿਤ ਧਾਰ। ਇੱਕ ਤਾਂ ਉਹ ਹੈ ਜਿਹੜੇ ਸਹਿਤ ਕਾਮਨਾ ਦੇ ਬਿਰਤੀ ਧਾਰ ਕੇ ਰੱਖਦੇ, ਵੀ ਕੋਈ ਵੀ ਕੰਮ ਕਰਦੇ ਹੈ ਉਹ ਕਾਮਨਾ ਸਹਿਤ ਕਰਦੇ, ਵੀ ਮੈਂ ਪਾਠ ਕਰਾਂ, ਮੈਂ ਪੂਜਾ ਕਰਾਂ, ਮੈਂ ਸੇਵਾ ਕਰਾਂ, ਤੇ ਇਹਦੇ ਇਵਜ ਵਜੋਂ ਮਹਾਰਾਜ ਮੈਨੂੰ ਆਹ ਕੁਝ ਚਾਹੀਦਾ। ਉਹ ਜੋ ਕਰਮ ਵੀ ਕਰਦੇ, ਚਾਹੇ ਪੁੰਨ ਕਰਦੇ ਆ, ਚਾਹੇ ਕੋਈ ਸੇਵਾ ਸਿਮਰਨ ਕਰਦੇ ਆ, ਉਹ ਸਾਰੇ ਸੇਵਾ ਸਿਮਰਨ ਕੀਤੇ ਹੋਏ ਪੁੰਨ ਦੇ ਬਦਲੇ ਕੁਝ ਨਾ ਕੁਝ ਇੱਛਾ ਰੱਖਦੇ ਆ। ਕਾਮ ਰੋ ਕ੍ਰੋਧ ਕਰ ਕਹ ਲਾਗੇ। ਕੂਰ ਕਹੋ ਲਾਗੇ, ਕਾਮ ਕ੍ਰੋਧ ਤੇ ਇਸ ਤਰ੍ਹਾਂ ਕੂਰ ਝੂਠ ਦੇ ਵਾਲੇ ਪਾਸੇ ਲੱਗੇ ਰਹਿੰਦੇ ਆ। ਵੀ ਜੋ ਕੰਮ ਕਰਦੇ ਉਹਦੇ ਪਿੱਛੇ ਕੋਈ ਨਾ ਕੋਈ ਇੱਛਾ ਹੁੰਦੀ ਆ। ਜੇ ਪਾਪ ਕਰਨਾ ਤੇ ਉਹਦੇ ਪਿੱਛੇ ਵੀ ਚਲੋ ਮੇਰੇ ਬੱਚੇ ਸੁੱਖ ਰੋਟੀ ਖਾਣਗੇ, ਠੱਗੀਆਂ ਠੋਰੀਆਂ ਮਾਰਦੇ ਆ। ਕਾਮਨਾ ਰੱਖ ਕੇ ਮਨ ਵਿੱਚ ਮਹਾਰਾਜ ਕਹਿੰਦੇ ਕਾਮ ਕ੍ਰੋਧ ਹੋਰ ਜਿਹੜੇ ਕੋਈ ਝੂਠ ਵਿਸ਼ੇ ਵਿਕਾਰ ਉਹਨਾਂ ਵਿੱਚ ਲੱਗੇ ਰਹਿੰਦੇ ਆ। ਨਹਿ ਕਬਹੂ ਹਰ ਕੇ ਰਸ ਪਾਗੇ। ਇਹੋ ਜਿਹੇ ਲੋਕ ਕਦੇ ਪਰਮੇਸ਼ਰ ਦੇ ਰਸ ਵਿੱਚ ਪ੍ਰੇਮਾ ਭਗਤੀ ਵਿੱਚ ਨਹੀਂ ਰੰਗੇ ਜਾਂਦੇ। ਤੀਰਥ ਦਾਨ ਬ੍ਰਤ ਜੇ ਕਰਹੀ। ਤੇ ਤੀਰਥ ਵੀ ਕਰਦੇ ਆ, ਦਾਨ ਵੀ ਦਿੰਦੇ ਆ, ਕੁਝ ਵਰਤ ਆਦਿਕ ਜਿਹੜੇ ਸੰਜਮ ਕੋਈ ਨਿਯਮ ਵੀ ਕਰਦੇ ਹਨ। ਫਲ ਹੋਏ ਅਮੁਕ ਕਾਮਨਾ ਧਰਹੀ। ਤੇ ਉਹ ਲੋਕ ਹੈ ਦੂਜੇ ਦਰਜੇ ਦੇ ਵੀ ਜਿਹੜੇ ਇਹ ਕਾਮਨਾ ਰੱਖਦੇ ਵੀ ਸਾਨੂੰ ਜੋ ਅਸੀਂ ਤੀਰਥ ਕਰੀਏ, ਨਹਾਈਏ, ਦਾਨ ਦਈਏ, ਕੋਈ ਹੋਰ ਵਰਤ ਪੂਜਾ ਪਾਠ ਕਰੀਏ, ਉਹਦਾ ਫਲ ਇਹੋ ਜਿਹਾ ਹੋਵੇ ਵੀ ਮੁੱਕੇ ਹੀ ਨਾ। ਅਮੁੱਕ ਫਲ, ਅਟੁੱਟ ਫਲ ਦੀ ਇੱਛਾ ਰੱਖਦੇ ਸਦਾ ਹੀ। ਤਿਨ ਪਰ ਧਰਮ ਰਾਏ ਕੋ ਡੰਡ। ਮਹਾਰਾਜ ਕਹਿੰਦੇ ਇਹੋ ਜਿਹੇ ਲੋਕਾਂ ਉੱਪਰ ਧਰਮ ਰਾਏ ਦਾ ਡੰਡ ਲੱਗਦਾ। ਫਿਰ ਵੀ ਧਰਮ ਰਾਏ ਜਿਹੜਾ ਇਹੋ ਜਿਹੇ ਲੋਕਾਂ ਦੇ ਫੈਸਲੇ ਫਿਰ ਸੁਣਾਉਂਦਾ ਹੈ। ਨਰਕ ਸਜਾਈ ਲਹੈ ਪ੍ਰਚੰਡ। ਇਹੋ ਜਿਹੇ ਮਨੁੱਖ ਜਿਹੜੇ ਫਿਰ ਨਰਕਾਂ ਦੀ ਸਜ਼ਾ ਲੈਂਦੇ ਆ, ਬੜੀ ਭਾਰੀ ਪ੍ਰਚੰਡ ਤੇਜ ਹੀ। ਪੁੰਨ ਪਾਪ ਫਲ ਭੋਗਹਿ ਨਿਆਰੇ। ਉਹ ਪੁੰਨ ਤੇ ਪਾਪ ਦੋਹਾਂ ਦਾ ਵੱਖਰਾ ਵੱਖਰਾ ਫਲ ਭੋਗਦੇ ਆ। ਜਿਹੜੇ ਇੱਛਾ ਰੱਖ ਕੇ ਕੋਈ ਕਰਮ ਕਰਦੇ ਆ ਨਾ, ਜੇ ਪੂਜਾ ਵੀ ਕਰਨਗੇ ਇੱਛਾ ਰੱਖ ਕੇ ਤੇ ਉਹਦਾ ਫਲ ਵੱਖਰਾ ਮਿਲੇਗਾ। ਤੇ ਜਿੰਨਾ ਵੀ ਉਹਨਾਂ ਨੇ ਕੋਈ ਪਾਪ ਕੀਤੇ ਆ ਇੱਛਾ ਰੱਖ ਕੇ, ਕੋਈ ਝੂਠ ਜਾਂ ਕੋਈ ਕਾਮ ਕ੍ਰੋਧ ਦੇ ਆਦਿਕ ਦੇ ਵਸ ਹੋਏ ਆ, ਮਾਰੇ ਕਹਿੰਦੇ ਧਰਮ ਰਾਏ ਦਾ ਡੰਡ ਉਹਨਾਂ ਦੇ ਵਾਸਤੇ ਐਂ ਬਣਿਆ ਹੋਇਆ ਵੀ ਉਹਨਾਂ ਨੂੰ ਵੱਖਰਾ ਵੱਖਰਾ ਪਾਪਾਂ ਦਾ ਫਲ ਅੱਡ ਮਿਲਦਾ ਹੈ, ਕਟੌਤੀ ਨਹੀਂ ਹੁੰਦੀ, ਤੇ ਪੁੰਨਾਂ ਦਾ ਫਲ ਅੱਡ ਭੋਗਣਾ ਪੈਂਦਾ ਹੈ। ਕਬ ਸੁਖ ਕਬ ਦੁਖ ਲਹੈ ਵਿਚਾਰੈ। ਉਹ ਜਦੋਂ ਫਿਰ ਅਗਲਾ ਜਨਮ ਧਾਰਦੇ ਨਾ ਸੰਸਾਰ, ਤੇ ਫਿਰ ਜਦੋਂ ਤਾਂ ਪਾਪ ਪੁੰਨ ਅੱਗੇ ਆ ਜਾਂਦੇ, ਪੁੰਨ ਉਦੋਂ ਸੁਖੀ ਹੋ ਜਾਂਦੇ ਆ,
ਤੇ ਜਦੋਂ ਪਾਪ ਅੱਗੇ ਆ ਜਾਂਦੇ ਫਿਰ ਉਦੋਂ ਦੁਖੀ ਹੋ ਜਾਂਦੇ ਹਨ। ਏਕੋ ਨਿਸ਼ਕਾਮ ਕਰਮ ਸੁਭ ਕਰਹਿ। ਤੇ ਇੱਕ ਇਹੋ ਜਿਹੇ ਆ ਜਿਹੜੇ ਨਿਸ਼ਕਾਮ ਕਰਮ ਤੇ ਚੰਗੇ ਕਰਮ ਕਰਦੇ ਆ, ਕੋਈ ਇੱਛਾ ਨਹੀਂ ਕਰਦੇ ਹਨ। ਧਰਮ ਕਰਤ ਪ੍ਰਸੰਨਤਾ ਤਰੈ। ਤੇ ਬੜੀ ਖੁਸ਼ੀ ਹਿਰਦੇ ਵਿੱਚ ਧਾਰਦੇ ਹੋਏ ਆਨੰਦ ਦੇ ਨਾਲ ਧਰਮ ਦੀ ਕਿਰਤ ਕਰਦੇ ਆ ਤੇ ਧਰਮ ਦੇ ਕੰਮ ਕਰਦੇ ਆ, ਸਤ ਸੰਤੋਖ ਦਇਆ ਧਰਮ ਦਾਨ ਆਦਿਕ, ਤੇ ਇੱਛਾ ਮਨ ਵਿੱਚ ਕੋਈ ਰੱਖਦੇ ਨਹੀਂ ਹਨ। ਪਾਪ ਅਚਾਨਕ ਜੇ ਹੋਏ ਜਾਏ। ਤੇ ਜੇ ਅਚਨਚੇਤ ਹੀ ਉਹਨਾਂ ਤੋਂ ਕੋਈ ਪਾਪ ਵੀ ਹੋ ਜਾਂਦਾ ਹੈ, ਤਿਨ ਕੋ ਲੇਖਾ ਕਰ ਇਕ ਥਾਏ। ਧਰਮ ਰਾਏ ਉਹਨਾਂ ਦਾ ਲੇਖਾ ਇੱਕ ਥਾਂ ਅੱਡ, ਪਾਪਾਂ ਦਾ ਅੱਡ ਤੇ ਪੁੰਨਾਂ ਦਾ ਅੱਡ ਲਿਖੀ ਜਾਂਦਾ ਹੈ। ਅਘ ਵਿਆੜ ਕਰ ਪੁੰਨ ਜੇ ਛੇਕ। ਤੇ ਜਿੰਨੇ ਕੋ ਉਹਨਾਂ ਦੇ ਪਾਪ ਹੋਏ ਹੁੰਦੇ ਆ ਤੇ ਜਿਹੜੇ ਪੁੰਨਾਂ ਦੇ ਵਿੱਚੋਂ ਪਾਪ ਕੱਟੇ ਜਾਂਦੇ, ਫਿਰ ਵੀ ਪੁੰਨ ਉਹਨੇ ਘਟ ਜਾਂਦੇ ਆ ਤੇ ਪਾਪ ਸਾਰੇ ਕੱਟੇ ਜਾਂਦੇ, ਪੁੰਨਾਂ ਦੇ ਵਿੱਚੋਂ ਕਟੌਤੀ ਕਰ ਲਈ ਜਾਂਦੀ ਹੈ। ਤਿਨ ਕੋ ਭੋਗਤ ਆਨੰਦ ਵਿਸ਼ੇਸ਼। ਤੇ ਫੇਰ ਕੀ ਹੁੰਦਾ ਅਗਲੇ ਜਨਮ ਵਿੱਚ, ਉਹ ਇਕੱਲੇ ਪਾਪ ਤਾਂ ਕੱਟੇ ਜਾਂਦੇ ਆ ਪੁੰਨਾਂ ਦੇ ਵਿੱਚੋਂ, ਉਹਨੇ ਪੁੰਨ ਘਟ ਗਏ ਤੇ ਜਿੰਨੇ ਕੁ ਪੁੰਨ ਰਹਿ ਗਏ ਉਹਦਾ ਫਲ ਫਿਰ ਬੜਾ ਭੋਗਦੇ ਆ। ਉਹਨਾਂ ਨੂੰ ਸਦਾ ਮਨੁੱਖੇ ਅਗਲੇ ਜਾਮੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੁੰਦੇ ਆ। ਜੇ ਅਘ ਅਧਿਕ ਹੋਏ ਤਿਸ ਕੇਰੇ। ਪਰ ਮਹਾਰਾਜ ਕਹਿੰਦੇ ਜੇ ਕਿਸੇ ਦੇ ਨਿਸ਼ਕਾਮੀ ਆ ਜਿਹੜਾ, ਉਹਦੇ ਪਾਪ ਬਹੁਤੇ ਵੱਧ ਜਾਂਦੇ ਹਨ। ਜਦੋਂ ਪੁੰਨ ਵਿਹਾੜ ਅਗ ਤੇ ਦੁਖ ਹੇਰੇ। ਫਿਰ ਉਹਦੇ ਪੁੰਨਾਂ ਦੇ ਵਿੱਚ ਜਦੋਂ ਪਾਪ ਕੱਟੇ ਜਾਂਦੇ, ਜੇ ਪਾਪ ਵੱਧਦਾ ਫਿਰ ਪਾਪਾਂ ਚੋਂ ਪੁੰਨ ਕੱਟ ਲਏ ਜਾਂਦੇ ਆ, ਪੁੰਨ ਖਤਮ ਹੋ ਜਾਂਦੇ ਆ, ਫਿਰ ਇਕੱਲੇ ਪਾਪ ਰਹਿ ਜਾਂਦੇ ਆ, ਚਾਹੇ ਘੱਟ ਹੀ ਰਹਿ ਜਾਣ। ਇਸ ਕਰਕੇ ਫਿਰ ਪਾਪਾਂ ਦਾ ਖਮਿਆਜਾ ਭੁਗਤਦੇ, ਫਿਰ ਦੁੱਖ ਭੋਗਦੇ ਹਨ। ਵੀ ਨਿਸ਼ਕਾਮੀਆਂ ਨੂੰ ਇਹ ਛੋਟ ਹੈ, ਜਿਹੜੇ ਸਕਾਮੀ ਆ ਉਹਨਾਂ ਨੂੰ ਤਾਂ ਪਾਪਾਂ ਦਾ ਫਲ ਅੱਡ ਭੋਗਣਾ ਪੈਂਦਾ ਹੈ, ਪੁੰਨਾਂ ਦਾ ਅੱਡ ਭੋਗਣਾ ਪੈਂਦਾ ਹੈ। ਜਿਹੜੇ ਨਿਸ਼ਕਾਮੀ ਲੋਕ ਹੈ ਉਹਨਾਂ ਦੇ ਪੁੰਨਾਂ ਚੋਂ ਪਾਪਾਂ ਦੀ, ਤੇ ਜੇ ਪਾਪ ਵੱਧ ਹੈ ਉਹਦੇ ਚੋਂ ਪੁੰਨਾਂ ਦੀ, ਜੇ ਪੁੰਨ ਵੱਧ ਤੇ ਉਹਦੇ ਚੋਂ ਪਾਪਾਂ ਦੀ ਕਟੌਤੀ ਹੋ ਜਾਂਦੀ ਹੈ। ਤਿਨ ਕੇ ਪੁੰਨ ਹੋਹਿ ਬਲਵਾਨ। ਪਰ ਅਕਸਰ ਹੀ ਮਹਾਰਾਜ ਕਹਿੰਦੇ ਨਿਸ਼ਕਾਮੀਆਂ ਦੇ ਪਾਪ ਨਹੀਂ ਕਦੇ ਵੱਧਦੇ। ਅਕਸਰ ਹੀ ਇਸ ਤਰ੍ਹਾਂ ਹੁੰਦਾ ਹੈ ਵੀ ਜਿਹੜੇ ਨਿਸ਼ਕਾਮੀ ਲੋਕ ਉਹਨਾਂ ਦੇ ਪੁੰਨ ਬੜੇ ਬਲ ਵਾਲੇ ਹੁੰਦੇ ਆ। ਪਾਪ ਨਿਬਾਲ ਹਵੈ ਇਸ ਆਸ ਨਰ ਜਾਨ। ਜਾਣ ਲਓ ਭਾਈ ਇਹੋ ਜਿਹੇ ਨਿਸ਼ਕਾਮੀ ਮਨੁੱਖਾਂ ਦੇ ਜਿਹੜੇ ਪਾਪ ਹੁੰਦੇ ਉਹ ਬਲ ਤੋਂ ਰਹਿਤ ਹੋ ਜਾਂਦੇ ਪੁੰਨਾਂ ਅੱਗੇ, ਉਹਨਾਂ ਦੇ ਪੁੰਨ ਅਕਸਰ ਵੱਧ ਜਾਂਦੇ ਹਨ। ਤ੍ਰਿਤੀਏ ਅਹੈ ਉਪਾਸਕ ਜੋਏ। ਇਹ ਤਾਂ ਸਨ ਦੋ ਤਰ੍ਹਾਂ ਦੇ, ਸਕਾਮੀ ਨਿਸ਼ਕਾਮੀ। ਅੱਗੇ ਮਹਾਰਾਜ ਕਹਿੰਦੇ ਕਿ ਤੀਜੇ ਤਰ੍ਹਾਂ ਦੇ ਜਿਹੜੇ ਗੁਰਮੁਖ ਪਿਆਰੇ ਹਨ, ਜਿਹੜੇ ਉਪਾਸਕ ਲੋਕ ਹੈ, ਪਰਮੇਸ਼ਰ ਦੀ ਭਗਤੀ ਕਰਦੇ ਹਨ। ਭਗਤ ਪਰਾਇਣ ਮਨ ਹੋਏ ਸੋਏ। ਤੇ ਮਨ ਕਰਕੇ ਉਹ ਲੋਕ ਜਿਹੜੇ ਆ ਸਦਾ ਭਗਤੀ ਦੇ ਹੀ ਆਸਰੇ ਜਿਉਂਦੇ ਆ, ਭਗਤੀ ਨੂੰ ਮਨ ਵਿੱਚ ਵਸਾਇਆ ਹੁੰਦਾ ਹੈ। ਪਾਪ ਨਹੀਂ ਠਾਨੈ ਸੋ ਜਾਨ। ਜਾਣਦੇ ਆ ਉਹ ਵੀ ਪਾਪ ਦਾ ਫਲ ਦੁੱਖ ਹੈ, ਇਸ ਕਰਕੇ ਕਦੇ ਪਾਪ ਨਹੀਂ ਕਰਦੇ, ਪਾਪਾਂ ਵਾਲੀ ਬਿਰਤੀ ਨਹੀਂ ਧਾਰਦੇ ਆ। ਹਵੈ ਜੇ ਕਦਾਚਿਤ ਅਘ ਅਨਜਾਨ। ਪਰ ਜੇ ਅਣਜਾਣ ਪੁਣੇ ਵਿੱਚ ਇਹੋ ਜਿਹਾ ਪਾਸੋਂ ਕੋਈ ਪਾਪ ਵੀ ਹੋ ਜਾਂਦਾ, ਅਚਨਚੇਤ ਕੋਈ ਪਾਪ ਭੁੱਲ ਹੋ ਜਾਵੇ ਤਾਂ ਰੁਚ ਕਰ ਧਰਮ ਕਰਹਿ ਹਰਿ ਖਾਏ। ਫਿਰ ਵੀ ਉਹ ਆਪਦੇ ਉਸੇ ਪਾਪ ਨੂੰ ਉੱਥੇ ਹੀ ਛੱਡ ਕੇ ਤੇ ਬੜੇ ਰੁਚੀ ਨਾਲ ਪ੍ਰੇਮ ਨਾਲ ਧਰਮ ਕਰਦੇ ਆ, ਧਰਮ ਦੇ ਕਾਰਜ ਕਰਦੇ ਆ ਖੁਸ਼ੀ ਖੁਸ਼ੀ ਹੀ। ਅਘ ਕੋ ਵਿਆੜ ਸਦਾ ਸੁਖ ਪਾਏ। ਤੇ ਪਾਪ ਉਹਨਾਂ ਦੇ ਕੱਟੇ ਜਾਂਦੇ ਆ ਪੁੰਨਾਂ ਦੇ ਵਿੱਚੋਂ ਦੀ, ਤੇ ਸਦਾ ਸੁਖ ਪ੍ਰਾਪਤ ਕਰਦੇ, ਪੁੰਨਾਂ ਦਾ ਫਲ ਭੋਗਦੇ ਆ। ਰਹਿ ਨਿਕਟਵਰਤੀ ਪ੍ਰਭ ਕੇਰੇ। ਸਦਾ ਪ੍ਰਭੂ ਪਰਮੇਸ਼ਰ ਦੇ ਨਿਕਟਵਰਤੀ ਰਹਿੰਦੇ ਆ, ਬੜੇ ਲਾਗੇ ਰਹਿੰਦੇ ਹਨ। ਮਰਨ ਕੇ ਪਰ ਹਰਿ ਫੇਰੇ। ਤੇ ਜਨਮ ਮਰਨ ਦੇ ਜਿਹੜੇ ਫੇਰੇ ਆ, ਗੇੜੇ ਆ, ਉਹਨਾਂ ਦੇ ਕੱਟੇ ਜਾਂਦੇ ਆ, ਪਰਮੇਸ਼ਰ ਕੱਟ ਦਿੰਦੇ ਹਨ। ਪਰਾ ਲਬਦ ਬਸ ਤੇ ਜੇ ਜਨਮੈ। ਤੇ ਜੇ ਕਿਤੇ ਕੋਈ ਪ੍ਰਾਲਬਧ ਦਾ ਵਸ ਪੈ ਜਾਵੇ, ਵੀ ਜਿਵੇਂ ਕੋਈ ਇਹੋ ਜਿਹੀ ਭੁੱਲ ਗਲਤੀ ਹੋ ਗਈ ਵਿੱਚ ਸਾਰੀ ਉਮਰ ਦੇ, ਵੀ ਉਹਨਾਂ ਨੂੰ ਦੁਬਾਰਾ ਫਿਰ ਕਿਤੇ ਮਨੁੱਖਾ ਜਨਮ ਮਿਲ ਜਾਵੇ, ਦੁਬਾਰਾ ਫਿਰ ਧਰਤੀ ਤੇ ਜੰਮਣਾ ਪੈ ਜਾਂਦਾ ਹੈ। ਭਗਤ ਕਰਤ ਗਿਆਨੀ ਹੋਏ ਮਨ ਮੈਂ। ਪਰ ਉਹਨਾਂ ਦੇ ਸੰਸਕਾਰ ਬਣੇ ਹੁੰਦੇ ਪਿਛਲੇ, ਵੀ ਕਿਉਂਕਿ ਪਿਛਲਾ ਜਨਮ ਜਿਹੜਾ ਉਹ ਸਾਰਾ ਭਗਤੀ ਕਰਦਿਆਂ ਲੰਘਾਇਆ ਹੈ ਨਾ। ਜੇ ਕਿਸੇ ਕਾਰਨ ਜਿਵੇਂ ਭਗਤ ਰਵਿਦਾਸ ਜੀ ਵਰਗਿਆਂ ਨੂੰ ਫਿਰ ਦੁਬਾਰਾ ਆਉਣਾ ਪੈ ਗਿਆ ਸੀ, ਤਾਂ ਹੀ ਕਿਹਾ ਨਾ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਉੱਥੇ ਭਗਤ ਰਵਿਦਾਸ ਜੀ ਆਖਿਆ
ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਲੰਮਾ ਚਿਰ ਹੋ ਗਿਆ, ਸਮਾਂ ਹੋ ਗਿਆ ਤੇਰੇ ਦਰਸ਼ਨ ਵੇਖਿਆ ਨੂੰ। ਇਸ ਗੱਲ ਸਿੱਧ ਕਰਦੀ ਭਗਤ ਰਵਿਦਾਸ ਦੀ ਬਾਣੀ ਵੀ ਇਹਨਾਂ ਨੇ ਪਹਿਲਾਂ ਵੀ ਪਰਮੇਸ਼ਰ ਦੇ ਦਰਸ਼ਨ ਕੀਤੇ ਹੋਏ ਆ, ਪਰ ਚਿਰ ਭਇਓ ਤੇ ਬਹੁਤ ਜਨਮ ਵਿਛਰੇ ਥੇ ਮਾਧੋ। ਇਹ ਮਾਧੋ ਬੜੇ ਜਨਮ ਹੋ ਗਏ ਤੁਹਾਥੋਂ ਵਿਛੜਿਆ ਹੋਇਆ। ਤੋ ਜਿਵੇਂ ਉਹ ਰਾਮਾਨੰਦ ਜੀ ਦੇ ਕਹਿਣ ਕਰਕੇ ਭਗਤ ਰਵਿਦਾਸ ਜੀ ਵਰਗਿਆਂ ਨੂੰ ਦੁਬਾਰਾ ਮਨੁੱਖਾ ਜਾਮਾ ਜਿਹੜਾ ਧਾਰਨਾ ਪਿਆ ਸੀ, ਪਰ ਉਹ ਸੰਸਕਾਰ ਪਿਛਲੇ ਬਣੇ ਹੋਏ ਸੀ। ਬਸ ਜਦੋਂ ਸੁਰਤ ਸਾਂਭੀ ਭਗਤ ਰਵਿਦਾਸ ਦੀ ਨਾਲ ਫਿਰ ਭਗਤੀ ਕਰਨ ਲੱਗ ਪਏ। ਤੋ ਸਤਿਗੁਰੂ ਕਹਿੰਦੇ ਜੇ ਕੋਈ ਧਰਮੀ ਪੁਰਖ ਮਨੁੱਖਾ ਜਾਮੇ ਵਿੱਚ ਕਿਸੇ ਗਲਤੀ ਕਰਕੇ ਫਿਰ ਆ ਜਾਂਦਾ, ਪਰ ਸੰਸਕਾਰ ਪਿਛਲੇ ਬਣੇ ਹੁੰਦੇ ਆ, ਉਹ ਸੰਸਕਾਰਾਂ ਦੇ ਨਾਲ ਜੰਮਦਾ ਹੀ ਫਿਰ ਉਹਦਾ ਜਿਹੜਾ ਧਿਆਨ ਹੁੰਦਾ ਪਰਮੇਸ਼ਰ ਵਾਲੇ ਪਾਸੇ ਹੋ ਤੁਰਦਾ, ਤੇ ਭਗਤੀ ਪ੍ਰੇਮਾ ਨਾਮ ਜਪ ਕਰਕੇ ਫਿਰ ਮਨ ਕਰਕੇ ਗਿਆਨੀ ਹੋ ਜਾਂਦਾ, ਤੇ ਇਸ ਜਨਮ ਜਿਹੜੇ ਨੂੰ ਫਿਰ ਸਫਲਾ ਕਰ ਲੈਂਦਾ ਹੈ। ਜਨਮ ਮਰਨ ਕੇ ਬੰਧਨ ਹਨ, ਜਨਮ ਮਰਨ ਦੇ ਸਾਰੇ ਬੰਧਨ ਜਿਹੜੇ ਉਹ ਕੱਟ ਲੈਂਦਾ ਹੈ। ਪਾਦ ਨਿਰਵਾਣ ਮਿਲਹਿ ਤਤ ਜਨ, ਤੇ ਇਸੇ ਤਰ੍ਹਾਂ ਫਿਰ ਨਿਰਵਾਣ ਪਦਵੀ ਮਿਲਦੀ ਉਹਨੂੰ। ਨਿਰਵਾਣ ਹੁੰਦੀ ਇੱਕ ਰਸ ਤੋਂ ਜਨਮ ਮਰਨ ਤੋਂ ਰਹਿਤ ਪਦਵੀ ਪ੍ਰਾਪਤ ਹੁੰਦੀ ਹੈ। ਤਤ ਸਰੂਪ ਪਰਮੇਸ਼ਰ ਨੂੰ ਜਾਣ ਲੈਂਦਾ ਹੈ। ਇੱਕ ਸਹਿਕਾਮੀ ਭਗਤ ਜੇ ਹੋਏ, ਤੋ ਮਹਾਰਾਜ ਕਹਿੰਦੇ ਕਿ ਚੌਥੇ ਹੁੰਦੇ ਜਿਹੜੇ ਸਹਿਕਾਮੀ ਭਗਤ ਹੁੰਦੇ ਆ। ਭਗਤੀ ਤਾਂ ਕਰਦੇ ਆ ਪਰ ਮਨ ਦੇ ਵਿੱਚ ਨਾ ਇੱਛਾ ਬਹੁਤ ਰੱਖਦੇ ਹਨ। ਤਨ ਤਜ ਸੁਰਗ ਭੋਗ ਕਰ ਸੋਏ, ਉਹ ਕੀ ਕਰਦੇ ਆ, ਫਿਰ ਭਗਤੀ ਕੀਤੀ ਹੁੰਦੀ ਹੈ ਤੇ ਫਿਰ ਸਰੀਰ ਜਦੋਂ ਛੱਡਦੇ ਆ ਤੇ ਸਵਰਗਾਂ ਦੇ ਭੋਗ ਪਦਾਰਥ ਜ਼ਰੂਰ ਉਹਨਾਂ ਨੂੰ ਮਿਲ ਜਾਂਦੇ ਆ। ਬਹੁਰ ਧਨੀ ਕੇ ਗ੍ਰਹਿ ਤਨ ਧਾਰੈ, ਤੇ ਫਿਰ ਮਨੁੱਖਾ ਜਾਮਾ ਉਹਨਾਂ ਨੂੰ ਧਾਰਨਾ ਪੈਂਦਾ। ਮੁਕਤੀ ਤਾਂ ਨਹੀਂ ਮਿਲਦੀ, ਪਰ ਜਦੋਂ ਮਨੁੱਖਾ ਜਾਮਾ ਧਾਰਦੇ ਪਿਛਲੇ ਜਨਮ ਦੀ ਭਗਤੀ ਕੀਤੀ ਹੋਣ ਕਰਕੇ ਫਿਰ ਅਗਲੇ ਜਨਮ ਵਿੱਚ ਜਾਂ ਤਾਂ ਰਾਜੇ ਘਰੇ ਜੰਮ ਪੈਂਦੇ ਆ, ਜਾਂ ਕਿਸੇ ਬਹੁਤ ਮਾਇਆ ਧਾਰੀ ਧਨਾੜ ਦੇ ਘਰ ਵਿੱਚ ਪੈਦਾ ਹੋ ਜਾਂਦੇ ਆ। ਸਤ ਸੰਗਤ ਮਿਲ ਜਨਮ ਸੁਧਾਰੈ, ਪਰ ਵੀ ਮਾਇਆ ਦੀ ਕੋਈ ਤੋਟ ਨਹੀਂ ਰਹਿੰਦੀ। ਭੋਗ ਪਦਾਰਥ ਪੂਰੇ ਭੋਗ ਲੈਂਦੇ ਆ, ਨਾਲੇ ਸੁਰਗ ਦਾ ਵੀ ਆਨੰਦ ਲੈ ਲੈਂਦੇ ਆ, ਤੇ ਮਨੁੱਖਾ ਜਾਮੇ ਵਿੱਚ ਵੀ ਕਿਸੇ ਫਲ ਦੀ ਕੋਈ ਆ ਮਾਇਆ ਧਾਇਆ ਦੀ ਤੋਟ ਨਹੀਂ ਰਹਿੰਦੀ। ਤੇ ਪਰ ਹੁੰਦੇ ਇਸ ਜਾਮੇ ਵਿੱਚ ਵੀ ਗੁਰਮੁਖ ਹੈ, ਤੇ ਸੰਗਤ ਵਿੱਚ ਮਿਲ ਕੇ ਫਿਰ ਆਪਦਾ ਜਨਮ ਸੁਧਾਰ ਲੈਂਦੇ ਆ। ਵੀ ਇਸ ਵਾਰੀ ਵੀ ਪਿਛਲੀ ਵਾਰੀ ਤਾਂ ਮੈਂ ਇੱਛਾ ਕਰ ਲਈ ਸੀ ਤਾਂ ਕਰਕੇ ਜਨਮ ਧਾਰਨਾ ਪਿਆ। ਉਹ ਸੰਸਕਾਰ ਐਸਾ ਬਣ ਜਾਂਦਾ ਵੀ ਫਿਰ ਇਹ ਮਨ 'ਚ ਹੁੰਦੀ ਵੀ ਹੁਣ ਮੰਗੀਏ ਕੁਛ ਨਾ, ਵਿਣਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਇਸ ਤਰ੍ਹਾਂ ਨਿਰ ਇੱਛਕ ਹੋ ਕੇ ਭਗਤੀ ਕਰਕੇ ਆਪਣਾ ਜਨਮ ਸੁਧਾਰ ਲੈਂਦੇ ਆ। ਮੁਕਤ ਲਹੈ ਬੰਧਨ ਕੋ ਤਿਆਗੈ, ਮੁਕਤੀ ਪ੍ਰਾਪਤ ਕਰਦੇ ਆ। ਕਰਤਾ ਭੋਗਤਾ ਹੰਗਤਾ ਮਮਤਾ ਬੰਧਨਾਂ ਨੂੰ ਕੱਟ ਲੈਂਦੇ ਆ। ਇੱਕ ਨਿਸ਼ਕਾਮ ਭਗਤ ਅਨੁਰਾਗੈ, ਇੱਕ ਮਹਾਰਾਜ ਕਹਿੰਦੇ ਨਿਸ਼ਕਾਮੀ ਹੁੰਦੇ ਆ ਜਿਹੜੇ, ਉਹ ਭਗਤੀ ਨਾਲ ਹੀ ਪ੍ਰੇਮ ਕਰਦੇ, ਹੋਰ ਉਹਨਾਂ ਦਾ ਕਿਸੇ ਨਾਲ ਪ੍ਰੇਮ ਨਹੀਂ ਹੁੰਦਾ, ਤੇ ਨਾ ਹੀ ਜਿਹੜਾ ਹੈ ਉਹ ਮਨ ਵਿੱਚ ਕਿਸੇ ਤਰ੍ਹਾਂ ਦੀ ਇੱਛਾ ਹੁੰਦੀ ਹੈ। ਤਰਾ ਲਬਦ ਬਸ ਜਨਮ ਜੇ ਧਰਤੇ, ਪਰ ਜਿਵੇਂ ਉਹ ਰਵਿਦਾਸ ਜੀ ਵਾਂਗੂ ਜੇ ਪ੍ਰਾਲਬਧ ਕੋਈ ਬਣ ਜਾਵੇ ਇਹੋ ਜਿਹਾ ਕਾਰਨ ਤੇ ਉਹਨਾਂ ਨੂੰ ਮਨੁੱਖਾ ਜਨਮ ਫੇਰ ਧਰਨਾ ਪੈ ਜਾਵੇ, ਤਾਂ ਸੰਤਨ ਕੇ ਘਰ ਮਹਿ ਅਵਤਰਤੇ, ਉਹ ਸੰਤਾਂ ਦੇ ਘਰ ਵਿੱਚ ਜੰਮ ਪੈਂਦੇ ਆ। ਇਹ ਮਹਾਰਾਜ ਕਹਿੰਦੇ ਕਿ ਭਾਈ ਜੇ ਕੋਈ ਨਿਸ਼ਕਾਮੀ ਭਗਤ ਜਿਹੜੀ ਇੱਛਾ ਕਰਕੇ ਨਹੀਂ ਕੋਈ ਕਰਦਾਗਾ ਭਗਤੀ, ਪਰ ਕੋਈ ਇਹੋ ਜਿਹਾ ਇੱਕ ਕਰਮ ਹੋ ਜਾਵੇ ਅਚਨਚੇਤ ਵੀ ਉਹਨਾਂ ਨੂੰ ਫਿਰ ਮਨੁੱਖਾ ਜਾਮਾ ਲੈਣਾ ਪਵੇ, ਉਹ ਨਿਸ਼ਕਾਮ ਭਗਤ ਜਿਹੜੇ ਫਿਰ ਅਜਾਈ ਨਹੀਂ, ਉਹਨਾਂ ਨੂੰ ਫਿਰ ਕਿਸੇ ਤਗੜੇ ਮਹਾਂਪੁਰਖ ਭਗਤ ਦੇ ਘਰ, ਕਿਸੇ ਗੁਰਸਿੱਖ ਸਿੱਖਾਂ ਦੇ ਘਰੇ ਜਨਮ ਮਿਲ ਜਾਂਦਾ। ਜਿਵੇਂ ਭਗਤ ਕਬੀਰ ਜੀ ਹੋਏ, ਤੇ ਇਹਨਾਂ ਦੇ ਪਤਨੀ ਸੀ ਬੀਬੀ ਲੋਈ ਜੀ। ਤੇ ਜਦੋਂ ਅੰਤਲਾ ਸਮਾਂ ਆਇਆ ਤੇ ਭਗਤ ਕਬੀਰ ਸਾਹਿਬ ਜੀ ਪੁੱਛਦੇ ਵੀ ਲੋਈ ਵੀ ਤੇਰੇ ਮਨ 'ਚ ਕੋਈ ਫੁਰਨਾ ਇੱਛਾ ਹੈ ਤਾਂ ਦੱਸ। ਕਹਿੰਦੀ ਹਾਂ ਸਵਾਮੀ ਜੀ ਵੀ ਇੱਛਾ ਤਾਂ ਹੈ ਆ, ਮੇਰੀ ਇੱਛਾ ਇਹ ਆ ਵੀ ਮੈਂ ਨਾ ਵੀ ਜੇ ਗਾਂ ਵੀ ਜੰਮਾਂ ਤੇ ਇਹੋ ਜਿਹੇ ਘਰ ਜਨਮਾਂ ਵੀ ਜਿੱਥੇ ਸਾਧੂਆਂ ਸੰਤਾਂ ਦੀ ਸੇਵਾ ਕਰਦੀ ਰਵਾਂ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਚਲੋ ਠੀਕ ਹੈ, ਇਸ ਤਰ੍ਹਾਂ ਹੀ ਹੋਏਗਾ ਜੇ ਇੱਛਾ ਧਾਰ ਲਈ ਆ ਤੂੰ ਤਾਂ। ਤੇ ਭਗਤ ਕਬੀਰ ਸਾਹਿਬ ਜੀ ਨੂੰ ਫਿਰ ਲੋਈ ਕਹਿੰਦੇ ਨਹੀਂ ਮਹਾਰਾਜ ਮੇਰੀ ਤੁਸੀਂ ਦੱਸੋ। ਕਹਿੰਦੇ ਸਾਡੀ ਤਾਂ ਕੋਈ ਇੱਛਾ ਨਹੀਂ, ਅਸੀਂ ਤਾਂ ਪਰਮੇਸ਼ਰ 'ਚ ਹੀ ਹੁਣ ਅਭੇਦ ਹੋਣਾ ਚਾਹੁੰਦੇ, ਦੁਬਾਰਾ ਨਹੀਂ ਜਨਮ ਲੈਣਾ। ਉਹ ਕਹਿੰਦੀ ਮਹਾਰਾਜ ਤੁਹਾਡੀ ਇੱਛਾ ਤਾਂ ਨਹੀਂ, ਪਰ ਪਤੀ ਜੀ ਮੇਰੀ ਇੱਛਾ ਇਹ ਆ ਵੀ ਤੁਸੀਂ ਵੀ ਨਾਲ ਹੋਵੋ। ਤੇ ਇਹ ਵਿਚਾਰ ਕੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜ਼ਰੂਰ ਅਸੀਂ ਤੇਰੇ ਨਾਲ ਹੋਵਾਂਗੇ।
ਉੱਥੇ ਫਿਰ ਲੋਈ ਜੀ ਨੂੰ ਭਗਤ ਕਬੀਰ ਸਾਹਿਬ ਨੇ ਆਖਿਆ ਸੀ ਵੀ ਪਰਮੇਸ਼ਰ ਦਾ ਅਵਤਾਰ ਹੋਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਇਸ਼ਾਰਾ ਕਰਕੇ ਆਖਿਆ। ਤੇ ਸਰਬ ਕਲਾ ਸਮਰੱਥ ਪਰਮੇਸ਼ਰ ਦਾ ਜਦੋਂ 10ਵਾਂ ਜਾਮਾ ਧਾਰਨਗੇ ਤੇ ਉਦੋਂ ਫਿਰ ਤੇਰੀ ਇੱਛਾ ਪੂਰੀ ਹੋਊਗੀ। ਉਹ ਜਦੋਂ ਫਿਰ 10ਵੇਂ ਪਾਤਸ਼ਾਹ ਅੱਗੇ ਇਤਿਹਾਸ 'ਚ ਆਵੇਗਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਜੀਵਨ ਇਤਿਹਾਸ ਵਿੱਚ, ਇਹਨਾਂ ਹੀ ਪੋਥੀਆਂ 'ਚ ਅੱਗੇ, ਉਹ ਫਿਰ ਸਿੱਖਾਂ ਦੇ ਘਰੇ ਪੈਦਾ ਹੋਈ ਸੀ। ਬਹੁਤ ਸੇਵਾ ਕਰਿਆ ਕਰੇ ਅਨੰਦਪੁਰ ਸਾਹਿਬ ਲੰਗਰਾਂ ਦੀ। ਭਗਤ ਕਬੀਰ ਸਾਹਿਬ ਜੀ ਵੀ ਜਾਮਾ ਹੋਰ ਸੀ, ਭੇਸ ਵੀ ਹੋਰ ਸੀ। ਤੇ ਪਰਮੇਸ਼ਰ ਦਿਆਲੂ ਕਿਰਪਾਲੂ ਬੇਅੰਤ ਹੈ, ਉਹ ਮਾਇਆ ਦਾ ਪਰਦਾ ਜਿਹਾ ਪਾਇਆ ਹੋਇਆ ਸੀ, ਪਤਾ ਨਹੀਂ ਸੀ ਇਹਨਾਂ ਨੂੰ ਆਪ ਨੂੰ ਵੀ ਕੁਝ ਲੱਗਦਾ। ਫਿਰ ਜਦੋਂ ਸਿੱਖਾਂ ਬੇਨਤੀ ਕੀਤੀ ਅਨੰਦਪੁਰ ਸਾਹਿਬ ਵੀ ਮਹਾਰਾਜ ਇੱਕ ਮਾਈ ਹੈ ਵੀ ਪਤਾ ਨਹੀਂ ਕੌਣ ਹੈ, ਸੇਵਾ ਸਾਰਾ ਦਿਨ ਹੀ ਲੰਗਰਾਂ ਦੀ ਸੇਵਾ ਕਰਦੀ ਰਹਿੰਦੀ ਹੈ ਤੇ ਬਸ ਹੋਰ ਕੋਈ ਇੱਛਾ ਨਹੀਂ ਮਨ ਵਿੱਚ, ਬਸ ਸਾਰਾ ਦਿਨ ਹੀ ਮਹਾਰਾਜ ਸਿੱਖਾਂ ਦੇ ਸੇਵਾ ਕਰਦੀ ਹੈ। ਤੇ ਇੱਕ ਗੁਰਮੁਖ ਹੈ, ਉਹ ਮਹਾਰਾਜ ਵੀ ਸਿੱਖਾਂ ਨੂੰ ਗਰਮ ਪਾਣੀ ਕਰ ਕਰਕੇ ਦਿੰਦਾ ਹੈ, ਹੋਰ ਬੜੇ ਚਰਨ ਧਵਾਉਂਦਾ, ਬੜੀ ਸੇਵਾ ਕਰਦਾ। ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਬੁਲਾ ਕਰਕੇ ਫਿਰ ਦੱਸਿਆ ਸੀ ਵੀ ਤੇਰਾ ਜਾਮਾ ਪਿਛਲਾ ਭਗਤ ਕਬੀਰ ਦੀ ਪਤਨੀ ਲੋਈ ਦਾ ਤੇ ਤੂੰ ਭਗਤ ਕਬੀਰ ਸੈਂ। ਤੇ ਇਸ ਕਰਕੇ ਫਿਰ ਉਹ ਸਾਰੀ ਘਟਨਾ ਬਾਰੇ ਨੇ ਦੱਸੀ ਵੀ ਇੱਛਾ ਕਰ ਲਈ ਸੀ ਵੀ ਅਸੀਂ ਕਿਸੇ ਸਾਧੂ ਸੰਤਾਂ ਦੀ ਸੇਵਾ ਹੋਰ ਅਜੇ ਕਰਨੀ ਚਾਹੁੰਦੇ ਹਾਂ, ਜਿਸ ਕਰਕੇ ਲੋਈ ਦਾ ਦੁਬਾਰਾ ਇੱਥੇ ਇਹ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ। ਉਹੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਂਦੇ ਨਾ ਸਿੱਖਾਂ ਨੂੰ ਵੀ ਜੇ ਨਿਸ਼ਕਾਮ ਭਗਤ ਦੇ ਮਨ ਵਿੱਚ ਜੇ ਕੋਈ ਫੁਰਨਾ ਆ ਗਿਆ ਜਾਂ ਕੋਈ ਇਹੋ ਜਿਹੀ ਪ੍ਰਲਬਧ ਬਣ ਗਈ ਵੀ ਦੁਬਾਰਾ ਜੰਮਣਾ ਪੈ ਵੀ ਜਾਵੇ, ਉਹ ਨਿਸ਼ਕਾਮ ਭਗਤ ਫਿਰ ਐਵੇਂ ਨਹੀਂ ਦੂਜੇ ਤੀਜੇ ਦੇ ਘਰ, ਉਹ ਕਿਸੇ ਸੰਤ ਕਿਸੇ ਮਹਾਂਪੁਰਖ ਦੇ ਘਰ ਵਿੱਚ ਹੀ ਪੈਦਾ ਹੁੰਦੇ ਐ। ਕਰਤ ਭਗਤ ਲਹੈ ਆਤਮ ਗਿਆਨ। ਤੇ ਬਸ ਉਹ ਪਰਿਵਾਰ ਦਾ ਮਾਹੌਲ ਵੀ ਬਣਿਆ ਹੁੰਦਾ, ਕੋਈ ਵਿਘਨ ਨਹੀਂ ਪੈਂਦਾ। ਭਗਤੀ ਕਰਦਿਆਂ ਕਰਾਉਂਦਿਆਂ ਫਿਰ ਆਤਮਾ ਦਾ ਗਿਆਨ ਵੀ ਮੈਂ ਕੌਣ ਆ, ਉਹ ਆਪਦੇ ਆਤਮ ਦਾ ਆਪੇ ਦਾ ਗਿਆਨ ਹਾਸਲ ਕਰ ਲੈਂਦੇ ਐ। ਪ੍ਰਾਪਤ ਹੋਤ ਪੁਨਹੁ ਨਿਰਵਾਣ। ਤੋ ਮਹਾਰਾਜ ਕਹਿੰਦੇ ਨਿਰਵਾਣ ਪਦਵੀ ਜਿਹੜੀ ਸਭ ਤੋਂ ਸ਼੍ਰੇਸ਼ਟ ਉੱਚਮ ਪਦਵੀ ਪ੍ਰਾਪਤ ਹੁੰਦੀ ਹੈ। ਭਗਤ ਲਹੈ ਆਤਮ ਗਿਆਨ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਆਤਮਾ ਦਾ ਗਿਆਨ ਲੈ ਲੈਂਦੇ ਆ। ਪ੍ਰਾਪਤ ਹੋਤ ਪੁਨਹ ਨਿਰਵਾਣ, ਪੁਨः ਉਹਨਾਂ ਨੂੰ ਆ ਜਿਹੜੀ ਨਿਰਵਾਣ ਪਦਵੀ ਉਹ ਪ੍ਰਾਪਤ ਹੋ ਜਾਂਦੀ ਹੈ। ਜਿਮ ਸੌਗਾਤ ਬਾਜ ਕੈ ਬਾਜੀ। ਮਹਾਰਾਜ ਕਹਿੰਦੇ ਜਿਵੇਂ ਉਹ ਰਾਜੇ ਦੀ ਪ੍ਰਜਾ ਹੁੰਦੀ ਨਾ ਚਾਰ ਤਰ੍ਹਾਂ ਦੀ, ਵੀ ਕੋਈ ਇਹੋ ਜਿਹਾ ਹੁੰਦਾ ਵੀ ਕੋਈ ਘੋੜਾ ਦੇਤਾ, ਹਾਥੀ ਜਾਂ ਕੋਈ ਬਾਜ, ਹੋਰ ਕੋਈ ਕੱਪੜਾ ਗਹਿਣਾ ਦੇ ਕੇ ਰਾਜੇ ਨੂੰ। ਇੱਕ ਪਠ ਦੇਤ ਰਹਿਤ ਪੁਨ ਰਾਜੀ। ਤੇ ਇੱਕ ਜਿਵੇਂ ਇੱਕ ਜਿਹੜਾ ਵਾ ਉਹ ਬਾਜ ਅਥਵਾ ਘੋੜਾ ਹੋਰ ਸਗਾਤ ਦੇ ਕੇ ਤੇ ਰਾਜੇ ਨੂੰ ਰਾਜੀ ਰੱਖਦੇ ਆ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਜਾ ਵੀ ਚਾਰ ਤਰ੍ਹਾਂ ਦੀ ਹੈ। ਤਥਾ ਭਜਨ ਕਰ ਸੁਖੀ ਰਹੰਤੇ। ਉਵੇਂ ਵੀ ਜਿਹੜੇ ਗੁਰਮੁਖ ਪਿਆਰੇ ਉਹ ਭਜਨ ਭੇਜੀ ਜਾਂਦੇ ਪਰਮੇਸ਼ਰ ਵੱਲ ਨੂੰ ਤੇ ਸੰਸਾਰ ਦੇ ਸੁੱਖ ਭੋਗੀ ਜਾਂਦੇ ਆ। ਨਾਮ ਜਪ ਜਪ ਕੇ ਜਿਵੇਂ ਪਰਮੇਸ਼ਰ ਨੂੰ ਦੇਈ ਜਾਂਦੇ ਆ, ਉਹਦੇ ਲੇਖੇ ਲਾਈ ਜਾਂਦੇ ਸਵਾਸਾਂ ਨੂੰ, ਤੇ ਇਸ ਸੰਸਾਰ ਤੇ ਬੜੇ ਸੁੱਖ ਭੋਗਦੇ ਹਨ। ਜੇ ਗਿਆਨੀ ਜਗ ਕੂਰ ਲਖੰਤੇ। ਤੇ ਜਿਹੜੇ ਗਿਆਨਵਾਨ ਪੁਰਸ਼ ਹੁੰਦੇ ਆ ਉਹ ਸੰਸਾਰ ਨੂੰ ਕੂਰ ਕਹੀਏ ਝੂਠਾ ਜਾਣਦੇ ਹਨ। ਤਨ ਅਰ ਕਰਮ ਝੂਠ ਸਭ ਜਾਣੈ। ਤੇ ਸਰੀਰ ਤੇ ਕੀਤੇ ਹੋਏ ਸਰੀਰ ਦੁਆਰਾ ਕਰਮਾਂ ਸਾਰਿਆਂ ਨੂੰ ਝੂਠਾ ਜਾਣਦੇ ਆ। ਹੰਤਾ ਮਮਤਾ ਕਬਹੁ ਨ ਠਾਨੈ। ਇਸ ਕਰਕੇ ਜਦੋਂ ਸਰੀਰ ਝੂਠਾ ਫਿਰ ਸਰੀਰ ਦੀ ਮੈਂ ਤੇ ਮੇਰੀ ਮੇਰ ਮਮਤਾ ਨਹੀਂ ਕਦੇ ਰੱਖਦੇ ਹਨ। ਜਿਉ ਸੂਰਜ ਢਿਗ ਤਮ ਨਹਿ ਜਾਏ। ਇਸ ਲਈ ਜਿਵੇਂ ਸੂਰਜ ਦੇ ਲਾਗੇ ਕਦੇ ਹਨੇਰਾ ਨਹੀਂ ਨਾ ਜਾਂਦਾ ਹੈ, ਤਥਾ ਕਰਮ ਤਿਨ ਕੋ ਨਾ ਲਿਪਾਏ। ਤੇ ਇਸ ਤਰ੍ਹਾਂ ਇਹੋ ਜਿਹੇ ਗੁਰਮੁਖਾਂ ਨੂੰ ਜਿਹੜੇ ਕੋ ਨਿਸ਼ਕਾਮੀ ਭਗਤ ਹੈ, ਕਰਮ ਉਹਨਾਂ ਦੇ ਲਾਗੇ ਨਹੀਂ ਜਾਂਦੇ, ਵੀ ਕਰਮ ਲਪਾਏਮਾਨ ਨਹੀਂ ਹੁੰਦੇ। ਕਰਮ ਵੀ ਕਰੀ ਜਾਂਦੇ ਆ ਪਰ ਕਰਮਾਂ ਦੇ ਵਿੱਚ ਲਿਬੜਦੇ ਨਹੀਂ ਹਨ। ਪਾਪ ਪੁੰਨ ਤਾਂ ਹੈ ਭਈ ਕਹਾਵਤ, ਇਸ ਤਰ੍ਹਾਂ ਹੋ ਜਾਂਦੇ ਆ। ਜੀਵਨ ਮੁਕਤ ਵਿਸ਼ਾਲ ਆਨੰਦ। ਮਹਾਰਾਜ ਕਹਿੰਦੇ ਡਾਢੇ ਆਨੰਦ ਮਾਣਨ ਵਾਲੇ ਉਹ ਪੁਰਖ ਜੀਵਨ ਮੁਕਤ ਹੁੰਦੇ ਹਨ। ਨਹਿ ਵਿਆਪੈ ਕਬ ਮਨ ਤਨ ਦੁੰਦ। ਉਹਨਾਂ ਦੇ ਮਨ ਨੂੰ ਤੇ ਸਰੀਰ ਨੂੰ ਕਦੇ ਦੁੰਦਾਵਾਦ ਨਹੀਂ ਲੱਗਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹੋ ਜਿਹੇ ਜੀਵਨ ਮੁਕਤ ਮਹਾਂਪੁਰਖ ਗੁਰਮੁਖ ਪਿਆਰੇ ਭਗਤ ਹੁੰਦੇ ਆ। ਸਿੱਖ ਬੁਝੈ ਤਿਨ ਕਰਮ ਮਹਾਨੇ। ਤੋ ਫਿਰ ਸਿੱਖ ਪੁੱਛਦੇ ਮਹਾਰਾਜ ਜਿਹੜੇ ਉਹਨਾਂ ਦੇ ਮਹਾਨ ਕੀਤੇ, ਵੀ ਜੇ ਤੁਸੀਂ ਆਖੋ ਵੀ ਉਹਨਾਂ ਨੂੰ ਕਰਮ ਜਿਹੜੇ ਹੁੰਦੇ ਆ ਉਹ ਪਾਉਂਦੇ ਹੀ ਨਹੀਂ। ਜਿਹੜੇ ਕੋਈ ਗੁਰਮੁਖ ਪਿਆਰੇ ਆ ਬ੍ਰਹਮ ਗਿਆਨੀ, ਉਹ ਚੰਗਾ ਵੀ ਕਰੀ ਜਾਣ ਚਾਹੇ ਮਾੜਾ ਕਰੀ ਜਾਣ,
ਨਾ ਚੰਗੇ ਤੇ ਨਾ ਮਾੜੇ ਦਾ ਮਹਾਰਾਜ ਉਹਨਾਂ ਨੂੰ ਫਲ ਹੀ ਕੋਈ ਨਹੀਂ। ਇਹ ਜਿਵੇਂ ਤੁਸੀਂ ਦੱਸਦੇ ਹੋ, ਤੇ ਪਰ ਜੇ ਉਹ ਗੁਰਮੁਖ ਪਿਆਰੇ ਕੋ ਮਹਾਨ ਕਰਮ ਕਰਦੇ ਆ, ਕੋ ਪੁੰਨ ਕਰ ਲੈਂਦੇ ਹਨ, ਕਿਮ ਭੋਗੇ ਬਿਨ ਹੋਵਤ ਹਾਨੇ। ਤੇ ਨਾਲੇ ਕਹਿੰਦੇ ਵੀ ਕਰਮ ਭੋਗੇ ਬਿਨਾ ਨਾਸ਼ ਨਹੀਂ ਹੁੰਦੇ। ਤੇ ਜੇ ਕੋਈ ਮਹਾਂਪੁਰਖ ਗੁਰਮੁਖ ਬ੍ਰਹਮ ਗਿਆਨੀ ਹੈ, ਉਹਨੂੰ ਪਾਪ ਪੁੰਨ ਦਾ ਕਰਮ ਦਾ ਕੋਈ ਫਾੜ ਹੀ ਨਹੀਂ ਲੱਗਦਾ। ਤੇ ਮਹਾਰਾਜ ਫਿਰ ਇਹ ਗੱਲ ਨਹੀਂ ਸਮਝ ਪੈਂਦੀ ਵੀ ਕਰਮ ਭੋਗੇ ਬਿਨਾ ਨਾਸ਼ ਕਿਵੇਂ ਹੋ ਸਕਦਾ। ਕਰਮ ਤਾਂ ਨਾਸ਼ ਨਹੀਂ ਹੁੰਦਾ, ਕਰਮ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਗੁਰੂ ਕਹਿਓ ਸੇਵਕ ਲੈ ਪੁੰਨ। ਫਿਰ ਮਹਾਰਾਜ ਦੱਸਦੇ ਆ, ਮਹਾਰਾਜ ਕਹਿੰਦੇ ਜੇ ਤਾਂ ਬ੍ਰਹਮ ਗਿਆਨੀ ਪਾਪ ਕਰੇ ਪੁੰਨ ਕਰੇ, ਉਹਨੂੰ ਕੋਈ ਫਲ ਨਹੀਂ ਪਾਪ ਪੁੰਨ ਦਾ। ਪਰ ਜਿਹੜੇ ਬ੍ਰਹਮ ਗਿਆਨੀ ਨੇ ਪੁੰਨ ਕੀਤੇ ਹੁੰਦੇ ਆ, ਉਹਨਾਂ ਦੇ ਪੁੰਨਾਂ ਦਾ ਫਲ ਉਹ ਲੈ ਲੈਂਦੇ ਜਿਹੜੇ ਉਹਨਾਂ ਦੀ ਸੇਵਾ ਕਰਦੇ ਆ। ਉਹਨਾਂ ਨੂੰ ਕੋਈ ਫਲ ਨਹੀਂ ਪਾਪ ਪੁੰਨ ਦਾ, ਪਰ ਪਾਪ ਪੁੰਨਾਂ ਜਿਹੜੇ ਪੁੰਨ ਦਾ ਫਲ ਹੈ ਉਹ ਤਾਂ ਲੈ ਲੈਂਦੇ ਜਿਹੜੇ ਉਹਨਾਂ ਦੀ ਕੋਈ ਸੇਵਾ ਕਰ ਲੈ, ਜਲ ਪਾਣੀ ਛਕਾ ਦਿੱਤਾ ਜਾਂ ਹੋਰ ਕਿਸੇ ਤਰ੍ਹਾਂ ਦੀ ਸੇਵਾ ਕਰ ਲਈ, ਉਹ ਉਹਨਾਂ ਦੇ ਕੀਤੇ ਹੋਏ ਸ਼ੁਭ ਕਰਮ ਦਾ ਫਲ ਲੈ ਲੈਂਦੇ ਆ, ਸੁਖ ਮਾਣ ਲੈਂਦੇ ਆ। ਨਿੰਦਕ ਆਗਲੇ ਜੇ ਦੁਖ ਜਨ। ਤੇ ਜਿਹੜੇ ਕੋਈ ਨਿੰਦਕ ਹੈ ਉਹ ਸਾਧੂ ਦੇ ਕੀਤੇ ਹੋਏ ਪਾਪਾਂ ਦਾ ਫਲ ਲੈ ਲੈਂਦੇ ਆ, ਵੀ ਉਹਨੂੰ ਤਾਂ ਫਲ ਲੱਗਣਾ ਨਹੀਂ ਹੁਣ ਪੂਰਨ ਸਾਧੂ ਨੂੰ, ਨਾ ਪਾਪ ਦਾ ਨਾ ਪੁੰਨ ਦਾ। ਜਿਹੜੇ ਕੋਈ ਸੇਵਕ ਆ ਗੁਰਮੁਖ ਪਿਆਰੇ ਆ, ਉਹ ਤਾਂ ਸਾਧੂ ਦੀ ਸੇਵਾ ਕਰਕੇ ਉਹਦੇ ਪੁੰਨਾਂ ਦਾ ਫਲ ਲਈ ਜਾਂਦੇ ਆ। ਜਿਹੜੇ ਕੋਈ ਨਿੰਦਕ ਲੋਕ ਆ, ਉਹਨਾਂ ਦੀ ਨਿੰਦਿਆ ਕਰ ਕਰਕੇ ਤੇ ਉਹਦੇ ਪਾਪਾਂ ਦਾ ਫਲ ਆਪਦੇ ਸਿਰ ਤੇ ਜਿਹੜਾ ਵੈ ਅਣ ਹੁੰਦਾ ਭਾਰ ਨਿੰਦਕ ਸਿਰ ਧਰਾਇਆ ਵਾਲੀ ਗੱਲ ਹੈ। ਬ੍ਰਹਮ ਗਿਆਨੀ ਨਿਰਲੇਪ ਸਦੀਵ। ਤੋ ਮਹਾਰਾਜ ਕਹਿੰਦੇ ਇਸ ਲਈ ਪਾਪ ਪੁੰਨ ਦਾ ਫਲ ਬ੍ਰਹਮ ਗਿਆਨੀ ਨੂੰ ਕੋਈ ਨਹੀਂ। ਬ੍ਰਹਮ ਗਿਆਨੀ ਕਰਮਾਂ ਦੇ ਫਲ ਤੋਂ ਸਦਾ ਨਿਰਲੇਪ ਹੁੰਦਾ ਹੈ। ਨਹਿ ਫਲ ਕਰਮ ਤਨਹਾ ਕੋ ਥੀਵ। ਉਹਨਾਂ ਨੂੰ ਨਹੀਂ ਫਲ ਪੈਂਦਾ ਨਾ ਸ਼੍ਰੇਸ਼ਟ ਕਰਮ ਦਾ, ਨਾ ਕੀਤੇ ਹੋਏ ਪਾਪ ਦਾ। ਐਸੇ ਸੁਨ ਕਰ ਗੁਰ ਕੇ ਬੈਨ। ਇਹੋ ਜਿਹੇ ਪਾਵਨ ਪਵਿੱਤਰ ਬਚਨ ਹਜ਼ੂਰ ਨੇ ਜਦੋਂ ਸੁਣਾਉਣਾ ਕੀਤੇ ਵੈ, ਸਿੱਖਣ ਪਾਈ ਹਿਰਦੇ ਚੈਨ। ਇਹਨਾਂ ਸਿੱਖਾਂ ਨੇ ਫਿਰ ਇਹ ਸਾਰੇ ਕਰਮ ਦੀ ਕਿਰਿਆ ਸਮਝ ਕੇ ਤੇ ਆਪਦੇ ਹਿਰਦੇ ਵਿੱਚ ਚੈਨ ਪਾਈ ਆ, ਸ਼ਾਂਤੀ ਲਈ ਹੈ। ਵਿਸ਼ਨੂੰ ਹੁਤੋ ਵੀ ਬੜਾ ਜੋਏ। ਤੋ ਅੱਗੇ ਕਵੀ ਜੀ ਕਹਿੰਦੇ ਕਿ ਭਾਈ ਵਿਸ਼ਨੂੰ ਨਾਮ ਦਾ ਜਿਹੜਾ ਹੈ ਉਹ ਗੁਰਸਿੱਖ ਗੁਰਮੁਖ ਪਿਆਰਾ ਹੈ। ਸੁੰਦਰ ਮਾਛੀ ਮਿਲ ਕਰ ਦੋਏ। ਇਹ ਬੀਬੜਾ ਜਾਤ ਦਾ ਇੱਕ ਭਾਈ ਵਿਸ਼ਨੂੰ ਹੈ ਤੇ ਦੂਜਾ ਸੁੰਦਰ, ਤੇ ਇਹਦੀ ਜਾਤ ਮਾਛੀ ਹੈ। ਜਿਵੇਂ ਆ ਘਰਾਂ ਵਿੱਚ ਪਾਣੀ ਢੋਂਦੇ ਸੀ ਮਸ਼ਕਾਂ ਲੈ ਕੇ, ਇਹ ਇਸ ਪਰਿਵਾਰ ਨਾਲ ਸੰਬੰਧ ਰੱਖਦਾ। ਦੋਵੇਂ ਮਿਲ ਕਰਕੇ ਇੱਕ ਵਿਸ਼ਨੂੰ ਤੇ ਇੱਕ ਭਾਈ ਸੁੰਦਰ ਮਾਛੀ ਜੀ ਸ਼੍ਰੀ ਅਰਜਨ ਕੀ ਸ਼ਰਣੀ ਆਏ। ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ। ਹੋਏ ਦੀਨ ਚਰਣੀ ਲਪਟਾਏ। ਬੜਾ ਆਏ ਨਿਮਾਣਾ ਹੋ ਕੇ ਹਜ਼ੂਰ ਦੇ ਚਰਨੀ ਲਪਟ ਗਏ ਐ, ਬੇਨਤੀਆਂ ਕੀਤੀਆਂ ਹਨ। ਕਹਿਓ ਕਿ ਹਮਰੋ ਕਰਹਾ ਉਧਾਰਾ। ਕਹਿੰਦੇ ਮਹਾਰਾਜ ਕਿਰਪਾ ਕਰੋ, ਸਾਡੀ ਵੀ ਕਲਿਆਣ ਕਰੋ ਜੀ। ਜਹ ਕਹਿ ਤੁਮਰੋ ਸੁਜਾਸ ਉਦਾਰਾ। ਜਿੱਥੇ ਕਿਥੇ ਸੁਣੀਦਾ ਮਹਾਰਾਜ ਤੁਹਾਡੀ ਵਡਿਆਈ ਹੁੰਦੀ ਹੈ, ਇਸ ਕਰਕੇ ਤੁਹਾਡੀ ਸ਼ਰਨ ਅਸੀਂ ਮਹਾਰਾਜ ਆਏ ਹਾਂ, ਵਡਿਆਈ ਸੋਭਾ ਸੁਣ ਕਰਕੇ। ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਗਰੀਬ ਨਵਾਜ ਨੇ ਇਹਨਾਂ ਨੂੰ ਸ਼੍ਰੀ ਕੰਠ ਤੋਂ ਫਿਰ ਉਪਦੇਸ਼ ਦੇਣਾ ਕੀਤਾ ਹੈ ਸੇਵਾ ਕਰਹਾ ਹੋਏ ਮਨ ਦੀਨ। ਕਿ ਮਨ ਦੀਨ ਹੋ ਕੇ ਨੀਵਾਂ ਕਰਕੇ ਭਾਈ ਸੇਵਾ ਕਰਨੀ ਚਾਹੀਦੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ। ਸੁੰਦਰ ਬਨ ਤੇ ਕਾਸ਼ਟ ਅੰਨ। ਤੇ ਇਹ ਸੁਣ ਕੇ ਫਿਰ ਇਹ ਸੇਵਾ ਨੂੰ ਲੱਗੇ। ਭਾਈ ਸੁੰਦਰ ਤਾਂ ਲੰਗਰ ਵਾਸਤੇ ਜੰਗਲ ਚੋਂ ਲੱਕੜਾਂ ਲਿਆਉਂਦਾ ਹੈ, ਜਲ ਲਿਆਵਹਿ ਭਰ ਦੇਗ ਸਥਾਨ। ਤੇ ਨਾਲੇ ਜਲ ਲਿਆਉਂਦਾ ਹੈ, ਕਿਉਂਕਿ ਮਾਛੀ ਸੀ ਨਾ, ਦੂਰੋਂ ਖੂਹਾਂ ਤੋਂ ਜਲ ਲਿਆ ਕੇ ਲੰਗਰ ਵਿੱਚ ਪਾਉਂਦਾ ਹੈ। ਵਿਸ਼ਨੂੰ ਪਿਛਲੀ ਨਿਸ ਮਹਿ ਜਾਗੈ। ਤੇ ਭਾਈ ਵਿਸ਼ਨੂੰ ਜੀ ਜਿਹੜੇ ਆ ਬੀਬੜਾ, ਇਹ ਪਿਛਲੀ ਰਾਤ ਜਿਵੇਂ ਦਿਨ ਚੜ੍ਹਨ ਤੋਂ ਪਹਿਲਾਂ ਜਾਗ ਪੈਂਦੇ ਆ। ਉਠ ਸਿੱਖਣ ਕੀ ਸੇਵਾ ਲਾਗੈ। ਤੇ ਉੱਠਦਿਆਂ ਸਾਰ ਹੀ ਵੱਡੇ ਤੜਕੇ ਹੀ ਸਿੱਖਾਂ ਦੀ ਸੇਵਾ ਵਿੱਚ ਲੱਗ ਜਾਂਦਾ ਹੈ। ਕਰਵਾਵੈ ਜਲ ਤਪਤ ਇਸ਼ਨਾਨ। ਠੰਡ ਵਿੱਚ ਗਰਮ ਪਾਣੀ ਨਾਲ ਸਿੱਖਾਂ ਗੁਰਮੁਖਾਂ ਨੂੰ ਇਸ਼ਨਾਨ ਕਰਵਾਉਂਦਾ ਹੈ, ਗੁਰੂ ਕੇ ਲਾਂਗਰੀਆਂ ਨੂੰ, ਸੇਵਕਾਂ ਨੂੰ। ਪੱਗ ਕੀ ਮੈਲ ਕਰਹਿ ਸਭ ਹਾਨ। ਤੇ ਆਪਦੇ ਹੱਥਾਂ ਨਾਲ ਉਹਨਾਂ ਦੇ ਪੈਰ ਮਲ ਕੇ ਪੈਰਾਂ ਦੀ ਮੈਲ ਦੂਰ ਕਰਦਾ ਹੈ। ਗੁਰੂ ਉਪਦੇਸ਼ ਸੁਨਿਓ ਮਨ ਲਾਏ। ਉਹ ਇਸ ਤਰ੍ਹਾਂ ਕਵੀ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਕਾ ਉਪਦੇਸ਼ ਮਨ ਲਾ ਕੇ ਸੁਣਨਾ ਕੀਤਾ ਹੈ। ਲਾਗੇ ਸੇਵ ਕਰਨ ਸੁਖਦਾਏ। ਸਮੁਦਾਇ ਉਹ ਸਾਰੇ ਹੀ ਸੇਵਾ ਕਰਨ ਵਿੱਚ ਲੱਗ ਜਾਂਦੇ, ਜਿਹੜਾ ਵੀ ਮਹਾਰਾਜ ਦਾ ਉਪਦੇਸ਼ ਸੁਣ ਲੈਂਦਾ ਹੈ। ਪ੍ਰਾਪਤ ਅੰਤ
ਸਮੈ ਕਲਿਆਣ। ਤੇ ਅੰਤਲੇ ਸਮੇਂ ਭਾਈ ਉਹਨਾਂ ਨੂੰ ਕਲਿਆਣ ਮੁਕਤੀ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਜਨਮ ਮਰਨ ਕੇ ਬੰਧਨ ਹਾਨ। ਤੇ ਉਹਨਾਂ ਦੇ ਜਨਮ ਤੇ ਮਰਨ ਦੇ ਸਾਰੇ ਜਿਹੜੇ ਬੰਧਨ ਹੈ ਉਹ ਟੁੱਟ ਜਾਂਦੇ ਹਨ। ਜੱਟੂ ਭਾਨੂ ਤ੍ਰਿਤੀਯ ਨਿਹਾਲੂ। ਤੋਂ ਅੱਗੇ ਕਵੀ ਜੀ ਕਹਿੰਦੇ ਕਿ ਭਾਈ ਜੱਟੂ ਜੀ, ਭਾਈ ਭਾਨੂ ਜੀ ਤੇ ਇੱਕ ਭਾਈ ਨਿਹਾਲੂ ਜੀ ਨਾਮ ਦਾ ਸਿੱਖ ਹੈ। ਚਤੁਰਥ ਆਏ ਤੀਰਥਾ ਨਾਲੂ। ਤੇ ਚੌਥਾ ਸਿੱਖ ਭਾਈ ਤੀਰਥ ਜੀ ਵੀ ਨਾਲ ਆਇਆ ਹੈ। ਚੜ੍ਹੇ ਹੁਤੇ ਜਾਤ ਕੇ ਚਾਰੋਂ। ਇਹ ਚੱਡਾ ਜਾਤ ਦੇ ਸਨ, ਜਿਵੇਂ ਆ ਜਲੰਧਰ ਵੀ ਬੈਠੇ ਆ ਇਹੋ ਜਿਹੇ, ਤੇ ਇਹ ਜਾਂ ਦਿੱਲੀ ਵਿੱਚ ਵੀ ਹੈ। ਤੂੰ ਮੇਰਾ ਖਿਆਲ ਅਰੋੜਾ ਬਰਾਦਰੀ ਚਾਹੁੰਦੇ ਆ। ਇਹ ਚਾਰੇ ਚੱਡੇ ਜਾਤ ਦੇ ਸਨ ਜਿਹੜੇ ਗੁਰਮੁਖ ਆਏ ਹਨ। ਚੱਲ ਆਏ ਗੁਰ ਕੇ ਦਰਬਾਰੋਂ। ਗੁਰੂ ਕੇ ਦਰਬਾਰ ਵਿੱਚ ਚੱਲ ਕੇ ਆਏ ਹਨ ਅੰਮ੍ਰਿਤਸਰ ਸਾਹਿਬ। ਨਮੋ ਕਰੀ ਗੁਰ ਅਰਜਨ ਪਾਸ। ਗਰੀਬ ਨਵਾਜ ਦੇ ਦਰਸ਼ਨ ਕੀਤੇ ਐ, ਨਮਸਕਾਰਾਂ ਕੀਤੀਆਂ ਹਨ। ਹੱਥ ਜੋੜ ਬੋਲੇ ਅਰਦਾਸ। ਹੱਥ ਜੋੜ ਕਰਕੇ ਹਜ਼ੂਰ ਦੇ ਅੱਗੇ ਇਹ ਚਾਰੇ ਸਿੱਖ ਅਰਦਾਸ ਕਰਨ ਲੱਗੇ ਆ। ਸ਼੍ਰੀ ਸਤਿਗੁਰ ਸੁਭ ਬਚਨ ਤੁਹਾਰੇ। ਮਹਾਰਾਜ ਤੁਹਾਡੇ ਬਚਨ ਬੜੇ ਸ਼ੁਭ ਹਨ, ਸ਼੍ਰੇਸ਼ਟ ਹਨ ਜੀ। ਬਹੁ ਵਿਦ ਕੇ ਹਮ ਅਰਥ ਵਿਚਾਰੇ। ਤੇ ਤੁਹਾਡੀ ਗੁਰਬਾਣੀ ਦੇ ਅਸੀਂ ਬੜੇ ਅਰਥ ਵਿਚਾਰਦੇ ਹਾਂ। ਘਰ ਵਿੱਚ ਰਹਿ ਕਰਕੇ ਬੜੀ ਗੁਰਬਾਣੀ ਪੜ੍ਹੀ ਦੀ ਹੈ ਤੇ ਨਾਲ ਗੁਰਬਾਣੀ ਦੇ ਅਰਥ ਵੀ ਮਹਾਰਾਜ ਅਸੀਂ ਸਮਝਦੇ ਹਾਂ। ਕਰੇ ਕਰਾਵੈ ਆਪੇ ਆਪ। ਮਹਾਰਾਜ ਜਿਵੇਂ ਤੁਹਾਡਾ ਉਹ ਸ਼ਬਦ ਆਉਂਦਾ, ਸਤਿਗੁਰੂ ਜੀ ਵੀ ਕਰਨ ਕਰਾਵਨ ਆਪੇ ਆਪ, ਤੋ ਕਰੇ ਕਰਾਵੇ ਆਪੇ ਆਪ, ਵੀ ਸਭ ਕੁਝ ਕਰਨ ਵਾਲਾ ਪਰਮੇਸ਼ਰ ਹੈ। ਆਪ ਹੀ ਕਰਦਾ, ਆਪ ਹੀ ਜੀਵਾਂ ਤੋਂ ਕਰਵਾਉਂਦਾ ਹੈ। ਮਾਨਖ ਕੇ ਕਿਛ ਨਾਹੀ ਹਾਥ। ਵੀ ਪਾਪ ਪੁੰਨ ਜੋ ਕਰਦਾ ਕਰਾਉਂਦਾ ਪਰਮੇਸ਼ਰ ਹੀ ਹੈ, ਮਨੁੱਖ ਦੇ ਕੁਝ ਵੀ ਹੱਥ ਵਿੱਚ ਨਹੀਂ ਹੈ। ਤੁਹਾਡੀ ਬਾਣੀ ਇਉਂ ਕਹਿੰਦੀ ਹੈ। ਪੁਨਾ ਜੈਸੇ ਬੀਜੈ ਸੋ ਲੁਣੈ। ਜੈਸਾ ਬੀਜੈ। ਤੋ ਮਹਾਰਾਜ ਤੁਹਾਡਾ ਬਚਨ ਇਹ ਹੈ ਵੀ ਜਿਹੋ ਜਿਹਾ ਕੋਈ ਬੀਜਦਾ ਹੈ, ਗੁਰਬਾਣੀ ਦਾ ਹੈ ਨਾ ਮਹਾਰਾਜ ਆਪ ਜੀ ਦਾ ਸ਼ਬਦ, ਵੀ ਜਿਹੋ ਜਿਹਾ ਕੋਈ ਬੀਜਦਾ ਉਹੋ ਜਿਹਾ ਨੂੰ ਵੱਢਣਾ ਪੈਂਦਾ ਹੈ। ਕਰਮ ਇਹੋ ਖੇਤ। ਕਰਮ ਰੂਪੀ ਖੇਤ ਦੇ ਵਿੱਚੋਂ ਦੀ ਅਕਿਰਤ ਘਣਾ ਹਰ ਵਿਸਰਿਆ। ਤੇ ਜਿਹੜੇ ਅਕਿਰਤ ਘਾਣ ਹੈ, ਪਰ ਕੀਤਾ ਨਹੀਂ ਜਾਣਦੇ ਪਰਮੇਸ਼ਰ ਦੀਆਂ ਦਾਤਾਂ ਨੂੰ, ਜੋਨੀ ਪਰਮੇਤ। ਉਹਨਾਂ ਨੂੰ ਹਰੀ ਵਿਸਰਿਆ ਹੋਇਆ ਤੇ ਜੂਨੀਆਂ ਵਿੱਚ ਭਰਮਣਗੇ। ਵੀ ਮਹਾਰਾਜ ਵੀ ਇਹ ਨਹੀਂ ਸਮਝ ਆਈ ਵੀ ਇੱਕ ਪਾਸੇ ਤਾਂ ਤੁਹਾਡੀ ਬਾਣੀ ਕਹਿੰਦੀ ਵੀ ਸਭ ਕੁਝ ਪਰਮੇਸ਼ਰ ਹੀ ਕਰਦਾ ਤੇ ਮਨੁੱਖ ਦੇ ਕੁਝ ਹੱਥ ਨਹੀਂ, ਤੇ ਦੂਜੇ ਪਾਸੇ ਕਹਿੰਦੇ ਵੀ ਜੋ ਮਨੁੱਖ ਕਰੇਗਾ ਜੈਸਾ ਬੀਜੈ ਸੋ ਲੁਣੈ, ਕਰਮ ਇਹੋ ਖੇਤ, ਵੀ ਜੋ ਕਰਾਂਗੇ ਉਹ ਵੱਢਣਾ ਪਵੇਗਾ। ਤੋ ਮਹਾਰਾਜ ਸਤਿਗੁਰੂ ਜੀ ਇਹ ਸਾਨੂੰ ਗੱਲ ਸਮਝ ਵਿੱਚ ਨਹੀਂ ਪੈਂਦੀ ਵੀ ਜੇ ਪਰਮੇਸ਼ਰ ਹੀ ਸਾਰਾ ਕੁਝ ਕਰਦਾ ਹੈ ਤੇ ਫਿਰ ਫਲ ਮਨੁੱਖ ਕਿਉਂ ਭੋਗਦਾ। ਜਿਵੇਂ ਆਪਾਂ ਵੀ ਸੁਭਾਅ ਹੁੰਦਾ ਨਾ ਵੀ ਜੇ ਤਾਂ ਕੁਝ ਚੰਗਾ ਹੋ ਜਾਏ ਫਿਰ ਤਾਂ ਕਹਿੰਦੇ ਅਸੀਂ ਕੀਤਾ, ਤੇ ਜੇ ਕੁਝ ਮਾੜਾ ਹੋ ਜਾਂਦਾ ਫਿਰ ਕਹਿੰਦੇ ਨਹੀਂ ਜੀ ਪਰਮੇਸ਼ਰ ਕਰਦਾ ਜੋ ਕਰਦਾ। ਤੋ ਇਸ ਤਰ੍ਹਾਂ ਇਹ ਮਨ ਵਿੱਚ ਸੰਸਾ ਹੈ ਇਹਨਾਂ ਦੇ ਵੀ ਮਹਾਰਾਜ ਵੀ ਇੱਕ ਪਾਸੇ ਗੁਰਬਾਣੀ ਕਹਿੰਦੀ ਵੀ ਸਭ ਕੁਝ ਪਰਮੇਸ਼ਰ ਕਰਦਾ ਤੇ ਪਰਮੇਸ਼ਰ ਹੀ ਕਰਾਉਣ ਵਾਲਾ ਹੈ, ਤੇ ਜੇ ਮਹਾਰਾਜ ਪਰਮੇਸ਼ਰ ਕਰਾਉਣ ਵਾਲਾ ਹੈ ਤੇ ਫਿਰ ਮਨੁੱਖ ਜੇ ਪਾਪ ਕਰਦਾ ਹੈ ਤੇ ਫਿਰ ਉਹਦਾ ਫਲ ਮਨੁੱਖ ਨੂੰ ਕਿਉਂ ਭੁਗਤਣਾ ਪੈਂਦਾ ਹੈ। ਚੌਪਈ ਜੋ ਪ੍ਰਭ ਆਪੇ ਕਰਹਿ ਕਰਾਵੈ। ਵੀ ਸਾਡੀ ਬੇਨਤੀ ਸ਼ੰਕਾ ਇਹ ਹੈ ਮਹਾਰਾਜ ਸਵਾਲ ਵੀ ਜੇ ਪਰਮੇਸ਼ਰ ਆਪ ਹੀ ਕਰਦਾ ਹੈ, ਆਪ ਹੀ ਜੀਵਾਂ ਤੋਂ ਕਰਵਾਉਂਦਾ ਹੈ, ਤਾਂ ਹਮ ਕਰਹਿ ਜਥਾ ਮਨ ਭਾਵੈ। ਫਿਰ ਤਾਂ ਮਹਾਰਾਜ ਜਿਵੇਂ ਮਨ ਚਾਹੁੰਦਾ ਕਰੀ ਜਾਈਏ ਨਾ, ਵੀ ਪਾਪ ਕਰੋ ਚਾਹੇ ਪੁੰਨ ਕਰੋ, ਆਹ ਜਗ ਮਿੱਠਾ ਅਗਲਾ ਕਿਨ ਡਿੱਠਾ। ਵੀ ਜਦੋਂ ਸਾਰਾ ਕੁਝ ਤਾਂ ਪਰਮੇਸ਼ਰ ਕਰਦਾ ਹੈ, ਸਾਡੇ ਹੱਥ ਹੀ ਕੁਝ ਨਹੀਂ, ਤੇ ਫਿਰ ਤਾਂ ਵਿਸ਼ੇ ਭੋਗਣੇ ਚਾਹੀਦੇ ਹੈ, ਜੋ ਮਨ ਵਿੱਚ ਆਉਂਦਾ ਉਹ ਕਰ ਲੈਣਾ ਚਾਹੀਦਾ ਹੈ। ਕਿਉਂ ਤਬ ਦੋਸ਼ ਲੱਗਾ ਹੈ ਇਸ ਪ੍ਰਾਨੀ। ਫਿਰ ਮਨੁੱਖ ਨੂੰ ਕਿਵੇਂ ਦੋਸ਼ ਲੱਗ ਸਕਦਾ ਜੇ ਸਾਰਾ ਕੁਝ ਪਰਮੇਸ਼ਰ ਕਰਾਉਂਦਾ ਹੈ, ਤੇ ਮਨੁੱਖ ਦੱਸੋ ਮਹਾਰਾਜ ਫਿਰ ਕਿਵੇਂ ਦੋਸ਼ੀ ਹੋਵੇਗਾ। ਜੇ ਕਰਮਣ ਫਲ ਭੁਗਤ ਹੈ ਜਾਨੀ। ਵੀ ਫਿਰ ਦੱਸੋ ਵੀ ਮਨੁੱਖ ਕਿਵੇਂ ਕਰਮਾਂ ਦਾ ਫਲ ਭੋਗੇਗਾ ਜਿਹੜਾ ਇਹ ਗੱਲ ਜਾਣਦਾ ਵੀ ਤੁਹਾਡੀ ਬਾਣੀ ਕਹਿੰਦੀ ਵੀ ਪਰਮੇਸ਼ਰ ਸਭ ਕੁਝ ਕਰਦਾ, ਤੇ ਪਾਪ ਪੁੰਨ ਦਾ ਫਲ ਫਿਰ ਮਨੁੱਖ ਮਹਾਰਾਜ ਕਿਉਂ ਭੁਗਤੇਗਾ। ਨਹੀਂ ਭੋਗਣਾ ਚਾਹੀਦਾ, ਤੇ ਫਿਰ ਤਾਂ ਜੋ ਮਰਜ਼ੀ ਕਰ ਲਈਏ ਜੀ। ਤਾਉ ਵਿਚਾਰ ਕਰ ਕਰਮ ਕਰੀਜੈ। ਪਰ ਜੇ ਮਨੁੱਖ ਇਹ ਜਾਣ ਲੈ ਵੀ ਸਾਰੇ ਫਲ ਮੈਨੂੰ ਹੀ ਭੁਗਤਣੇ ਪੈਣੇ, ਵੀ ਜੇ ਤਾਂ ਮਹਾਰਾਜ ਪੰਕਤੀ ਪੜ੍ਹੀਏ ਵੀ ਤੁਹਾਡੇ ਗੁਰਬਾਣੀ ਦੇ ਵਿੱਚੋਂ ਵੀ ਮਾਰੇ ਰਾਖੈ ਏਕੋ ਆਪ, ਮਾਨੁ ਕਿਆ ਕਿਛ ਨਾਹੀ ਹਾਥ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ।
ਜੇ ਇਹ ਪੰਕਤੀ ਪੜ੍ਹੀਏ ਤੇ ਫਿਰ ਤਾਂ ਮਨ ਚ ਆਉਂਦਾ ਮਹਾਰਾਜ ਵੀ ਸਾਰਾ ਕੁਝ ਪਰਮੇਸ਼ਰ ਹੀ ਕਰਦਾ ਹੈ ਤੇ ਜੋ ਮਰਜ਼ੀ ਕਰੀ ਜਾਓ, ਫਿਰ ਉਹ ਦੋਸ਼ ਸਾਨੂੰ ਕਾਹਦਾ। ਤੇ ਜਦੋਂ ਮਹਾਰਾਜ ਆਹ ਪੰਕਤੀ ਪੜ੍ਹ ਲੈਂਦੇ ਆ ਵੀ ਜੈਸਾ ਬੀਜੈ ਸੋ ਲਾਉਣਾ ਕਰਮ ਇਹੋ ਖੇਤ, ਉਦੋਂ ਫਿਰ ਆਖੀਦਾ ਵੀ ਕੀ ਕੀਤਾ ਜਾਵੇ। ਵੀ ਜਦੋਂ ਇਸ ਪੰਕਤੀ ਦੀ ਵਿਚਾਰ ਕਰੀਦੀ ਹੈ ਫਿਰ ਕਰਮ ਕਰਨ ਲੱਗਿਆਂ ਸੋਚਣਾ ਪੈਂਦਾ ਵੀ ਫਲ ਭੋਗਣਾ ਪਵੇਗਾ। ਸੁਭ ਕੋ ਤਰਹਿ ਅਸੁਭ ਤਜ ਦੀਜੈ। ਫਿਰ ਮਨ ਕਹਿੰਦਾ ਵੀ ਮਣਾ ਮਾੜੇ ਕੰਮ ਛੱਡ ਦਈਏ ਤੇ ਚੰਗੇ ਕੰਮ ਕਰਨੇ ਚਾਹੀਦੇ ਆ। ਕਰੀ ਆਪ ਕੀ ਸਗਰੀ ਬਾਨੀ। ਵੀ ਜਿੰਨੀ ਮਹਾਰਾਜ ਜੀ ਤੁਸੀਂ ਪਾਵਨ ਗੁਰਬਾਣੀ ਬਣਾਉਣਾ ਕੀਤੀ ਹੈ, ਕਿਸ ਕੋ ਤਰਹਿ ਸ਼੍ਰੀ ਅਲਹ ਪ੍ਰਾਨੀ। ਮਹਾਰਾਜ ਉਹ ਪਾਵਨ ਗੁਰਬਾਣੀ ਨੂੰ ਧਾਰਨ ਕਰਕੇ ਚਾਹੇ ਹਰੇਕ ਮਨੁੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ। ਸ਼੍ਰੀ ਅਰਜਨ ਤਬ ਉੱਤਰ ਦਿਓ। ਤੋ ਮਹਾਰਾਜ ਵੀ ਕਹਿੰਦੇ ਮਹਾਰਾਜ ਅਸੀਂ ਬਾਣੀ ਤੇ ਸ਼ੰਕਾ ਨਹੀਂ ਉਠਾ ਰਹੇ, ਪਰ ਸਾਨੂੰ ਇਹ ਜ਼ਰੂਰ ਸਮਝਾਓ ਵੀ ਮਹਾਰਾਜ ਦੋ ਪੱਖਾਂ ਦੀ ਗੱਲ ਬਰਾਬਰ ਹੋ ਰਹੀ ਹੈ। ਵੀ ਇੱਕ ਪਾਸੇ ਤਾਂ ਜੋ ਕਰਦਾ ਪਰਮੇਸ਼ਰ ਕਰਦਾ, ਤੇ ਇੱਕ ਪਾਸੇ ਮਹਾਰਾਜ ਤੁਹਾਡੀ ਬਾਣੀ ਕਹਿੰਦੀ ਹੈ ਵੀ ਜੋ ਕਰਾਂਗੇ ਉਹ ਭੁਗਤਣਾ ਪਏਗਾ। ਇਹ ਸੁਣ ਕੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਉੱਤਰ ਦੇਣ ਲੱਗੇ ਆ। ਸ਼੍ਰੀ ਗ੍ਰੰਥ ਸਾਹਿਬ ਗੁਰ ਕੀਓ। ਮਹਾਰਾਜ ਕਹਿੰਦੇ ਭਾਈ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਕੀਤੇ ਆ, ਇਹਨਾਂ ਦੀ ਪਾਵਨ ਗੁਰਬਾਣੀ ਉਚਾਰ ਕੇ ਸਤਿਗੁਰਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਣ ਸਰੂਪ ਬਣਾਇਆ ਹੈ, ਜਿੰਨੀ ਗੁਰਬਾਣੀ ਉਚਾਰੀ ਹੈ। ਕਾਰਨ ਕਰਨ ਕੇਰ ਕਲਿਆਣ। ਇਹ ਗੁਰਬਾਣੀ ਕਲਿਆਣ ਕਰਨ ਦਾ ਕਾਰਨ ਬਣਦੀ ਹੈ, ਸਭ ਨੂੰ ਸੁਖ ਦੇਣ ਵਾਲੀ ਹੈ। ਪਠਹਿ ਕਮਾਵਹਿ ਸੁਣਹਿ ਸੁਜਾਨ। ਜਿਹੜੇ ਕੋ ਸਿਆਣੇ ਸਿੱਖ ਉਹ ਗੁਰਬਾਣੀ ਪੜ੍ਹਦੇ ਐ, ਗੁਰਬਾਣੀ ਸੁਣਦੇ ਐ ਤੇ ਕਮਾਉਂਦੇ ਹਨ। ਅਧਿਕਾਰਨ ਪਰ ਸ਼ਬਦ ਬਣਾਏ। ਤੇ ਇਸ ਕਰਕੇ ਭਾਈ ਜਾਣ ਲਓ ਵੀ ਜਿਹੜੇ ਗੁਰਬਾਣੀ ਦੇ ਸ਼ਬਦ ਆ ਨਾ, ਜਿੰਨੇ ਵੀ ਅਸੀਂ ਬਣਾਏ ਆ ਗੁਰਬਾਣੀ ਉਚਾਰੀਏ, ਅਧਿਕਾਰੀਆਂ ਤੇ ਹੈ ਵੀ ਕਿਸ ਸ਼ਬਦ ਦਾ ਕਿਹੜਾ ਅਧਿਕਾਰੀ ਹੈ, ਕਿਹੜਾ ਸ਼ਬਦ ਕਿਸ ਦੇ ਉੱਪਰ ਲਾਗੂ ਹੁੰਦਾ ਹੈ। ਜਸ ਅਧਿਕਾਰੀ ਤਥਾ ਕਮਾਏ। ਵੀ ਉਹ ਸਿੱਖ ਪੜ੍ਹ ਕੇ ਵੇਖ ਲਵੇ ਵੀ ਮੈਂ ਆਹ ਸ਼ਬਦ ਆਪਦੇ ਮਨ ਤੇ ਢਾਲਾਂ, ਵੀ ਜਿਹੋ ਜਿਹਾ ਅਧਿਕਾਰੀ ਜਾਣ ਲਵੇ ਉਹੋ ਜਿਹਾ ਕਮਾਈ ਕਰ ਲੈਂਦਾ ਹੈ। ਸਭ ਅਧਿਕਾਰਨ ਕੇ ਗੁਰ ਸਿੱਖ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਤਾਂ ਸਾਰੇ ਤਰ੍ਹਾਂ ਦੇ ਹੀ ਹੈ, ਤੋ ਸਾਰੇ ਤਰ੍ਹਾਂ ਦੇ ਭਾਵ ਸੰਸਾਰ ਤੇ ਪ੍ਰਾਣੀ, ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ, ਕਿੰਨੇ ਤਰ੍ਹਾਂ ਦੇ ਹੈ। ਤੋ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਸਾਰੇ ਤਰ੍ਹਾਂ ਦਾ ਅਧਿਕਾਰ ਰੱਖਦੇ ਆ। ਗ੍ਰਹਿਣ ਕਰੈ ਜਿਮ ਨਿਜ ਮਤ ਪਿਖ ਹੈ। ਤੇ ਜਦੋਂ ਸਿੱਖ ਗੁਰਬਾਣੀ ਪੜ੍ਹਿਆ ਕਰੇ, ਜਿਹੋ ਜੀ ਆਪਦੀ ਮਤ ਵੇਖਿਆ ਕਰੇ, ਉਹੋ ਜੀ ਸਾਡੀ ਗੁਰਬਾਣੀ ਨੂੰ ਗ੍ਰਹਿਣ ਕਰ ਲਿਆ ਕਰੇ। ਜੈਸਾ ਸੇਵੈ ਤੈਸੋ ਹੋਵੈ। ਸਤ ਸੰਗਤ ਮਹਿ ਜੋ ਨਹਿ ਰਾਤੇ। ਤੇ ਹੁਣ ਜਾਣੋ ਮਹਾਰਾਜ ਕਹਿੰਦੇ ਤੁਸੀਂ ਸੰਸਾ ਕੀਤਾ ਹੈ ਨਾ, ਤੇ ਸੁਣੋ ਵੀ ਜਿਹੜੇ ਮਨਮੁਖ ਲੋਕ ਸੰਗਤ ਨਹੀਂ ਕਰਦੇ ਐ, ਸੰਗਤ ਨਾਲ ਪ੍ਰੇਮ ਨਹੀਂ ਕਰਦੇ ਹਨ। ਗ੍ਰਹਸਥ ਫਸਹਿ ਕੈ ਰਾਜ ਕਮਾਤੇ। ਤੇ ਆਪਣੇ ਕੰਮਾਂ ਘਰ ਦੇ ਧੰਦਿਆਂ ਵਿੱਚ ਫਸੇ ਰਹਿੰਦੇ ਐ, ਤੇ ਜਾਂ ਕਈ ਜਿਹੜੇ ਕੋ ਰਾਜ ਭਾਗ ਦੇ ਸੱਤਾ ਦੇ ਨਸ਼ੇ ਵਿੱਚ ਪਰਮੇਸ਼ਰ ਨੂੰ ਭੁੱਲ ਜਾਂਦੇ ਐ। ਪਾਪ ਰੋ ਪੁੰਨ ਕਰਹਿ ਬਹੁ ਬੇਰ। ਉਹ ਬੜੇ ਬੜੇ ਸਮੇਂ ਪਾਪ ਤੇ ਪੁੰਨ ਕਰਦੇ ਰਹਿੰਦੇ, ਪਰਿਵਾਰ ਖਾਤਰ ਜਾਂ ਆਪਦੀ ਕੁਰਸੀ ਸੱਤਾ ਦੇ ਖਾਤਰ। ਸੋ ਅਧਿਕਾਰੀ ਇਸ ਤੁਕ ਕੇਰ। ਤੇ ਐਸ ਪੰਕਤੀ ਦੇ ਮਹਾਰਾਜ ਕਹਿੰਦੇ ਅਧਿਕਾਰੀ ਉਹ ਲੋਕ ਹੈ ਜਿਹੜੀ ਤੁਸੀਂ ਸਾਨੂੰ ਦੱਸ ਰਹੇ ਹੋ, ਸੁਣਨਾ ਕਰੋ ਜੀ। ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਵੀ ਉਹ ਜਿਹਾ ਬੀਜ ਹੈ, ਜਿਹੋ ਜਿਹਾ ਬੀਜਾਂਗੇ ਲੁਣਾ ਕਹੀਏ ਉਹੀ ਵੱਢਣਾ ਪਵੇਗਾ। ਕਰਮ ਤਾਂ ਭਾਈ ਕਰਮਾਂ ਦਾ ਇਹੋ ਜਿਹਾ ਖੇਤ ਹੈ ਵੀ ਜੋ ਬੀਜਾਂਗੇ ਉਹ ਵੱਢਣਾ ਪਵੇਗਾ। ਮਹਾਰਾਜ ਕਹਿੰਦੇ ਇਹ ਪੰਕਤੀ ਉਹਨਾਂ ਵਾਸਤੇ ਆ ਭਾਈ ਜਿਹੜੇ ਗ੍ਰਸਥ ਵਿੱਚ, ਪਰਿਵਾਰ ਵਿੱਚ, ਧੰਦਿਆਂ ਵਿੱਚ ਫਸੇ ਹੋਏ ਤੇ ਪਰਮੇਸ਼ਰ ਨੂੰ ਭੁੱਲੇ ਹੋਏ ਆ, ਨਾਮ ਤੋਂ ਮੁਨਕਰ ਹਨ। ਚੌਪਈ ਇੱਕ ਉਪਾਸਨਾ ਪਰਲ ਲਲਚਾਏ। ਤੋ ਮਹਾਰਾਜ ਕਹਿੰਦੇ ਇੱਕ ਹੋਰ ਸੁਣੋ, ਅੱਗੇ ਕਈ ਇਹੋ ਜਿਹੇ ਵੀ ਆ ਜਿਹੜੇ ਦਿਨ ਰਾਤ ਭਗਤੀ ਦਾ ਹੀ ਲਾਲਚ ਕਰਦੇ ਆ ਵੀ ਨਾਮ ਹੀ ਜਪੀ ਜਾਈਏ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਤ ਨਾਮ ਸਿਮਰਹਿ ਮਨ ਲਾਏ। ਉਹ ਮਨ ਲਾ ਕੇ ਸਦਾ ਵਾਹਿਗੁਰੂ 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 ਸਿਮਰਨ ਕਰਦੇ ਰਹਿੰਦੇ ਆ। ਸਭ ਪ੍ਰਾਨੀ ਮਹਿ ਪ੍ਰਭ ਸੋ ਵਿਚਾਰੇ। ਤੇ ਮਹਾਰਾਜ ਕਹਿੰਦੇ ਉਹ ਲੋਕ ਜਿਹੜੇ ਗੁਰਮੁਖ ਪਿਆਰੇ ਸਾਰਿਆਂ ਮਨੁੱਖਾਂ ਵਿੱਚ ਪਰਮੇਸ਼ਰ ਨੂੰ ਵੇਖਦੇ ਆ। ਜਿੱਥੇ ਵੇਖੋ ਪਰਮੇਸ਼ਰ ਦਿਸਦਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਇਸ ਤਰ੍ਹਾਂ ਵੇਖਦੇ ਹਨ। ਇਨ ਸਮ ਤੁਕ ਕੇ ਸੋ ਅਧਿਕਾਰੇ। ਤੇ ਇਹੋ ਜਿਹੇ ਜਿਹੜੇ ਨਾ ਉਹ ਤੁਕਾਂ
ਆਹ ਤੁਕਾਂ ਦੇ ਮਹਾਰਾਜ ਕਹਿੰਦੇ ਉਹ ਅਧਿਕਾਰੀ ਬਣਦੇ ਆ ਐਸੀਆਂ ਤੁਕਾਂ ਦੇ ਕਰੇ ਕਰਾਵੈ ਆਪੇ ਆਪ। ਵੀ ਪਰਮੇਸ਼ਰ ਜੋ ਕਰਦਾ ਆਪ ਕਰਦਾ। ਇਹ ਮਹਾਰਾਜ ਕਹਿੰਦੇ ਪੰਕਤੀ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਸਭ ਪਾਸੇ ਪਰਮੇਸ਼ਰ ਦਿਸਦਾ ਹੈ। ਉਹ ਇਹ ਗੱਲ ਕਹਿੰਦੇ ਆ, ਉਹਨਾਂ ਤੇ ਲਾਗੂ ਹੁੰਦੀ ਵੀ ਜੋ ਕੁਝ ਕਰਦਾ ਪਰਮੇਸ਼ਰ ਕਰਦਾ ਹੈ। ਮਾਨੁਖ ਕਹਿ ਕਿਛ ਨਾਹੀ ਹਾਥ। ਤੇ ਮਨੁੱਖ ਦੇ ਹੱਥ ਵਿੱਚ ਸੰਸਾਰ ਤੇ ਕੁਝ ਨਹੀਂ। ਇਹ ਪੰਕਤੀ ਮਾਰੇ ਕਿ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਸਭ ਪਾਸੇ ਪਰਮੇਸ਼ਰ ਦਿਸਦਾ ਹੈ। ਇਮ ਨਿਸਚਾ ਜਨ ਹਿਰਦੇ ਧਰੇ। ਮਾਰੇ ਕਹਿੰਦੇ ਇਹ ਨਿਸ਼ਚਾ ਜਿਹੜਾ ਨਾ ਆਪਦੇ ਹਿਰਦੇ ਵਿੱਚ ਸਿੱਖਾਂ ਨੂੰ ਰੱਖਣਾ ਚਾਹੀਦਾ ਵੀ ਗੁਰਬਾਣੀ ਦੇ ਜਿਹੜੇ ਅਰਥ ਹੈ ਨਾ, ਉਹ ਮਹਾਰਾਜ ਕਹਿੰਦੇ ਜਿਹੜੀ ਜਿੰਨੀ ਗੁਰਬਾਣੀ ਉਚਾਰੀ ਹੋਈ ਹੈ ਉਹ ਅਸੀਂ ਇਸ ਕਰਕੇ ਉਚਾਰੀ ਹੋਈ ਵੀ ਜਿਹੋ ਜਿਹਾ ਕੋਈ ਅਧਿਕਾਰੀ ਉਹ ਗ੍ਰਹਿਣ ਕਰ ਲਵੇ। ਕਾਮੀ ਜਿਹੜਾ ਉਹ ਇਹ ਸ਼ਬਦ ਜਿਹੜਾ ਵਾ ਗ੍ਰਹਿਣ ਕਰ ਲਵੇ ਵੀ ਪਰਤਰੇ ਰੂਪ ਨਾ ਪੇਖੈ ਨੇਤਰ, ਉਹ ਇਹ ਸ਼ਬਦ ਗ੍ਰਹਿਣ ਕਰੇ। ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਜੋ ਵੀ ਅਧਿਕਾਰੀ ਜਾਣੇ ਆਪਦੇ ਆਪ ਨੂੰ ਉਹੋ ਜੀ ਪੰਕਤੀ ਗ੍ਰਹਿਣ ਕਰ ਲਿਆ ਕਰੇਗਾ। ਸਭ ਮਹਿ ਵਰਤ ਪਰਮੇਸ਼ਰ ਕਰੇ। ਤੇ ਜਿਹੜੇ ਕੋਈ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਸਭ ਪਾਸੇ ਬ੍ਰਹਮ ਦਿਸਦਾ, ਬ੍ਰਹਮ ਗਿਆਨੀ ਲੋਕ ਹੈ, ਉਹ ਭਾਈ ਉਹਨਾਂ ਨੂੰ ਸਭ ਪਾਸੇ ਪਰਮੇਸ਼ਰ ਦਿਸਦਾ ਹੈ ਤੇ ਪਰਮੇਸ਼ਰ ਹੀ ਵਰਤ ਰਿਹਾ ਲੱਗਦਾ ਵੀ ਜੋ ਕਰਦਾ ਪਰਮੇਸ਼ਰ ਕਰਦਾ ਹੈ। ਉਹਨਾਂ ਵਾਸਤੇ ਇਹ ਪੰਕਤੀ ਕਿ ਮਾਨੁਖ ਕੇ ਕਿਛ ਨਾਹੀ ਹਾਥ। ਤ੍ਰਿਤੀਏ ਸੱਤਾ ਸਤ ਵਿਚਾਰ ਹੈ। ਇੱਕ ਤੀਜੇ ਗੁਰਮੁਖ ਜਿਹੜੇ ਸਤ ਅਸਤ ਦੀ ਸਦਾ ਵਿਚਾਰ ਕਰਦੇ ਰਹਿੰਦੇ ਆ। ਸਦਾ ਬ੍ਰਹਮ ਕੋ ਨਿਰਣੈ ਧਾਰ ਹੈ। ਤੇ ਸਦਾ ਬ੍ਰਹਮ ਦਾ ਨਿਰਣਾ ਮਨ ਵਿੱਚ ਧਾਰਦੇ ਹਨ। ਇਨ ਸਮ ਤੁਕ ਕੇ ਸੋ ਅਧਿਕਾਰੀ। ਤਾਂ ਉਹ ਮਹਾਰਾਜ ਕਹਿੰਦੇ ਆ ਜਿਹੜੀ ਹੁਣ ਅਸੀਂ ਤੁਕ ਪੜਾਂਗੇ ਇਸ ਤੁਕ ਦੇ ਅਧਿਕਾਰੀ ਇਹ ਪੰਕਤੀ ਉਹਨਾਂ ਤੇ ਢੁਕਦੀ ਹੈ। ਸੁਨ ਮਨ ਹੈ ਸਮਝੈ ਉਰ ਧਾਰੀ। ਸੁਣ ਕੇ ਮੰਨਦੇ ਵੀ ਆ, ਸਮਝਦੇ ਵੀ ਆ ਤੇ ਹਿਰਦੇ ਵਿੱਚ ਵੀ ਧਾਰਦੇ ਹਨ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਆ ਮਹਾਰਾਜ ਕਹਿੰਦੇ ਪੰਕਤੀ ਉਹਨਾਂ ਤੇ ਹੈ ਜਿਨ੍ਹਾਂ ਨੂੰ ਸਭ ਪਾਸੇ ਪਰਮੇਸ਼ਰ ਦਿਸਦਾ ਹੈ ਤੇ ਬ੍ਰਹਮ ਦਾ ਨਿਰਣਾ ਧਾਰਦੇ ਹਿਰਦੇ ਵਿੱਚ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਜਿਹੜਾ ਜੋ ਕੁਝ ਦਿਸਦਾ ਅੱਖਾਂ ਨਾਲੋਂ ਵੀ ਬ੍ਰਹਮ ਪਰਮੇਸ਼ਰ ਹੈ। ਜੋ ਆਵਾਜ਼ ਸੁਣਦੀ ਹੈ ਚਿੜੀਆਂ ਜਨੌਰਾਂ ਜਿਨ੍ਹਾਂ ਸਭ ਦੀ ਮਹਾਰਾਜ ਕਹਿੰਦੇ ਉਹ ਵੀ ਬ੍ਰਹਮ ਸੁਣੀ ਹੈ, ਉਹਨਾਂ ਨੂੰ ਬ੍ਰਹਮ ਹੀ ਸੁਣ ਰਹੇ ਆ। ਏਕ ਏਕ ਵਖਾਣੀ, ਜਿਹੜਾ ਪਰਮੇਸ਼ਰ ਇੱਕ ਹੈ ਉਸ ਇੱਕੋ ਇੱਕ ਪਰਮੇਸ਼ਰ ਨੂੰ ਇੱਕ 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 ਕਰਕੇ ਵਖਾਣੀਏ ਕਹਿਣਾ ਚਾਹੀਦਾ ਹੈ। ਇਹ ਪੰਕਤੀ ਇਹਦੇ ਅਰਥ ਮਹਾਰਾਜ ਕਹਿੰਦੇ ਉਹਨਾਂ ਬ੍ਰਹਮ ਗਿਆਨੀਆਂ ਗੁਰਮੁਖਾਂ ਤੇ ਢੁਕਦੇ ਹਨ। ਚੌਪਈ ਇਤਿਆਦਿਕ ਬਹੁਤੇ ਅਧਿਕਾਰ। ਮਹਾਰਾਜ ਕਹਿੰਦੇ ਇਸ ਤੋਂ ਆਦਿਕ ਹੋਰ ਬੜੇ ਤਰ੍ਹਾਂ ਦੇ ਅਧਿਕਾਰੀ ਹੈ ਭਾਈ ਸੰਸਾਰ ਦੇ ਅੰਦਰ। ਮੁਖ ਤੀਨ ਹਮ ਕਰੇ ਉਚਾਰ। ਉਸ ਤਰ੍ਹਾਂ ਪ੍ਰਮਾਣ ਵਜੋਂ ਮਹਾਰਾਜ ਕਹਿੰਦੇ ਤੁਹਾਨੂੰ ਤਿੰਨ ਪੰਕਤੀਆਂ ਦਸੀਆਂ ਵੀ ਇੱਕ ਤਾਂ ਜਿਹੜੇ ਪਾਪੀ ਲੋਕ ਆ ਉਹ ਜਾਣ ਲੈਣ ਵੀ ਜਿਹਾ ਬੀਜੈ ਸੋਲਣਾ ਕਰਮਾ ਸੰਦੜਾ ਖੇਤ, ਉਹਨਾਂ ਤੇ ਢੁਕਦੀ ਪੰਕਤੀ। ਬ੍ਰਹਮ ਗਿਆਨੀਆਂ ਤੇ ਜਿਹੜੀ ਢੁਕਦੀ ਭਾਈ ਉਹ ਤਾਂ ਮਾਣੁਕ ਹੈ ਕਿਛ ਨਾਹੀ ਹਾਥ, ਉਹ ਜਾਣਦੇ ਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਤੁਹਾਨੂੰ ਦੱਸਿਆ ਜੇ ਤਿੰਨ ਹੀ ਹੈ ਪਰ ਅਧਿਕਾਰੀ ਬੜੇ ਤਰ੍ਹਾਂ ਦੇ ਹੁੰਦੇ ਆ। ਜੈਸੇ ਵੈਦ ਮਹਾ ਬੁੱਧਵਾਨ। ਮਹਾਰਾਜ ਕਹਿੰਦੇ ਜਿਵੇਂ ਕੋਈ ਵੈਦ ਹੁੰਦਾ ਕੋਈ ਬੜੇ ਭਾਰੀ ਬੁੱਧੀ ਵਾਲਾ ਤੇਜ ਦਿਮਾਗ ਵਾਲਾ। ਰੋਗੀ ਆਏ ਬਿਨੈ ਬਹੁ ਠਾਨ। ਤੇ ਕੋਈ ਰੋਗੀ ਆਵੇ ਉਹਦੇ ਕੋਲ ਆ ਕੇ ਬੜੀਆਂ ਬੇਨਤੀਆਂ ਕਰੇ ਵੀ ਮਹਾਰਾਜ ਮੈਂ ਬਹੁਤ ਦੁਖੀ ਬਿਮਾਰ ਹਾਂ। ਨਾੜੀ ਮੂਤਰ ਹੇਰ ਰੁਝ ਜਾਣੈ। ਤੇ ਉਹ ਉਹਦੇ ਮਲ ਮੂਤ ਨੂੰ ਦੇਖ ਕੇ ਜਾਂ ਨਬਜ ਵੇਖ ਕੇ ਤੇ ਰੋਗ ਜਾਣ ਲੈਂਦਾ ਜਿਹੜਾ ਚੰਗਾ ਵੈਦ ਹੁੰਦਾ ਹੈ। ਤਿਸ ਪਰ ਬਹੁਰ ਔਸ਼ਧੀ ਠਾਨੈ। ਤੇ ਜਿਹੋ ਜਿਹਾ ਨੂੰ ਰੋਗ ਹੁੰਦਾ ਵੈਦ ਉਹੋ ਜਿਹੀ ਦਵਾਈ ਦਿੰਦਾ। ਇਹ ਨਹੀਂ ਵੀ ਜੇ ਕਿਸੇ ਨੂੰ ਤਾਪ ਹੈ ਤੇ ਉਹਨੂੰ ਕੋਈ ਜਿਹੜੀ ਹੋਰ ਤਰ੍ਹਾਂ ਦੀ ਕੋਈ ਔਸ਼ਧੀ ਦੇ ਦੇਵੇਗਾ। ਵੀ ਪੇਟ ਦੀਆਂ ਜਿਹੜੀ ਪਿੱਤ ਬੈ ਇਹਨਾਂ ਤੋਂ ਆਦਿ ਜਿਹੜੀਆਂ ਇਹ ਹਨ ਨਾ, ਉਹ ਮਹਾਰਾਜ ਕਹਿੰਦੇ ਵੀ ਕਾਫ ਇਹ ਉਹ ਵੇਖ ਕੇ ਨਬਜ ਜਿਹੜਾ ਰੋਗ ਹੋਇਆ ਉਸੇ ਤਰ੍ਹਾਂ ਦੀ ਵੈਦ ਔਸ਼ਧੀ ਕਰਦਾ ਜਿਹੜਾ ਸਿਆਣਾ ਹੁੰਦਾ ਹੈ। ਤੈਸੇ ਗੁਰ ਟਿਗ ਸਿੱਖ ਚੱਲ ਆਵੈ। ਤੋ ਮਹਾਰਾਜ ਕਹਿੰਦੇ ਵੈਦ ਕੌਣ ਹੈ? ਗੁਰੂ ਹੈ ਤੇ ਸਿੱਖ ਰੋਗੀ ਹੈ। ਤੋ ਇਸੇ ਤਰ੍ਹਾਂ ਇਹ ਪ੍ਰਾਣੀ ਜਦੋਂ ਰੋਗੀ ਹੁੰਦੇ ਆ ਤੇ ਗੁਰੂ ਰੂਪੀ ਵੈਦ ਕੋਲ ਚੱਲ ਕੇ ਆਉਂਦੇ, ਮੇਰਾ ਵੈਦ ਗੁਰੂ ਗੋਬਿੰਦਾ। ਬਚਨ ਕਿਰਿਆ ਤੇ ਤਿਹ ਲਖ ਪਾਵੈ। ਜਿਵੇਂ ਚੰਗਾ ਵੈਦ ਨਬਜ ਵੇਖ ਕੇ ਦੱਸ ਦਿੰਦਾ ਨਾ ਵੀ ਇਹਨੂੰ ਕੀ ਰੋਗ ਹੈ ਤੇ ਉਹੋ ਜਿਹੀ ਔਸ਼ਧੀ ਦਿੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕੋਲ ਸਿੱਖ ਆਉਂਦਾ ਉਹਦੀਆਂ ਗੱਲਾਂ ਵੇਖ ਕੇ ਸਿੱਖ ਗੁਰੂ ਪਾਤਸ਼ਾਹ ਬੁੱਝ ਲੈਂਦੇ ਆ ਵੀ ਇਹਨੂੰ ਕੀ ਰੋਗ ਹੈ। ਜਿਵੇਂ ਕੋਈ ਕਹੀਆ ਮੈਂ ਉੱਥੋਂ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਹੰਕਾਰ ਹੈ, ਮੈਂ ਐਂ ਕੀਤਾ ਜੀ, ਇਹ ਅੰਦਾਜ਼ਾ ਹੋ ਜਾਂਦਾ।
ਤੇ ਜੇ ਸਾਧ ਸੰਗ ਜੀ ਕੋਈ ਆ ਕਿਸੇ ਦਾ ਕੂੜ ਫਰੋਲੇ ਔਗਣ ਹੀ ਫੋਲੀ ਜਾਵੇ ਵੀ ਫਲਾਣਾ ਐ ਕਰਦਾ ਹੈ, ਉੱਥੋਂ ਅੰਦਾਜ਼ਾ ਸਭ ਨੂੰ ਹੋ ਜਾਂਦਾ ਵੀ ਭਾਈ ਇਹ ਨਿੰਦਕ ਹੈ, ਇਹਦੇ ਅੰਦਰ ਈਰਖਾ ਬਲਦੀ ਹੈ। ਤੇ ਜਿਵੇਂ ਰੋਗੀ ਦਾ ਪਤਾ ਨਬਜ਼ ਤੋਂ ਲੱਗਦਾ ਹੈ ਖਾਲਸਾ ਜੀ, ਮਹਾਰਾਜ ਕਹਿੰਦੇ ਉਸੇ ਤਰ੍ਹਾਂ ਜਿਹੜੇ ਮਨੁੱਖ ਰੋਗੀ ਨਾ ਮਨ ਕਰਕੇ, ਉਹਨਾਂ ਦੇ ਰੋਗ ਦਾ ਪਤਾ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ। ਜਥਾ ਪਿਖ ਹੈ ਅਧਿਕਾਰ ਵਿਸ਼ੇਸ਼। ਤੇ ਗੁਰੂ ਜੀ ਫਿਰ ਜਿਹੋ ਜਿਹਾ ਵੇਖਦੇ ਆ ਵੀ ਜੇ ਤਾਂ ਕਾਮੀ ਆ ਫਿਰ ਉਹਨੂੰ ਉਹੋ ਜਿਹਾ ਉਪਦੇਸ਼ ਦਿੰਦੇ ਆ, ਕ੍ਰੋਧੀ ਨੂੰ ਉਹੋ ਜਿਹਾ ਉਪਦੇਸ਼ ਦਿੰਦੇ ਆ, ਲੋਭੀ ਨੂੰ ਉਹੋ ਜਿਹਾ ਉਪਦੇਸ਼ ਦਿੰਦੇ ਆ, ਜਿਹੋ ਜਿਹਾ ਰੋਗ ਵੇਖਦੇ ਆ ਉਹੋ ਜਿਹਾ ਉਪਦੇਸ਼ ਦੇ ਦਿੰਦੇ ਹਨ। ਤਥਾ ਕਰ ਹੈ ਸਤਿਗੁਰ ਉਪਦੇਸ਼। ਵੈਸਾ ਹੀ ਸਤਿਗੁਰੂ ਜੀ ਉਪਦੇਸ਼ ਦੇ ਦਿੰਦੇ ਜਿਹੋ ਜਿਹਾ ਪਾਤਸ਼ਾਹ ਜੀ ਰੋਗ ਵੇਖਦੇ ਸਿੱਖ ਦੇ ਅੰਦਰ। ਜੇ ਹਕੀਮ ਲਾਗ ਵਿਦਿਆ ਮਤ ਮੈਂ। ਤੇ ਮਹਾਰਾਜ ਕਹਿੰਦੇ ਮਨ ਇਹ ਤਾਂ ਸਿਆਣਾ ਵੈਦ ਹੋਇਆ ਕੋਈ, ਤੇ ਜੇ ਕੋਈ ਹਕੀਮ ਥੋੜਾ ਪੜਿਆ ਹੋਵੇ, ਕੋਈ ਮਤ ਵੀ ਬਹੁਤੀ ਨਹੀਂ ਤੇ ਚੰਗੀ ਵਿਦਿਆ ਨਹੀਂ ਹਾਸਲ ਕੀਤੀ, ਵੈਦਗੀ ਨਹੀਂ ਜਾਣਦਾ ਹੈ, ਪਰਖਿਓ ਗਇਓ ਨਾ ਰੋਜ ਕੁਛ ਚਿਤ ਮੈਂ। ਤੇ ਕੋਈ ਉਹਦੇ ਕੋਲ ਮਰੀਜ਼ ਆਵੇਗਾ ਤੇ ਉਹਦੇ ਤੋਂ ਰੋਗ ਤਾਂ ਪਰਖਿਆ ਨਹੀਂ ਜਾਣਾ, ਕਿਉਂਕਿ ਪੜਿਆ ਲਿਖਿਆ ਬਹੁਤਾ ਹੈ ਨਹੀਂ, ਝੂਠਾ ਹੈ। ਰੋਗ ਆਣ ਔਖਦ ਦੇ ਆਨ। ਤੇ ਰੋਗ ਕੋਈ ਹੋਰ ਹੋਵੇਗਾ ਤੇ ਕੋਈ ਔਸ਼ਧੀ ਦਵਾਈ ਹੋਰ ਮੜ ਦਿੰਦਾ ਹੈ। ਰੋਜ ਨਹਿ ਜਾਏ ਪ੍ਰਾਣ ਹਵੈ ਹਾਨ। ਤੇ ਰੋਗ ਕੀ ਜਾਣਾ, ਕਹਿੰਦੇ ਉਹ ਮਨੁੱਖੀ ਜਿਹੜਾ ਚੜਾਈ ਕਰ ਜਾਂਦਾ ਹੈ। ਤੋ ਉਹ ਐਸੀ ਹਾਲਤ ਹੈ ਨਾ, ਜਿਵੇਂ ਹੁਣ ਵੀ ਕਈ ਉਹ ਡਾਕਟਰ ਬਣੇ ਫਿਰਦੇ ਆ ਜਾਲੀ ਡਿਗਰੀਆਂ ਲੈ ਲੈ ਕੇ, ਤੇ ਜਦੋਂ ਕੋਈ ਵਿਚਾਰਾ ਉਹੋ ਜਿਹਾ ਮਾਤੜ ਅੜਿੱਕੇ ਆ ਜਾਂਦਾ ਤੇ ਫਿਰ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਉਹ ਜਿਹੜਾ ਹੈ ਉਹ ਰੋਗ ਤਾਂ ਜਾਣਾ ਹੀ ਜਾਣਾ, ਨਾਲ ਉਹ ਮਰੀਜ਼ ਵੀ ਤੁਰ ਜਾਂਦਾ। ਜਿਵੇਂ ਉਹ ਕੋਈ ਜੱਟ ਸੀ ਕਹਿੰਦੇ, ਤੇ ਅੱਜ ਭਾਦੋਂ 'ਚ ਤਮਾਸੇ ਲੱਗਦੇ ਆ, ਤੇ ਜਾਂ ਜਿਵੇਂ ਹਾੜੀ ਬੀਜਣੀ ਔਖਾ ਹੀ ਸੀ, ਹਲਾਂ ਵਾਲਾ ਕੰਮ ਉਦੋਂ ਬਲਦਾਂ ਨਾਲ, ਬਲਦ ਵਾਹਿਆ ਕਰੇ ਤੇ ਬੜਾ ਦੁਖੀ ਵੀ ਸਾਰਾ ਦਿਨ ਵੀ ਔਖੇ ਹੀ ਆ, ਮਿਹਨਤ ਬਹੁਤ ਕਰਨੀ ਪੈਂਦੀ, ਬਚਦਾ ਕੁਝ ਹੈ ਨਹੀਂ। ਕਹਿੰਦੇ ਵੈਦ ਬਣ ਜਾਈਏ, ਹੋਰ ਨਹੀਂ ਕੁਛ ਤੇ ਚੱਲ ਛਾਵੇਂ ਤਾਂ ਵਿਆਹ ਹੀ ਕਰਾਂਗੇ ਨਾ। ਤੇ ਇਹਦੇ ਮਨ ਵਿੱਚ ਚਾਅ ਬੜਾ ਵੀ ਹੁਣ ਵੈਦ ਬਣ ਜਾਈਏ। ਤੇ ਆਪਦੇ ਲਾਗੇ ਪਿੰਡ ਦੇ ਕਿਸੇ ਪੁਰਾਣੇ ਵੈਦ ਕੋਲੇ ਜੱਟ ਜਿਹੜਾ ਉਹ ਵੈਦਗੀ ਸਿੱਖਣ ਚਲਾ ਗਿਆ। ਕਹਿੰਦਾ ਕਿਵੇਂ ਆਇਆ, ਕਹਿੰਦਾ ਜੀ ਮੈਂ ਵੈਦ ਬਣਨਾ ਹੈ। ਕਹਿੰਦਾ ਬਣਾ ਦੇਣੇ, ਇੱਥੇ ਰਹਿ ਕੁਝ ਦਿਨ ਰਿਹਾ। ਤੇ ਉਹਨੇ ਨੂੰ ਇਹ ਨਾਲ ਲਿਜਾਂਦਾ ਸੀ ਵੈਦ ਜਿਹੜਾ, ਕਿਤੇ ਜਦੋਂ ਵੀ ਚਲੋ ਇਹਨੂੰ ਪਤਾ ਲੱਗ ਜੂ ਕਿਵੇਂ ਰੋਗਾਂ ਦਾ ਇਲਾਜ ਕਰੀਦਾ। ਤੇ ਕੋਈ ਜੱਟ ਆਇਆ ਤੇ ਉਹਨੇ ਆ ਕੇ ਆਖਿਆ ਵੀ ਵੈਦ ਨੂੰ ਵੀ ਮੇਰਾ ਬੋਤਾ ਜਿਹੜਾ ਉਹ ਹਲ ਵਾਹੁੰਦਾ ਵਾਹੁੰਦਾ ਡਿੱਗ ਗਿਆ ਤੇ ਖੰਘੀ ਜਾਂਦਾ, ਸਾਹ ਨਹੀਂ ਆਉਂਦਾ, ਤੇ ਛੇਤੀ ਚੱਲੋ। ਇਹ ਉਹਨੂੰ ਕਹਿੰਦਾ ਜੱਟ ਨੂੰ ਵੀ ਚੱਲ ਤੂੰ ਵੀ ਵੈਦਗੀ ਸਿੱਖਣੀ ਤੇ ਨਾਲ ਆ ਜਾ। ਲੈ ਗਿਆ ਉੱਥੇ, ਉਹਨੇ ਵੇਖ ਲਿਆ ਵੈਦ ਨੇ ਵੀ ਖਰਬੂਜਿਆਂ ਦੇ ਖੇਤ 'ਚ ਡਿੱਗਾ ਪਿਆ ਬੋਤਾ ਇਹਦਾ, ਵੀ ਚਲੋ ਇੱਥੋਂ ਕੁਝ ਖਾ ਲਿਆ ਹੋਊ, ਤੇ ਉਹਦੇ ਸੁੱਕੇ ਛਿੱਲੜ ਛੁੱਲੜ ਗਲ ਵਿੱਚ ਫਸ ਗਏ ਆ, ਤੇ ਬੋਤਾ ਤਾਂ ਔਖਾ ਹੋਈ ਜਾਂਦਾ। ਉਹਨੇ ਗਲ ਟੋਟਾ ਕੇ ਵੇਖਿਆ ਤੇ ਉਸੇ ਤਰ੍ਹਾਂ ਉਹਦੇ ਗਲ ਵਿੱਚ ਕੋਈ ਆ ਛਿੱਲੜ ਜੇ ਫਸੇ ਹੋਏ ਖਰਬੂਜੇ ਆਦਿਕ। ਤੇ ਉਹ ਕਹਿੰਦਾ ਵੀ ਇਹ ਕੋਈ ਨਹੀਂ ਵੱਡਾ ਰੋਗ ਲਈ ਹੈ। ਤੇ ਉੱਥੋਂ ਫੜ ਕੇ ਨਾ ਕੱਚੀ ਢਿੰਮ ਜਾਂ ਡਾਲਾ ਇੱਟ ਤੇ ਉਹਦੇ ਹੱਥ ਲਾ ਕੇ ਟੋਹ ਕੇ ਜਿੱਥੇ ਕਿਸੀ ਗੰਢ ਵੱਜੀ ਹੋਈ ਤੇ ਟਿਕਾ ਕੇ 2-4 ਮਾਰੇ, ਤੇ ਉਹ ਬੋਤਾ ਊਠ ਠੀਕ ਹੋ ਗਿਆ, ਖੜਾ ਹੋ ਗਿਆ। ਤੇ ਇਹ ਆ ਗਿਆ ਨਾਲ ਉਹਦੇ, ਇਹ ਵੀ ਉੱਥੇ ਹੀ ਸੀ ਜੱਟ। ਤੇ ਕਹਿੰਦਾ ਜੀ ਚੰਗਾ ਹੁਣ ਮੈਂ ਚੱਲਦਾ। ਵੀ ਉਹਨੇ ਵੇਖ ਲਿਆ ਵੀ ਇਹ ਤਾਂ ਕੋਈ ਵੱਡਾ ਗੱਲ ਨਹੀਂ ਹੈ, ਵੀ ਸੌਖਾ ਹੀ ਕੰਮ ਇਹ ਤਾਂ। ਤੇ ਆਪਦੇ ਪਿੰਡ ਆ ਕੇ ਤੇ ਹੱਟ ਪਾ ਲਈ ਤੇ ਆਵਾਜ਼ ਵੂਜ ਦਬਾ ਦਿੱਤੀ ਸਭ ਪਾਸੇ ਵੀ ਮੈਂ ਵੈਦ ਬਣ ਕੇ ਆ ਗਿਆ। ਉਹਨੇ ਨੂੰ ਕੋਈ ਉੱਥੇ ਆਇਆ ਵੀ ਕਹਿੰਦਾ ਵੀ ਮਾਤਾ ਬਹੁਤ ਬਿਮਾਰ ਆ ਤੇ ਆਓ। ਉਹ ਬਜ਼ੁਰਗੀ ਇਹੋ ਜਿਹੀ ਹੁੰਦੀ ਵੀ ਚਲੋ ਬਲਗਮ ਵਧੀ ਜਾਂਦੀ ਹੈ। ਉਹ ਮਾਤਾ ਦੀ ਬਲਗਮ ਵਧੀ ਹੋਈ ਤੇ ਖੰਘ ਲਵੇ ਪਈ ਬਹੁਤ ਔਖੀ, ਸਾਹ ਨਾ ਆਵੇ, ਸਿਆਲ ਦੇ ਦਿਨ ਸੀ। ਇਹਨੇ ਆਖਿਆ ਵੀ ਖਰੇ ਉਹ ਬੋਤੇ ਵਾਲਾ ਕਾਰਜ ਵੀ ਸੌਖਾ ਹੀ ਹੈ। ਤੇ ਗਲ ਗੁਲ ਟੋਹ ਕੇ ਮਾਤਾ ਦਾ ਵੇਖ ਕੇ ਤੇ ਕਹਿੰਦਾ ਵੀ ਐਡਾ ਔਖਾ ਨਹੀਂ ਕੰਮ, ਹੁਣੇ ਠੀਕ ਕਰ ਦਿੰਦੇ ਆ, ਡਾਲਾ ਫੜਾਓ। ਫੜ ਕੇ ਡਾਲਾ ਤੇ ਟਕਾ ਕੇ 2 ਮਾਤਾ ਦੇ ਗਲ ਤੇ ਮਾਰੇ। ਤੇ ਕਹਿੰਦੇ ਉਹ ਮਾਤਾ ਚੜ੍ਹਾਈ ਕਰ ਗਈ।
ਘਰ ਵਾਲਿਆਂ ਨੇ ਬਹੁਤ ਕੁੱਟਿਆ ਮਾਰਿਆ, ਨਾਲੇ ਪੱਗ ਪੁੱਗ ਲਾਹ ਦਿੱਤੀ, ਕੱਪੜੇ ਪਾੜ ਦਿੱਤੇ ਤੇ ਕੁੱਟ-ਕੁੱਟ ਕੇ ਤੇ ਮਾਤਾ ਦਾ ਸੰਸਕਾਰ ਕਰਨ ਜਾਣਾ ਤੇ ਕਾਨੀ ਲਾ ਲਿਆ। ਸ਼ਮਸ਼ਾਨ ਘਾਟ ਦੂਰ ਸੀ ਤੇ ਇਹਨੂੰ ਲੈ ਕੇ ਗਏ ਸ਼ਮਸ਼ਾਨ ਘਾਟ ਨਾਲੇ ਹੀ। ਉੱਥੇ ਫਿਰ ਜਾ ਕੇ ਕੁੱਟਿਆ, ਖਹਿੜਾ ਛਡਾ ਕੇ ਘਰੇ ਆ ਗਿਆ। ਕੁਝ ਦਿਨਾਂ ਬਾਅਦ ਫਿਰ ਇੱਕ ਆਇਆ ਇਹਦੇ ਕੋਲ, ਉਹਨੇ ਵੀ ਆ ਕੇ ਆਖਿਆ ਵੀ ਬਜ਼ੁਰਗ ਨਹੀਂ ਠੀਕ, ਤੇ ਸੁਣਿਆ ਵੀ ਤੁਸੀਂ ਵੈਦਗੀ ਕਰ ਲੈਂਦੇ ਜੇ। ਕਹਿੰਦਾ ਵੀ ਮੈਂ ਬਜ਼ੁਰਗ ਤੇ ਦਵਾਈ ਦਾਰੂ ਕਰਨ ਤਾਂ ਚਲਾ ਜਾਣਾ, ਪਰ ਮੈਂ ਕਾਹਨੀ ਨਹੀਂ ਲੱਗਣਾ। ਇਸ ਤਰ੍ਹਾਂ ਮਹਾਰਾਜ ਵੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਵੀ ਜਿਹੜਾ ਅਧੂਰਾ ਗਿਆਨ ਹੈ ਉਹ ਇਸ ਤਰ੍ਹਾਂ ਲੈ ਡਿੱਗਦਾ। ਤੋ ਪਾਤਸ਼ਾਹ ਕਹਿੰਦੇ ਵੀ ਭਾਈ ਇਹੋ ਜਿਹੀ ਹਾਲਤ ਹੁੰਦੀ ਹੈ ਵੀ ਜੇ ਕੋਈ ਜਿਵੇਂ ਹਕੀਮ ਹੈ, ਪੂਰਾ ਸਿੱਖੇ ਹੈ ਨਾ, ਤੇ ਵੈਦ ਬਣ ਕੇ ਬਹਿ ਜਾਵੇ, ਰੋਗ ਕੋਈ ਹੋਰ ਹੋਵੇ ਤੇ ਦਵਾਈ ਕੋਈ ਹੋਰ ਹੋਵੇ, ਇਸ ਤਰ੍ਹਾਂ ਦੇ ਦੇਵੇ ਤੇ ਰੋਗ ਤਾਂ ਕੀ ਜਾਣਾ ਹੈ, ਰੋਗ ਦੇ ਨਾਲ ਨਾਲ ਜਿਹੜਾ ਵਾ ਮਰੀਜ਼ ਵੀ ਚੜ੍ਹਾਈ ਕਰ ਜਾਂਦਾ ਹੈ, ਪ੍ਰਾਣ ਉਸਦੇ ਨਾਸ਼ ਹੋ ਜਾਂਦੇ ਹਨ। ਤੈਸੇ ਗੁਰ ਕਾਚੋ ਅਣਜਾਨਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਕੱਚਾ ਗੁਰੂ ਹੁੰਦਾ ਭਾਈ, ਜਿਹੜਾ ਅਣਜਾਣ ਹੁੰਦਾ ਹੈ, ਜਿਹਨੂੰ ਆਪ ਨੂੰ ਕੋਈ ਗਿਆਨ ਨਹੀਂ ਤੇ ਉਹ ਗੁਰੂ ਬਣ ਬਹਿੰਦਾ ਹੈ। ਸਿੱਖ ਅਧਿਕਾਰ ਨ ਕਰਹਿ ਪਛਾਨਾ। ਤੇ ਇਹਦਾ ਪਤਾ ਨਹੀਂ ਵੀ ਸਿੱਖ ਨੂੰ ਕੀ ਉਪਦੇਸ਼ ਦੇਣਾ, ਵੀ ਅਧਿਕਾਰੀ ਕਿਸ ਗੱਲ ਦਾ, ਵੀ ਇਹਨੂੰ ਇਹ ਦੁਖੀ ਕਿਸ ਕਰਕੇ ਹੈ। ਤਿਸ ਉਪਦੇਸ਼ ਅਯੋਗ ਬਤਾਵੈ। ਤੇ ਜੋ ਉਪਦੇਸ਼ ਦੇਣਾ ਉਹ ਦੇਵੇ ਨਾ, ਤੇ ਅਯੋਗ ਹੀ ਆਪਦੇ ਕੋਲੋਂ ਹੀ ਕੋਈ ਉਪਦੇਸ਼ ਸਿੱਖਿਆ ਮੜ ਦਿੰਦਾ, ਜਿਵੇਂ ਉਹ ਵੈਦ ਰੋਗ ਹੋਰ ਤੇ ਦਵਾਈ ਹੋਰ ਦੇ ਦਿੰਦਾ ਹੈ। ਰਹੀ ਸ਼੍ਰੇ ਮਰ ਨਰਕ ਸਿਧਾਵੈ। ਤੇ ਲੈਣ ਤਾਂ ਅਗਲਾ ਮੁਕਤੀ ਆਇਆ ਹੁੰਦਾ, ਪਰ ਮੁਕਤੀ ਦੀ ਥਾਵੇਂ ਫਿਰ ਉਹਨੂੰ ਨਰਕਾਂ ਦੇ ਧੱਕੇ ਧੋੜੇ ਤੇ ਜੰਮਣ ਮਰਨ ਪੈਂਦਾ ਉਹਦੇ ਗੱਲ। ਜਿਵੇਂ ਆ ਵੇਖੀਦਾ ਹੀ ਨਾ, ਉਹ ਕੋਈ ਚੌਂਕੀ ਵੀਰਵਾਰ ਲਾ ਕੇ ਬਹਿ ਜਾਂਦਾ, ਕੋਈ ਸ਼ਨੀਵਾਰ, ਤੇ ਉਹ ਕਰਾਉਂਦੇ ਗਿਆਨ ਵੀ ਅਸੀਂ ਜਿਹੜੇ ਹਾਂ ਉਹ ਤੁਹਾਨੂੰ ਮੁਕਤੀ ਦਿਵਾਵਾਂਗੇ ਜਾਂ ਬੜੇ ਸੁੱਖ ਦੇਵਾਂਗੇ, ਤੇ ਆਪ ਗੋਡੇ ਗੋਡੇ ਦੁਖੀ ਆ ਤੇ ਦੂਜਿਆਂ ਨੂੰ ਸੁੱਖ ਦਿੰਦੇ ਆ। ਉਹ ਕਹਿੰਦੇ ਆ ਉਹ ਐਸੀ ਹਾਲਤ ਉਹਨਾਂ ਦੀ। ਤੇ ਜਿਵੇਂ ਇੱਥੇ ਆ ਇੱਕ ਉਹ ਜੇਲ੍ਹ ਕੱਟ ਕੇ ਆਇਆ 5-7 ਸਾਲ, ਤੇ ਉਹ ਆਉਂਦਿਆਂ ਉਹ ਕਹਿੰਦੇ ਬਾਬਾ ਬਣਿਆ ਤੇ ਬਹੁਤ ਦਾ ਕੰਮ ਚੱਲਿਆ। ਇੱਥੇ ਇੱਕ ਪਾਠ ਵੀ ਹੈ ਮਦਨ, ਉਹਨੇ ਵੀ ਬਹੁਤ, ਜਿੰਨਾ ਚਿਰ ਤਾਂ ਵਪਾਰ ਵਪੂਰ ਕਰਦਾ ਸੀ ਮਈਆਂ ਦਾ, ਤੇ ਉਹ ਕੱਚੇ ਜਿਹੇ ਢਾਰਿਆਂ 'ਚ ਰਹਿੰਦਾ ਸੀ, ਤੇ ਹੁਣ ਤਾਂ ਕਿਤੇ ਉੱਥੇ ਗੱਡੀਆਂ ਠੱਲਣ ਨੂੰ ਥਾਂ ਨਹੀਂ। ਤੋ ਇਹੋ ਜਿਹੀ ਹਾਲਤ ਹੈ। ਪਰ ਮਹਾਰਾਜ ਕਹਿੰਦੇ ਉਹ ਗੱਲ ਐਸੀ ਹੁੰਦੀ ਹੈ ਵੀ ਜੇ ਕੋਈ ਝੂਠਾ ਬਣਿਆ ਵੈਦ ਹੈ, ਉਹ ਰੋਗ ਹੋਰ ਦਵਾਈ ਹੋਰ ਦੇ ਦਿੰਦਾ, ਨੁਕਸਾਨ ਹੁੰਦਾ। ਜਿਹੜਾ ਕੋਈ ਕੱਚਾ ਪਿੱਲਾ ਹੈ, ਕੱਚਾ ਗੁਰੂ ਹੈ, ਤੋ ਮਹਾਰਾਜ ਕਹਿੰਦੇ ਐਸੀ ਉਹਦੀ ਹਾਲਤ ਹੈ ਵੀ ਮੁਕਤੀ ਮਿਲਣ ਦੀ ਥਾਂ ਤੇ ਉਹਦੇ ਤੋਂ ਨਰਕ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਂ ਤੇ ਤੁਮ ਔਰ ਲਿਹੋ ਵਿਚਾਰੀ। ਇਸ ਕਰਕੇ ਇਹ ਸਾਧ ਸੰਗਤ ਜੀ, ਤੁਸੀਂ ਸਾਰੇ ਗੱਲ ਮਨ ਵਿੱਚ ਵਿਚਾਰਨੀ ਕਰੋ ਜੀ। ਭਗਤ ਕਰਨ ਕੇ ਹਾਹਾ ਅਧਿਕਾਰੀ। ਵੀ ਕੱਚਾ ਜਿਹੜਾ ਹੈ ਉਹ ਪੂਰਾ ਗੁਰੂ ਜਿਹੜਾ ਹੈ ਉਹ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਤੇ ਬਸ ਵੈਦ ਤੋਂ ਜਾਣ ਲੈਣਾ ਚਾਹੀਦਾ ਹੈ ਵੀ ਜਿਵੇਂ ਵੈਦ ਪੂਰਾ ਉਹ ਜਿਹੜਾ ਨਬਜ ਵੇਖ ਕੇ ਸਹੀ ਦਵਾਈ ਦੇਵੇ ਜੋ ਰੋਗ ਹੈ। ਗੁਰੂ ਉਹ ਹੈ ਜਿਹੜਾ ਜੋ ਮਨ ਨੂੰ ਰੋਗ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਸ ਹਿਸਾਬ ਨਾਲ ਉਪਦੇਸ਼ ਦਿੰਦਾ ਹੈ ਅਧਿਕਾਰੀ ਜਾਣ ਕੇ। ਇਹ ਮਨ ਵਿੱਚ ਵਿਚਾਰ ਕਰਨੀ ਚਾਹੀਦੀ ਹੈ। ਸਤਨਾਮ ਸਿਮਰਹੁ ਦਿਨ ਰਾਤੀ। ਇਹ ਦਿਨ ਰਾਤ ਹੁਣ ਭਗਤੀ ਕਰਨੀ ਚਾਹੀਦੀ ਹੈ, ਇਹਨਾਂ ਸੰਸਿਆਂ ਵਿੱਚ ਨਹੀਂ ਪੈਣਾ, ਤੇ ਦਿਨ ਰਾਤ ਵਾਹਿਗੁਰੂ ਸਿਮਰਨ ਕਰਨਾ ਚਾਹੀਏ। ਸਤ ਸੰਗਤ ਸੇਵਾ ਪਲ ਭਾਂਤੀ। ਤੇ ਭਲੀ ਪ੍ਰਕਾਰ ਸਤ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰ ਸਿੱਖਣ ਕੀ ਟਹਿਲ ਕਰੀਜੈ। ਗੁਰੂ ਕੇ ਗੁਰਮੁਖਾ ਪਿਆਰਿਆਂ ਦੀ ਵੀ ਟਹਿਲ ਸੇਵਾ ਯਥਾ ਸ਼ਕਤ ਕਰਦੇ ਰਹੋ। ਔਰ ਹੰਕਾਰ ਬਿਦਾਰ ਸੋ ਦੀਜੈ। ਤੇ ਹਿਰਦੇ ਦਾ ਹੰਕਾਰ ਜਿਹੜਾ ਸਾਰਾ ਛੱਡ ਦੇਣਾ ਚਾਹੀਦਾ ਹੈ। ਮੈਂ ਦੀ ਥਾਂ ਤੂੰ ਵਾਲੇ ਸਿਧਾਂਤ ਤੇ ਪਹਿਰਾ ਦਈਏ। ਸੁਣ ਕੈ ਸਤਿਗੁਰ ਤੇ ਉਪਦੇਸ਼। ਇਸ ਤਰ੍ਹਾਂ ਖਾਲਸਾ ਜੀ ਇਹਨਾਂ ਨੇ ਵੀ ਹਜ਼ੂਰ ਦੇ ਪਾਸੋਂ ਸੋਹਣੀ ਸਿੱਖਿਆ ਉਪਦੇਸ਼ ਗ੍ਰਹਿਣ ਕੀਤਾ। ਲਾਗੇ ਸੇਵਾ ਕਰਨ ਹਮੇਸ਼। ਤੇ ਸੇਵਾ ਕਰਨ ਵਾਲੇ ਪਾਸੇ ਹਮੇਸ਼ਾ ਤੁਰ ਪਏ ਹਨ। ਸਿਮਰ ਸਿਮਰਤ ਨਾਮ ਪਰਮਗਤ ਪਾਈ। ਨਾਮ ਬਾਣੀ ਸਿਮਰਦਿਆਂ ਹੋਇਆਂ ਇਹਨਾਂ ਨੇ ਪਰਮ ਪਦਵੀ ਪ੍ਰਾਪਤ ਕੀਤੀ, ਮੁਕਤੀ ਪ੍ਰਾਪਤ ਕੀਤੀ ਹੈ। ਸਤਿਗੁਰ ਸੇਵੇ ਭਏ ਸਹਾਈ। ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ, ਪਾਤਸ਼ਾਹ ਅੰਤਲੇ ਸਮੇਂ ਉਹਨਾਂ ਦੇ ਸਹਾਈ ਹੁੰਦੇ ਆ, ਆਪਣੇ ਵਿੱਚ ਅਭੇਦ ਕਰ ਲੈਂਦੇ ਆ। ਇਹ ਸੱਚੇ ਪਾਤਸ਼ਾਹ ਦੀ ਸ਼ੁਭ ਸਿੱਖਿਆ ਹਿਰਦੇ ਵਸੇ
ਗਰੀਬ ਨਵਾਜ ਮਹਾਰਾਜ ਨੇ ਇੱਥੇ ਨਿਰਣਾ ਕਰ ਦਿੱਤਾ। ਕਥਾ ਸੁਣਨ ਦਾ ਲਾਭ ਇਹ ਹੈ, ਨਹੀਂ ਤਾਂ ਕਈ ਸਾਧ ਸੰਗਤ ਜਿੱਥੇ ਜੀ ਕਰਦਾ ਉੱਥੇ ਪੰਕਤੀਆਂ ਲਾ ਲਾ ਕੇ ਅਗਲੇ ਨੂੰ ਗੱਲ ਨਹੀਂ ਕਰਨ ਦਿੰਦੇ। ਪਰ ਉਹ ਅਧਿਕਾਰੀ ਦੇ ਵਾਸਤੇ ਮਹਾਰਾਜ ਨੇ ਵਿਚਾਰਿਆ ਵੀ ਕਿਸੇ ਵਾਸਤੇ ਕੋਈ ਉਪਦੇਸ਼ ਕਿਸੇ ਤਰ੍ਹਾਂ, ਕੋਈ ਕਿਸ ਤਰ੍ਹਾਂ ਉਸ ਨੂੰ ਗ੍ਰਹਿਣ ਕਰ ਲੈਂਦਾ। ਵੀ ਜਿਹੋ ਜਿਹਾ ਰੋਗ ਹੁੰਦਾ ਹੈ ਵੈਦ ਉਹ ਆ ਜਿਹੜਾ ਉਹੋ ਜਿਹੀ ਦਵਾਈ ਦੇਵੇ। ਅਤੇ ਜਿਹੋ ਜਿਹਾ ਹੁਣ ਸਾਡੇ ਮਨ ਵਿੱਚ ਜੇ ਕਾਮ ਹੈ ਭਾਈ, ਜੇ ਕ੍ਰੋਧ ਹੈ, ਲੋਭ ਹੈ, ਮੋਹ ਹੈ, ਜਿਹੋ ਜਿਹੇ ਰੋਗ ਹੈ ਉਹੋ ਜਿਹੇ ਮਹਾਰਾਜ ਨੇ ਦਵਾਈ ਰੂਪ, ਔਸ਼ਧੀ ਰੂਪ ਗੁਰਬਾਣੀ ਤਿਆਰ ਕੀਤੀ ਹੋਈ ਹੈ ਸਾਡੇ ਸਾਰਿਆਂ ਵਾਸਤੇ। ਇਹ ਬੇਨਤੀ ਪ੍ਰਵਾਨ ਕਰਨੀ, ਹਿਰਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸੁਣ ਕੈ ਸਤਿਗੁਰ ਤੇ ਉਪਦੇਸ਼, ਲਾਗੇ ਸੇਵਾ ਕਰਨ ਹਮੇਸ਼। ਸਿਮਰਤ ਨਾਮ ਪਰਮ ਗਤ ਪਾਈ, ਸਤਿਗੁਰ ਸੇਵੇ ਭਏ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।